ਗੁਰੂ ਸਾਹਿਬ ਜੀ ਕਬੀਰ ਮਹਿਦੀ ਕਰ ਘਾਲਿਆ, ਆਪ ਪੀਸਾਏ ਪੀਸਾਏ। ਤੈ ਸਹਿ ਬਾਤ ਨਾ ਪੁੱਛੀਐ, ਕਬਹੁ ਨਾ ਲਾਈ ਪਾਏ। ਕਬੀਰ ਮਹਿਦੀ ਕਰ ਘਾਲਿਆ, ਆਪ ਪੀਸਾਏ ਪੀਸਾਏ। ਤੈ ਸਹਿ ਬਾਤ ਨਾ ਪੁੱਛੀਐ, ਕਬਹੁ ਨਾ ਲਾਈ ਪਾਏ। ਕਬੀਰ ਮਹਿਦੀ ਕਰ ਘਾਲਿਆ, ਆਪ ਪੀਸਾਏ ਪੀਸਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਤਸਲ ਕਿਰਪਾ ਦੇ ਖਜ਼ਾਨੇ, ਹਾਜ਼ਰਾ ਹਜੂਰ ਜਾਹਰਾ ਜਹੂਰ, ਸਰਬ ਕਲਾ ਭਰਪੂਰ। ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸੱਚੇ ਪਾਤਸ਼ਾਹ ਜੀ ਦੀ ਚਰਨਾਂ ਕਮਲਾਂ ਦੇ ਵਿੱਚ ਆਪ ਗੁਰਸਿੱਖ ਸੰਗਤਾਂ ਆਪਣੇ ਮਨੁੱਖਾ ਜੀਵਨ ਨੂੰ ਸਫਲ ਕਰਨ ਵਾਸਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਕਮਲਾਂ 'ਚ ਹਾਜ਼ਰੀਆਂ ਭਰ ਰਹੇ ਹੋ। ਸਤਿਗੁਰਾਂ ਜੀ ਦੀ ਮਹਾਨ ਕਿਰਪਾ ਬਖਸ਼ਿਸ਼ ਹੋਈ ਹੈ। ਸੱਚੇ ਪਾਤਸ਼ਾਹ ਜੀ ਦੀ ਸਤ ਸੰਗਤ ਕਰਨ ਦਾ ਸੁਭਾਗਾ ਸਮਾਂ ਮਿਲਿਆ, ਗੁਰਬਾਣੀ ਦੀ ਕਥਾ ਸਰਵਣ ਕਰਨ ਦਾ। ਸੱਚੇ ਪਾਤਸ਼ਾਹ ਜੀ ਨੇ ਸੁਭਾਗਾ ਸਮਾਂ ਬਖਸ਼ਿਆ ਹੈ। ਇਸ ਮਨੁੱਖਾ ਜਨਮ ਦੇ ਸਮੇਂ ਨੂੰ ਸਫਲ ਕਰਨ ਵਾਸਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਸਾਡੇ 'ਤੇ ਕਿਰਪਾ ਕਰ ਰਹੇ ਨੇ। ਅੰਮ੍ਰਿਤਮਈ ਬਾਣੀ, ਸਤ ਸੰਗਤ ਦੀਆਂ ਮੂਲਕ ਘੜੀਆਂ ਬਖਸ਼ਦੇ ਹੈ। ਇਸ ਕਰਕੇ ਆਓ, ਆਪਣੇ ਮਨ ਦੀਆਂ ਬਿਰਤੀਆਂ ਨੂੰ ਇਕਾਗਰ ਕਰਕੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਗੁਰਬਾਣੀ ਦੀ ਜੋ ਕਥਾ ਚੱਲ ਰਹੀ ਹੈ, ਬ੍ਰਹਮ ਗਿਆਨੀ ਮਹਾਰਾਜ ਭਗਤ ਕਬੀਰ ਸਾਹਿਬ ਜੀ ਆਪਣੇ ਮੁਖਾਰ ਬਿੰਦ ਤੋਂ ਤੁਰਕੀ ਬਾਣੀ ਉਚਾਰ ਰਹੇ ਨੇ। ਕਲਯੁਗੀ ਜੀਵਾਂ ਨੂੰ ਉਪਦੇਸ਼ ਬਖਸ਼ਦੇ ਨੇ ਸੱਚੇ ਪਾਤਸ਼ਾਹ। ਵਾਹਿਗੁਰੂ ਦੇ ਸੱਚੇ ਮਾਰਗ 'ਤੇ, ਸੱਚ ਦੇ ਮਾਰਗ 'ਤੇ, ਭਜਨ ਦੇ ਮਾਰਗ 'ਤੇ ਪਾ ਰਹੇ ਹੈ। ਵਾਹਿਗੁਰੂ ਦਾ ਭਜਨ ਹੀ ਸਾਰਿਆਂ ਤੋਂ ਸ੍ਰੇਸ਼ਟ ਹੈ। ਮਹਾਰਾਜ ਦਾ ਬਚਨ ਆਉਂਦਾ ਸੁਖਮਣੀ ਸਾਹਿਬ ਵਿੱਚ, ਬਹੁਤ ਸਿਆਣਪ ਜਮ ਕਾ ਭਉ ਵਿਆਪੈ, ਅਣਕ ਜਤਨ ਕਰ ਤ੍ਰਿਸ਼ਨ ਨਾ ਤਰਪੈ। ਭੇਖ ਅਨੇਕ ਅਗਣ ਨਹੀਂ ਬੁਝੈ, ਕੋਟ ਉਪਾਵ ਦਰਗਹਿ ਨਹੀਂ ਸਜੈ।
ਛੂਟ ਸੁਨਾਹੀ ਊਬ ਪਿਆਲ, ਮੋਹਿ ਵਿਆਪਹਿ ਮਾਇਆ ਜਾਲ। ਅਵਰ ਕਰਤੂਤ ਸਗਲੀ ਜਮ ਡਾਨੈ, ਗੋਬਿੰਦ ਭਜਨ ਬਿਨ ਦਿਲ ਨਹੀਂ ਮਾਨੈ। ਇਹ ਮਹਾਰਾਜ ਦਾ ਬਚਨ ਸੁਖਮਣੀ ਸਾਹਿਬ 'ਚ ਆਉਂਦਾ ਹੈ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ, ਜਮ ਡਾਨੈ, ਜਮਾਂ ਦਾ ਡੰਨ ਸਜ਼ਾ ਹੀ ਹੈ। ਅਵਰ ਕਰਤੂਤ ਸਗਲੀ ਜਮ ਡਾਨੈ, ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੈ। ਤੇਰੀ ਤਿਲ ਮਾਤਰ ਵੀ ਮੰਨੀ ਨਹੀਂ ਜਾਊਗੀ। ਹੁਣ ਅੱਛਾ, ਤਿਲ ਕਿੰਨਾ ਕੁ ਹੁੰਦਾ ਹੈ? ਤਿਲ ਕਿੰਨਾ ਕੁ ਹੁੰਦਾ ਹੈ? ਛੋਟਾ ਜਿਹਾ ਹੁੰਦਾ ਨਾ ਤਿਲ, ਉਨੀ ਕੀ ਵੀ ਨਹੀਂ ਮੰਨੀ ਜਾਣੀ। ਮਹਾਰਾਜ ਕਹਿੰਦੇ ਦੁਨੀਆ ਤੇ ਤਾਂ ਤੇਰੀ ਬਹੁਤ ਚੱਲਦੀ ਹੈ, ਦੁਨੀਆ ਤਾਂ ਤੇਰੀ ਬਹੁਤ ਮੰਨਦੀ ਹੈ। ਇਹ ਤੇਰੇ ਪਰਿਵਾਰ ਸਾਕ ਸੰਬੰਧੀ ਤਾਂ ਤੇਰੇ ਬੜੇ ਮੰਨਦੇ। ਮਹਾਰਾਜ ਕਹਿੰਦੇ ਨੇ ਉਸ ਵਾਹਿਗੁਰੂ ਦੀ ਦਰਗਾਹ ਵਿੱਚ ਤੇਰੀ ਤਿਲ ਮਾਤਰ ਵੀ ਮੰਨੀ ਨਹੀਂ ਜਾ ਸਕਦੀ। ਵਾਹਿਗੁਰੂ ਜੀ ਦੇ ਭਜਨ ਤੋਂ ਬਿਨਾਂ ਜਿੰਨੇ ਸਾਡੀ ਕਰਤੂਤ ਭਾਵ ਕਰਤੱਵ ਨੇ, ਕਰਮ ਨੇ, ਸਭ ਜਮਾਂ ਦੇ ਵਸ ਪਾਉਣ ਵਾਲੇ। ਅਵਰ ਕਰਤੂਤ ਸਗਲੀ ਜਮ ਡਾਨੈ, ਉਹਦੇ ਨਾਮ ਤੋਂ ਬਿਨਾਂ, ਧਰਮ ਕਰਮ ਤੋਂ ਬਿਨਾਂ, ਸੱਚੇ ਪਾਤਸ਼ਾਹ ਮਹਾਰਾਜ ਵਾਹਿਗੁਰੂ ਨਿਰੰਕਾਰ ਜੀ ਤੋਂ ਬਿਨਾਂ ਜਮਾਂ ਦੇ ਵਸ ਪਏ ਰਹਾਂਗੇ। ਇਸ ਕਰਕੇ ਇਹ ਮਰਿਆਦਾ ਗੁਰੂ ਸਾਹਿਬ ਨੇ ਧਰਮ ਵਿਚਾਰਧਾਰਾ ਕਿਹੜੀ ਦਿੱਤੀ ਹੈ? ਸਰਬ ਧਰਮ ਮੇ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਸਾਰਿਆਂ ਤੋਂ ਨਿਰਮਲ ਕਰਮ, ਸ਼ੁੱਧ ਕਰਮ ਕਿਹੜਾ ਹੈ? ਵਾਹਿਗੁਰੂ ਦਾ ਨਾਮ ਧਿਆਉਣਾ। ਸਤ ਸੰਗਤ ਵਿੱਚ ਆ ਕੇ ਗੁਰੂ ਸਾਹਿਬ ਦੇ ਨਾਮ ਦੀ ਆਰਾਧਨਾ ਕਰਨੀ, ਗੁਰਬਾਣੀ ਪੜ੍ਹਦੇ ਰਹਿਣਾ, ਅਰਸਨਾ ਦੇ ਨਾਲ ਭਜਨ ਕਰਨਾ। ਭਜਨ ਕਰਕੇ ਹੀ ਸ਼ੁੱਧਤਾ ਆਏਗੀ। ਇੱਕ ਨਾ ਗੁਰਬਾਣੀ 'ਚ ਇੱਕ ਬਚਨ ਆਉਂਦਾ ਹੈ। ਮਹਾਰਾਜ ਕਹਿੰਦੇ, ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਬਚਨ ਹੈ, ਤੇਰਾ ਨਾਮ ਕਰੀ ਚਰਨ ਨਾਠੀਐ, ਜੇ ਮਨ ਉਰਸਾ ਹੋਏ। ਅੱਛਾ, ਉਰਸੇ ਤੇ ਇੱਕ ਚਕਲੇ ਦੀ ਨਾ ਸ਼ਕਲ ਦੀ ਉਹਨੂੰ ਪੱਥਰ ਦਾ ਹੁੰਦਾ ਆ। ਮੈਂ ਚਕਲਾ ਹੁੰਦਾ ਨਾ, ਸਾਧ ਸੰਗਤ ਜੀ ਤੇ ਪ੍ਰਸ਼ਾਦਾ ਪਾਣੀ ਬਣਾਉਣੇ ਆ, ਉਸ ਦੀ ਸ਼ਕਲ ਵਰਗਾ ਇੱਕ ਗੋਲ ਜਿਹਾ ਪੱਥਰ ਹੁੰਦਾ, ਉਸ ਨੂੰ ਉਰਸਾ ਕਹਿੰਦੇ ਨੇ। ਉਹਦੇ ਤੇ ਚੰਦਨ ਨੂੰ ਰਗੜਿਆ ਜਾਂਦਾ ਹੈ। ਚੰਦਨ ਨੂੰ ਰਗੜ ਕੇ ਉਸ ਦਾ ਸਾਧ ਸੰਗਤ ਜੀ ਲੇਪ ਸਰੀਰ ਤੇ ਕੀਤਾ ਜਾਂਦਾ ਹੈ। ਚੰਦਨ ਨੂੰ ਰਗੜ ਕੇ ਲਾਇਆ ਜਾਂਦਾ ਸਰੀਰ ਤੇ, ਉਰਸੇ ਤੇ ਰਗੜ ਕੇ। ਮਹਾਰਾਜ ਕਹਿੰਦੇ ਨੇ ਵਾਹਿਗੁਰੂ ਦੀ ਬਾਣੀ, ਪਰਮੇਸ਼ਰ ਦਾ ਨਾਮ ਚੰਦਨ ਵਰਗਾ ਠੰਡਾ ਉੱਤਮ ਹੈ। ਮਹਿੰਗਾ ਬੜਾ ਹੈ, ਚੰਦਨ ਬੜਾ ਮਹਿੰਗਾ ਹੈ, ਲੱਕੜ ਬੜੀ ਮਹਿੰਗੀ ਹੈ। ਮਹਾਰਾਜ ਕਹਿੰਦੇ ਨੇ ਵਾਹਿਗੁਰੂ ਦਾ ਨਾਮ ਚੰਦਨ ਵਰਗਾ ਠੰਡਾ ਉੱਤਮ ਹੈ, ਸ੍ਰੇਸ਼ਟ ਹੈ। ਆਪਣੇ ਮਨ ਰੂਪੀ ਉਰਸੇ ਤੇ ਚਕਲੇ ਦੀ ਜੋ ਸ਼ਕਲ ਵਰਗਾ ਮਨ ਹੈ ਨਾ, ਰਗੜੇ ਦੇ ਤੇ, ਉਸ ਨੂੰ ਉਰਸਾ ਆਖਿਆ। ਜਿਹਤੇ ਰਗੜਦੇ ਨਾ, ਉਰਸਾ ਆਖਿਆ। ਮਨ ਰੂਪੀ ਉਰਸੇ ਤੇ ਰਗੜ ਨਾਮ ਰੂਪੀ ਚੰਦਨ ਨੂੰ, ਫਿਰ ਆਪਣੇ ਇੰਦਰੀਆਂ ਤੇ ਲਾ, ਅੱਖਾਂ ਤੇ ਲਾ। ਗਲਤ ਨਾ ਵੇਖਣ, ਗਲਤ ਨਾ ਬੋਲਣ, ਗਲਤ ਨਾ ਸੁਣਨ। ਹਿਰਦੇ ਤੇ ਲਾ, ਹਿਰਦਾ ਠੰਡਾ ਹੋ ਜੇ। ਕਲ ਤਾਤੀ ਠੰਡਾ ਹਰ ਨਾਉ। ਰਗੜੇ ਨਹੀਂ ਨਾ, ਚੰਗੀ ਤਰ੍ਹਾਂ ਨਹੀਂ ਰਗੜਿਆ। ਜਦੋਂ ਗੁਰੂ ਰੂਪੀ, ਨਾਮ ਰੂਪੀ ਚੰਦਨ, ਗਿਆਨ ਰੂਪੀ ਚੰਦਨ ਚੰਗੀ ਤਰ੍ਹਾਂ ਰਗੜ ਕੇ ਲਾਵਾਂਗੇ ਸਰੀਰ ਤੇ, ਹਿਰਦੇ ਤੇ, ਮਨ ਸ਼ਾਂਤ ਹੋ ਜਾਏਗਾ। ਵਿਕਾਰ ਛੱਡਣੇ ਨਹੀਂ ਹੈਗੇ, ਅੱਖਾਂ ਬੰਦ ਨਹੀਂ ਕਰਨੀਆਂ, ਆਪਦੇ ਆਪ ਹੀ ਸਭ ਕੁਝ ਹੋ ਜਾਵੇਗਾ।
ਜਦੋਂ ਤੂੰ ਵਾਹਿਗੁਰੂ ਦੇ ਧਰਮ 'ਚ ਰਹਿਣਾ ਸਿੱਖ ਲਿਆ ਨਾ, ਤੇਰੀਆਂ ਅੱਖਾਂ ਮੁੜ ਜਾਣੀਆਂ, ਦੁਨੀਆ ਵੱਲੋਂ ਮੁੜ ਜਾਣਗੀਆਂ, ਪਰਾਏ ਰੂਪ ਵੇਖਣ ਤੋਂ ਮੁੜ ਜਾਣਗੀਆਂ, ਮਾੜਾ ਸੁਣਨ ਬੋਲਣ ਤੋਂ ਆਪਦੇ ਆਪ ਹੀ ਮੁੜ ਜਾਣਗੀਆਂ। ਬਸ ਤੂੰ ਮਨ ਨੂੰ ਪੱਕਾ ਕਰਕੇ ਵਾਹਿਗੁਰੂ ਪਰਮੇਸ਼ਰ ਦੇ ਨਾਮ 'ਚ ਉਹ ਤੂੰ ਲਿਵ ਲਾ ਲੈ, ਨਾਮ ਚੰਦਨ ਨੂੰ, ਗਿਆਨ ਨੂੰ ਰਗੜ ਕੇ ਲਾ ਲੈ, ਆਪਣੇ ਅੰਤਸ਼ਕਰਨ ਦੇ ਹਿਰਦੇ ਤੇ ਲਾ ਲੈ। ਤੇ ਕਹਿੰਦੇ ਸਤਿਗੁਰੂ ਜੀ ਕਹਿੰਦੇ ਭਾਈ ਫਿਰ ਵਿਕਾਰ ਆਪਦੇ ਆਪ ਚਲੇ ਜਾਣਗੇ, ਮਨ ਠੰਡਾ ਹੋ ਜਾਏਗਾ। ਅੱਜ ਜੋ ਵਿਕਾਰਾਂ ਦੇ ਵਿੱਚ ਮਨ ਸਾਧ ਸੰਗਤ ਜੀ ਤਪ ਰਿਹਾ, ਉਹ ਪਠਿਆਰੇ ਦੇ ਸਾਧ ਸੰਗਤ ਜੀ ਭੱਠ ਵਾਂਗ ਮਨ ਅੱਜ ਭੁੱਜ ਰਿਹਾ, ਤੇ ਗੁਰੂ ਸਾਹਿਬ ਕਹਿੰਦੇ ਠੰਡਾ ਹੋ ਜਾਏਗਾ ਮਨ। ਤਾਂ ਹੀ ਤੇ ਆਖਿਆ ਨਾ, ਨਾਨਕ ਸੀਤਲੰਗ ਸਾਧ ਸਵੱਜਣ ਹੈ। ਉਹ ਸੀਤਲੰਗ, ਉਹ ਠੰਡ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਸੰਗਤ 'ਚ ਹੈ, ਮਹਾਰਾਜ ਦੇ ਦੁਆਰੇ 'ਤੇ ਹੈ, ਗੁਰੂ ਸਾਹਿਬ ਦੀ ਬਾਣੀ 'ਚ ਹੈ। ਕਲ ਤਾਤੀ ਠੰਡਾ ਹਰ ਨਾਉ, ਸਿਮਰ ਸਿਮਰ ਸਦਾ ਸੁਖ ਪਾਉ। ਆਪਦੇ ਆਪ ਹੀ ਛੱਡ ਹੋ ਜਾਏਗਾ। ਇਸ ਕਰਕੇ ਧਰਮ ਕਿਹੜਾ, ਸਾਰਿਆਂ ਤੋਂ ਵੱਡਾ ਧਰਮ ਕਿਹੜਾ ਏ? ਸਤਿਗੁਰਾਂ ਜੀ ਦੇ ਨਾਮ ਨੂੰ ਜਪਣਾ। ਇਸ ਕਰਕੇ ਗੋਬਿੰਦ ਭਜਨ ਬਿਨ ਦਿਲ ਨਹੀਂ ਮਾਨੈ, ਉਸ ਦਰਗਾਹ ਤੇ ਤਿਲ ਮਾਤਰ ਵੀ ਤੇਰੀ ਵਾਹਿਗੁਰੂ ਦੇ ਨਾਮ ਤੋਂ ਬੜਾ ਮੰਨੀ ਨਹੀਂ ਜਾਏਗੀ। ਜਿੱਡਾ ਵੱਡਾ ਤੂੰ ਮਰਜ਼ੀ ਹੋਵੇਂ, ਜਿਹੜਾ ਮਰਜ਼ੀ ਤੇਰਾ ਕਰਮ ਕੀਤਾ ਹੋਵੇ, ਪਰ ਗੋਬਿੰਦ ਭਜਨ ਬਿਨ ਦਿਲ ਨਹੀਂ ਮਾਨੈ। ਹਰ ਕਾ ਨਾਮ ਜਪਤ ਦੁਖ ਜਾਏ, ਨਾਨਕ ਬੋਲਿਆ ਸਹਿਜ ਸੁਭਾਏ। ਇਉਂ ਮਹਾਰਾਜ ਜੀ ਦੱਸਦੇ ਐ। ਇਸੇ ਕਰਕੇ ਭਾਈ ਰਸਨਾ ਦੁਆਰਾ ਸਹਿਜ ਸੁਭਾਅ, ਕਾਲੀ ਕਰਨ ਦੀ ਲੋੜ ਨਹੀਂ ਹੈ। ਸਹਿਜ ਦਾ ਰਸਤਾ ਹੈ, ਇਹ ਤੇ ਪ੍ਰੇਮ ਦਾ ਮਾਰਗ ਹੈ। ਹਾਂ, ਪਰ ਹੱਠ ਜ਼ਰੂਰ ਕਰਨਾ ਪਊਗਾ, ਮਨ ਨੂੰ ਲਾਉਣਾ ਜ਼ਰੂਰ ਪਊਗਾ। ਪ੍ਰੇਮ ਕਰਕੇ ਲਾ ਲਓ ਮਨ ਨੂੰ। ਸਾਧ ਸੰਗਤ ਜੀ ਹੱਠ ਕਰਕੇ ਜਦੋਂ ਮਨ ਨੂੰ ਇੱਕ ਵਾਰ ਲਾ ਲਵਾਂਗੇ ਨਾ, ਮਹੀਨਾ ਕੁ 2 ਮਹੀਨੇ ਰੱਖਾਂਗੇ ਹੱਠ ਕਰਕੇ, ਫਿਰ ਮਨ ਆਪਦੇ ਆਪ ਹੀ ਮੁੜ ਜਾਏਗਾ। ਸਾਧ ਸੰਗਤ ਜੀ ਜਦੋਂ ਪਾਣੀ ਦਾ ਵਹਿਣ ਵਗਦਾ ਹੋਵੇ ਨਾ ਬਹੁਤਾ, ਉਦੋਂ ਬੰਨ ਲਾਉਣਾ ਬੜਾ ਔਖਾ ਹੈ। ਵਗਦੇ ਪਾਣੀ ਨੂੰ ਸਾਧ ਸੰਗਤ ਜੀ ਬੰਨ ਲਾਉਣਾ ਔਖਾ ਆ। ਊਂ ਤੇ ਹਰੇਕ ਹੀ ਬੰਨ ਮਾਰੀ ਜਾਊਗਾ, ਪਰ ਵਗਦੇ ਪਾਣੀ ਨੂੰ, ਚੱਲ ਰਹੇ ਪਾਣੀ ਨੂੰ ਰੋਕਣਾ। ਇਸੇ ਤਰ੍ਹਾਂ ਸਾਧ ਸੰਗਤ ਜੀ ਇਹ ਜਿਹੜਾ ਮਨ ਹੈ ਵਿਕਾਰਾਂ ਰੂਪੀ ਪਾਣੀ 'ਚ ਰੁੜ ਰਿਹਾ, ਵਹਿ ਰਿਹਾ, ਇਹਨੂੰ ਰੋਕਣਾ ਔਖਾ ਹੈ। ਰੋਕਿਆ ਜਾ ਸਕਦਾ ਮਹਾਰਾਜ ਦੇ ਨਾਮ ਨਾਲ, ਮਰਿਆਦਾ ਨਾਲ। ਜਿੱਦੇ ਅੰਮ੍ਰਿਤ ਛਕ ਲਿਆ, ਉਹਦੇ ਗੁਰੂ ਨੇ ਤੇਰਾ ਬੰਨ ਲਾਤਾ। ਮੂੰਹ ਤੇ, ਕੰਨਾਂ ਤੇ, ਰਸਨਾਂ ਤੇ, ਅੱਖਾਂ ਤੇ, ਸਰੀਰ ਤੇ, ਤੇਰੇ ਸਾਰੇ ਸਰੀਰ ਤੇ ਬੰਨ ਲਾਤਾ। ਹੱਥਾਂ ਤੇ, ਪੈਰਾਂ ਤੇ ਬੰਨ ਲਾਇਆ ਹੋਇਆ। ਹਾਂ, ਕਈ ਬੰਨ ਖੋਲੀ ਫਿਰਦੇ ਐ। ਸਾਧ ਸੰਗਤ ਜੀ ਅੰਮ੍ਰਿਤ ਛਕ ਕੇ ਵੀ ਗੁਰੂ ਸਾਹਿਬ ਨੇ ਤਾਂ ਬੰਨ ਲਾਇਆ ਕਿ ਜੋ ਭਜਨ ਜਾਪ ਪਰਮੇਸ਼ਰ ਦਾ ਕਰੇਗਾ ਤੇਰੇ ਕੋਲ ਹੀ ਰਹੇਗਾ, ਪਰ ਸਭ ਕੁਝ ਵਿਕਾਰਾਂ 'ਚ ਹੀ ਵਹਾ ਦਿੱਤਾ। ਇਉਂ ਇਹੋ ਜਿਹੀ ਵੀ ਸਾਧ ਸੰਗਤ ਜੀ ਮੂਰਖ ਪੁਰਖ ਹੁੰਦੇ ਆ, ਧਿਆਨ ਹੀ ਨਹੀਂ ਰੱਖਦੇ। ਬੰਨ ਕੀ ਲਾਇਆ? ਨਿੰਦਿਆ ਨਹੀਂ ਕਰਨੀ, ਪਰ ਸਾਰੀ ਦਿਹਾੜੀ ਕਰਦੇ ਰਹਿੰਦੇ ਆ, ਚੁਗਲੀਆਂ ਦੋਸ਼ ਕੱਢਦੇ ਆ। ਮਹਾਰਾਜ ਕਹਿੰਦੇ ਨਿੰਦਿਆ ਨਹੀਂ ਸੁਣਨੀ, ਸੁਣਦੇ ਰਹਿੰਦੇ ਆ। ਉਸਤਤ ਨਿੰਦਿਆ ਨਾਹੀਂ ਜਿਹੇ ਕੰਚਨ ਲੋਹ ਸਮਾਨ, ਬਚਨ ਮਹਾਰਾਜ ਨੇ ਕੀਤਾ ਹੈ। ਇਸ ਕਰਕੇ ਗੁਰਮੁਖੋ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਤੇ ਜਦੋਂ ਆਉਣੇ ਆ ਨਾ, ਉਦੋਂ ਇਹੀ ਬੇਨਤੀਆਂ ਕਰੀਏ, ਮਹਾਰਾਜ ਆਪਣੇ ਬਣਾ ਲੈ, ਕਿਰਪਾ ਕਰ। ਸੋ ਆਓ ਭਗਤ ਕਬੀਰ ਮਹਾਰਾਜ ਦੇ ਜੋ ਸ਼ਲੋਕ ਆਪ ਜੀ ਸਰਵਣ ਕਰਦੇ ਹੋ ਹਰ ਰੋਜ਼, ਸੱਚੇ ਪਾਤਸ਼ਾਹ ਜੀ ਬਹੁਤ ਦਇਆ ਕਰ ਰਹੇ ਨੇ, ਕਿਰਪਾ ਕਰ ਰਹੇ ਨੇ, ਆਪਣੇ ਮੁਖਾਰ ਬਿੰਦ ਤੋਂ ਬਚਨ ਉਚਾਰਦੇ ਹਨ। ਆਓ ਮਨ ਚਿਤ ਬਿਰਤੀਆਂ ਨੂੰ ਇਕਾਗਰ ਕਰਕੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਪਵਿੱਤਰ ਕਥਾ ਨੂੰ ਸਰਵਣ ਕਰੀਏ ਜੀ। ਸਤਨਾਮ ਵਾਹਿਗੁਰੂ ਜੀ। ਕਬੀਰ ਮਹਿਦੀ ਕਰ ਘਾਲਿਆ। ਸਾਧ ਸੰਗਤ ਜੀ ਭਗਤ ਕਬੀਰ ਸਾਹਿਬ ਜੀ ਕਥਨ ਕਰਦੇ ਐ, ਇੱਥੇ ਜੀਵ ਰੂਪੀ ਇਸਤਰੀ ਨੂੰ ਉਪਦੇਸ਼ ਦਿੰਦੇ ਐ। ਮਹਾਰਾਜ ਕਹਿੰਦੇ ਆਪਣੀਆਂ ਜਿਹੜੀਆਂ ਅਸਥੂਲ ਵਾਸ਼ਨਾਵਾਂ ਹੈ ਨਾ,
ਜਿਹੜੇ ਤੇਰੇ ਮਨ ਤਨ ਨੂੰ ਲੱਗੀਆਂ ਨੇ ਉਹਨੂੰ ਕਹਿੰਦੇ ਪੀਸਾਏ। ਮਹਿੰਦੀ ਵਾਂਗ ਸੱਚੇ ਪਾਤਸ਼ਾਹ ਕਹਿੰਦੇ ਪੀਸ ਲੈ, ਇਹ ਘਾਲ ਕਮਾਈ ਕਰ, ਮਹਿੰਦੀ ਕਰ ਘਾਲੇ ਆ। ਆਖਣ ਲੱਗੇ ਨੇ ਜਿਵੇਂ ਉਹ ਮਹਿੰਦੀ ਨੂੰ ਨਾ ਸਾਧ ਸੰਗਤ ਜੀ ਰਗੜ ਕੇ ਲਾਇਆ ਜਾਂਦਾ ਸੀ, ਇਸੇ ਪ੍ਰਕਾਰ ਗੁਰੂ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਆਪਣੀਆਂ ਜਿਹੜੀਆਂ ਵਾਸ਼ਨਾਵਾਂ ਨੇ, ਤੇਰੇ ਜਿਹੜੇ ਸੰਕਲਪ ਵਿਕਲਪ ਨੇ ਉਸ ਨੂੰ ਰਗੜ ਲੈ। ਮਹਾਰਾਜ ਕਹਿੰਦੇ ਰਗੜ ਕੇ ਭਾਵ ਉਸ ਨੂੰ ਪੀਸ ਪੀਸ ਕੇ ਸੱਚੇ ਪਾਤਸ਼ਾਹ ਜੀ ਕਹਿੰਦੇ ਸੂਖਮ ਵਾਸ਼ਨਾਵਾਂ ਨੂੰ ਮਹਿੰਦੀ ਦੀ ਤਰ੍ਹਾਂ ਬਣਾ ਲੈ। ਆਪ ਪੀਸਾਏ ਪੀਸਾਏ, ਆਪ ਪੀਸਾਏ ਪੀਸਾਏ। ਆਖਣ ਲੱਗੇ ਨੇ ਪੀਸ ਪੀਸ ਕੇ ਵਾਸ਼ਨਾਵਾਂ ਨੂੰ ਚੂਰਾ ਕਰ ਦੇ। ਬਚਨ ਵੀ ਆਉਂਦਾ ਮਹਾਰਾਜ ਦਾ ਇੱਕ ਥਾਂ ਤੇ, ਕਹਿੰਦੇ ਮਹਾਰਾਜ ਕਹਿੰਦੇ ਵਾਹਿਗੁਰੂ ਜੀ ਦੇ ਨਾਮ ਨੇ ਵਾਸ਼ਨਾਵਾਂ ਦਾ ਚੂਰਾ ਬਣਾ ਦਿੱਤਾ, ਭਾਵ ਕਿ ਖਤਮ ਕਰ ਦਿੱਤੀ ਇਹ ਵਾਸ਼ਨਾ। ਇਸ ਕਰਕੇ ਕਿਉਂਕਿ ਵਾਸ਼ਨਾ ਹੀ ਅਗਲੇ ਜਨਮ ਦਿਵਾਉਂਦੀ ਹੈ ਨਾ, ਜਿਹੜੀ ਵੀ ਵਾਸ਼ਨਾ ਹੋਏਗੀ। ਜੇ ਤਾਂ ਹਰੀ ਦੀ ਵਾਸ਼ਨਾ ਇਹੀ ਚੰਗੀ ਹੈ ਇਕੱਲੀ, ਸਾਧ ਸੰਗਤ ਜੀ ਭਜਨ ਜਾਪ ਕਰਨਾ ਇਹੀ ਵਾਸ਼ਨਾ ਚੰਗੀ ਹੈ, ਅਦਰਵਾਈਜ਼ ਹੋਰ ਜਿਹੜੀਆਂ ਵਾਸ਼ਨਾਵਾਂ ਨੇ ਉਹ ਤੇ ਜਨਮ ਹੀ ਦਿਵਾਉਂਦੀਆਂ ਨੇ। ਫਿਰ ਦੇਖੋ ਗੁਰਮੁਖੋ ਇਹ ਜਿਹੜਾ ਗੇੜਾ ਹੈ ਨਾ ਕਦੇ ਖਤਮ ਨਹੀਂ ਜੇ ਹੁੰਦਾ। ਮਨੁੱਖਾ ਜਨਮ ਲਾਸਟ ਜਨਮ ਹੈ, ਅਵੇਸਲੇ ਹੋਏ ਫਿਰਦੇ ਆ, ਧਿਆਨ ਹੀ ਨਹੀਂ ਰੱਖਦੇ। ਇੰਨੇ ਅਵੇਸਲੇ ਹੋਏ ਫਿਰਦੇ ਆ ਕਿ ਭਜਨ ਕਰਨ ਦਾ ਕਹਿੰਦੇ ਸਮਾਂ ਹੀ ਨਹੀਂ ਹੈ ਸਾਡੇ ਪਾਸ। ਬਹੁਤ ਅਵੇਸਲੇ ਹੋ ਗਏ। ਕਿੰਨਾ ਜਨਮ ਸਾਧ ਸੰਗਤ ਜੀ ਅਜਾਈ ਲੰਘਾ ਦਿੱਤਾ। ਹੁਣ ਤੇ ਬੰਦੇ ਬਣ ਜੀਏ, ਹੁਣ ਤੇ ਭਜਨ ਕਰ ਲਈਏ। ਲਾਸਟ ਜਨਮ ਹੈ, ਉਹ ਵੀ ਅਸੀਂ ਵਾਸ਼ਨਾਵਾਂ 'ਚ ਪੈ ਕੇ ਲੰਘਾ ਦਿੱਤਾ। ਫਿਰ ਕਦੋਂ ਸਮਾਂ ਆਉਣਾ, ਫਿਰ ਕਦੋਂ ਸੇ ਦੇਹ ਆਵੇ, ਫਿਰ ਕਦੋਂ ਦਿਨ ਉਹ ਆਵੇਗਾ ਤੇਰੇ ਤੇ। ਇਸ ਕਰਕੇ ਗੁਰਮੁਖੋ ਇਹ ਪੱਕਿਆ ਹੋਇਆ ਫਲ ਹੈ। ਹੁਣ ਜਦੋਂ ਹੁਣ ਟੁੱਟ ਗਿਆ ਨਾ, ਹੁਣ ਦੁਬਾਰੇ ਨਹੀਂ ਲੱਗੇਗਾ। ਇਸ ਕਰਕੇ ਅਵੇਸਲੇ ਹੋਏ ਫਿਰਦੇ ਆ, ਵਾਹਿਗੁਰੂ ਪਰਮੇਸ਼ਰ ਦਾ ਭਜਨ ਕਰਦੇ ਹੀ ਨਹੀਂ ਹੈ, ਬਾਣੀ ਤੱਕ ਨਹੀਂ ਪੜ੍ਹਦੇ ਸਾਧ ਸੰਗਤ ਜੀ, ਸਤ ਸੰਗਤ ਨਹੀਂ ਕਰਦੇ। ਆਪਣੇ ਮਨ ਰੂਪੀ ਇਹ ਜੋ ਹੈਗਾ ਨਾ ਸਾਧ ਸੰਗਤ ਜੀ ਵਾਸ਼ਨਾ ਦੇ ਪਾਣੀ ਵਿੱਚ ਮਨ ਵਹਿ ਰਿਹਾ, ਇਸ ਨੂੰ ਬੰਨ ਨਹੀਂ ਮਾਰਦੇ, ਰੋਕਦੇ ਤੱਕ ਨਹੀਂ ਹੈ। ਗੁਰੂ ਦੇ ਬਚਨਾਂ ਨਾਲ, ਗੁਰੂ ਦੇ ਹੁਕਮਾਂ ਨਾਲ ਰੁਕਣਾ ਆ, ਨਹੀਂ ਰੁਕ ਨਹੀਂ ਸਕਦਾ। ਜਦੋਂ ਗੁਰੂ ਦਾ ਪ੍ਰੇਮ ਹੋਵੇਗਾ, ਭੈ ਹੋਵੇਗਾ, ਜਮਾ ਦਾ ਡਰ ਹੋਵੇਗਾ, ਉਸ ਵੇਲੇ ਮਨ ਨੇ ਰੁਕਣਾ। ਸਾਧ ਸੰਗਤ ਜੀ ਨਹੀਂ, ਮਨ ਨਹੀਂ ਰੁਕਦਾ, ਨਹੀਂ ਮਨ ਰੁਕੇਗਾ ਸਾਧ ਸੰਗਤ ਜੀ। ਡਰ ਕਰਕੇ ਹੀ ਮਨ ਰੁਕਦਾ ਨਾ। ਰਾਮਚੰਦ ਕੀ ਲਸਟਕਾ ਜਿਨ ਮਾਰਿਆ ਰੋਗ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਬਿਲਾਵਲ ਰਾਗ 'ਚ ਬਚਨ ਕਰਦੇ, ਹਰ 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 ਆਰਾਧੀ ਹੈ ਹੋਈ ਹੈ ਆਰੋਗ। ਮਹਾਰਾਜ ਕਹਿੰਦੇ ਨੇ ਹਰੀ ਨੂੰ ਅਰਾਧ ਮਨ ਨਾਲ, ਤਨ ਨਾਲ, ਰਸਨਾ ਨਾਲ। ਹਰ 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 ਆਰਾਧੀ ਹੈ ਹੋਈ ਹੈ ਆਰੋਗ। ਅਰੋਗ ਹੋ ਜਾ ਕਹਿੰਦੇ, ਰੋਗਾਂ ਤੋਂ ਰਹਿਤ ਹੋ ਜਾ। ਰਾਮਚੰਦ ਕੀ ਲਸਟਕਾ, ਉਹ ਜੋ ਰਮਿਆ ਹੋਇਆ ਰਾਮਚੰਦਰ ਦੇ ਸਮਾਨ ਹੈ। ਸੱਚੇ ਪਾਤਸ਼ਾਹ ਕਹਿੰਦੇ ਚੰਦਰਮਾ ਨੂੰ ਸੁੰਦਰ ਮੰਨਿਆ ਨਾ, ਸੋਹਣਾ ਮੰਨਦੇ, ਚਿੱਟਾ ਚਿੱਟਾ ਪਿਆ ਨਾ ਚੰਦਰਮਾ। ਮਹਾਰਾਜ ਕਹਿੰਦੇ ਉਹ ਜੋ ਵਾਹਿਗੁਰੂ ਪਰਮੇਸ਼ਰ ਚੰਦਰਮੇ ਦੇ ਨਿਆਈ ਠੰਡਾ ਹੈ, ਸੋਹਣਾ ਹੈ। ਰਾਮਚੰਦ ਕੀ ਲਸਟਕਾ, ਲਸਟਕਾ ਦਾ ਭਾਵ ਹੈ ਡੰਡਾ। ਜਦੋਂ ਗੁਰੂ ਸਾਹਿਬ ਪਰਮੇਸ਼ਰ ਦਾ ਨਾਮ ਰੂਪੀ ਡੰਡਾ, ਗਿਆਨ ਰੂਪੀ ਡੰਡਾ ਮਨ ਤੇ ਲਾਵੇਂਗਾ, ਜਿਨ ਮਾਰਿਆ ਰੋਗ, ਉਹ ਡੰਡੇ ਮਾਰਨ ਦੇ ਨਾਲ ਤੇਰਾ ਜਿਹੜਾ ਰੋਗ ਹੈ ਨਾ ਮਨ ਦਾ, ਨਾਸ਼ ਹੋ ਜਾਏਗਾ। ਇਸ ਕਰਕੇ ਅਵੇਸਲੇ ਹੋਏ ਫਿਰਦਿਆਂ ਧਿਆਨ ਹੀ ਨਹੀਂ ਦਿੰਦੇ। ਖਾ ਲਿਆ, ਪੀ ਲਿਆ, ਸੌਂ ਲਿਆ, ਮੌਜਾਂ ਮਾਣ ਲੀਆਂ, ਗੱਲਾਂ ਕਰ ਲੀਆਂ ਦੁਨੀਆ ਨਾਲ, 4-4 ਘੰਟੇ ਬਹਿ ਕੇ ਉਹਦੀ ਚੁਗਲੀ ਨਿੰਦਿਆ ਸਤੁਤੀ ਕਰ ਲਈ। ਬਸ ਆਦਿ ਇਹੀ ਬਸ ਜਨਮ, ਆਹੀ ਕੰਮਾਂ 'ਚ ਜਨਮ ਲਗਾ ਰਹੇ ਆ। ਧਿਆਨ ਹੀ ਨਹੀਂ ਦਿੱਤਾ ਕਦੇ ਸਾਧ ਸੰਗਤ ਜੀ। ਇਹ ਕਿਉਂ ਨਹੀਂ ਚੇਤੇ ਰੱਖਦੇ? ਤੇਰੇ ਮਾਰ ਪਏਗੀ ਫਿਰ ਤੈਨੂੰ। ਕਦੋਂ ਫਿਰ ਤੂੰ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪੇਗਾ, ਕੀ ਕਰੇਗਾ ਫਿਰ? ਉਹ ਤੇ ਕਹਿੰਦੇ ਨੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੈ। ਮਹਾਰਾਜ ਦਾ ਬਚਨ ਹੈ ਸੱਚੇ ਪਾਤਸ਼ਾਹ ਦਾ, ਇੱਕ ਤਿਲ ਮਾਤਰ ਵੀ ਤੇਰੀ ਮੰਨੀ ਨਹੀਂ ਜਾਏਗੀ। ਆਖਣ ਲੱਗੇ ਹਨ
ਕਬੀਰ ਮਹਿਜੀ ਕਰ ਘਾਲਿਆ। ਮਹਿੰਦੀ ਦੀ ਨਿਆਈ ਸੱਚੇ ਪਾਤਸ਼ਾਹ ਕਹਿੰਦੇ ਮਹਿੰਦੀ ਦੀ ਨਿਆਈ ਕਰ ਘਾਲਿਆ। ਇਹ ਤੂੰ ਕਮਾਈ ਕਰ, ਕੀ ਕਮਾਈ ਕਰ ਦੱਸਦੇ ਹਨ। ਆਪ ਪਿਸਾਏ ਪਿਸਾਏ। ਆਪਣੀਆਂ ਵਾਸ਼ਨਾਵਾਂ ਨੂੰ ਪੀਸ ਪੀਸ ਦੇ ਮਹਾਰਾਜ ਕਹਿੰਦੇ ਚੂਰਾ ਬਣਾ ਦੇ। ਰਾਮਚੰਦ ਕੀ ਲਸਟਕਾ ਨਾਮ ਰੂਪੀ ਡੰਡਾ, ਗਿਆਨ ਰੂਪੀ ਡੰਡਾ ਲਾ ਕੇ ਇਹ ਮਹਾਰਾਜ ਕਹਿੰਦੇ ਮਨ ਨੂੰ ਮੋੜ ਲੈਣਾ ਕਰ, ਪੀ ਦੇ ਆਪਣੇ ਮਨ ਨੂੰ। ਤੈ ਸਹਿ ਬਾਤ ਨਾ ਪੁੱਛੀਐ। ਨਹੀਂ ਤੇਰੀ ਕੋਈ ਬਾਤ ਨਹੀਂ ਪੁੱਛੇਗਾ। ਸੱਚੇ ਪਾਤਸ਼ਾਹ ਕਹਿੰਦੇ ਤੈ ਸਹਿ ਬਾਤ ਨਾ ਪੁੱਛੀਐ। ਉਹ ਜੋ ਅਕਾਲ ਪੁਰਖ ਵਾਹਿਗੁਰੂ ਪਤੀ ਪਰਮੇਸ਼ਰ ਹੈ ਤੇਰੀ ਬਾਤ ਨਹੀਂ ਪੁੱਛੇਗਾ। ਜੇ ਤੇਰੇ ਮਨ ਅੰਦਰ ਵਿਕਾਰ ਹੀ ਰਹੇ, ਤੇਰੇ ਮਨ ਦੇ ਸੰਸਿਆਂ ਨੂੰ ਮਹਾਰਾਜ ਕਹਿੰਦੇ ਤੂੰ ਨਾਸ਼ ਹੀ ਨਹੀਂ ਕੀਤਾ। ਜਿਹੜੇ ਸ਼ੰਕਿਆ ਨਾ ਮਨ ਦੇ, ਇਹ ਸਤ ਸੰਗਤ ਵਿੱਚ ਆ ਕੇ ਸੁਣ ਕੇ ਨਾਸ਼ ਹੋਣਗੇ। ਗੁਰਮੁਖੋ ਜਿੰਨਾ ਚਿਰ ਅਸੀਂ ਗੁਰਬਾਣੀ ਦੀ ਕਥਾ ਨਹੀਂ ਸੁਣਦੇ, ਮੈਂ ਬਹੁਤ ਵਾਰ ਪਿੱਛੀ ਕੱਲ ਪਰਸੋਂ ਵੀ ਬਚਨੀ ਇਹੀ ਕੀਤਾ ਸੀ ਕਿ ਅਸੀਂ ਤੇ ਸਤ ਸੰਗਤ 'ਚ ਇਕੱਲਾ ਆਉਣਾ ਹੈ। ਸੱਚ ਦੇ ਝੂਠ ਦਾ ਨਿਰਣਾ ਤਾਂ ਗੁਰੂ ਸਾਹਿਬ ਨੇ ਆਪੇ ਕਰ ਦੇਣਾ ਹੈ। ਸਾਧ ਸੰਗਤ ਜੀ ਅਸੀਂ ਤਾਂ ਬਸ ਬੈਠ ਕੇ ਕੇਵਲ ਸੁਣਨਾ ਹੈ। ਹੁਣ ਮਹਾਰਾਜ ਕਹਿੰਦੇ ਨੇ, ਸੱਚੇ ਪਾਤਸ਼ਾਹ ਕਹਿੰਦੇ ਜਿਹੜੇ ਤੇਰੇ ਮਨ ਤੇ ਸ਼ੰਕੇ ਪਏ ਹੋਏ ਨੇ, ਆਖਣ ਲੱਗੇ ਨੇ, ਉਹ ਸ਼ੰਕੇ ਮਹਾਰਾਜ ਕਹਿੰਦੇ ਸੁਣ ਕੇ ਪੀ ਦੇ ਇਸ ਨੂੰ। ਆਪ ਪੀਸਾਏ ਪੀਸਾਏ। ਫਿਰ ਪੜ੍ਹ ਦਿਓ ਜੀ। ਆਪ ਪੀਸਾਏ ਪੀਸਾਏ। ਉਹ ਜੋ ਵਾਹਿਗੁਰੂ ਪਰਮੇਸ਼ਰ ਆਪ ਹੈ, ਉਹ ਤੈਨੂੰ ਨਾਮ ਦੇ ਕੇ ਤੇਰੇ ਮਨ ਦੀਆਂ ਵਾਸ਼ਨਾਵਾਂ ਨੂੰ ਪੀ ਦੇਵੇਗਾ। ਮਹਿੰਦੀ ਦੀ ਦਿਆਈ ਬਸ ਤੂੰ ਇਹ ਕਮਾਈ ਕਰ। ਮਹਾਰਾਜ ਕਹਿੰਦੇ ਘਾਲ ਕਰ ਕਿਹੜੀ? ਸਤਸੰਗ ਦੇ ਵਿੱਚ ਆ ਜਾ, ਰਸਨਾ ਦੁਆਰਾ ਨਾਮ ਨੂੰ ਜਪ। ਗੁਰਮੁਖੋ ਘਿਓ ਆਪੇ ਨਿਕਲ ਜਾਂਦਾ ਨਾ, ਇੱਕ ਵਾਰ ਮਧਾਣੀ ਪਾ ਦਿੱਤੀ ਜਾਂਦੀ ਹੈ ਤੇ ਫਿਰ ਉਹ ਰਿੜਕੀ ਜਾਂਦੀ ਹੈ, ਰਿੜਕੀ ਜਾਂਦੀ ਹੈ। ਅੱਧਾ ਘੰਟਾ ਲੱਗ ਗਿਆ, ਪੌਣਾ ਲੱਗ ਗਿਆ ਨਾ। ਸਾਧ ਸੰਗਤ ਜੀ ਆਪੀ ਬਾਹਰ ਘਿਓ ਕੱਢ ਦਿੱਤਾ। ਇਸੇ ਪ੍ਰਕਾਰ ਮਹਾਰਾਜ ਕਹਿੰਦੇ ਨੇ ਜਦੋਂ ਤੂੰ ਰਸਨਾ ਦੁਆਰਾ ਨਾਮ ਨੂੰ ਮੱਥੇਗਾ, ਰਿੜਕੇਗਾ, ਉਸ ਵੇਲੇ ਮਹਾਰਾਜ ਸੱਚੇ ਪਾਤਸ਼ਾਹ ਦੱਸਦੇ ਕਹਿੰਦੇ ਜਿਹੜੀਆਂ ਤੇਰੀਆਂ ਵਾਸ਼ਨਾਵਾਂ ਖੈ ਹੋ ਜਾਣਗੀਆਂ, ਨਾਸ਼ ਹੋ ਜਾਣਗੀਆਂ। ਇਹਦੇ ਚੋਂ ਗਿਆਨ ਰੂਪੀ ਘਿਓ ਨਿਕਲੇਗਾ ਮਨ ਚੋਂ ਹੀ, ਮਨ ਚੋਂ ਹੀ। ਇਸ ਕਰਕੇ ਆਪ ਪੀਸਾਈ ਪੀਸਾਏ। ਆਪ ਤੂੰ ਮਹਾਰਾਜ ਕਹਿੰਦੇ ਨੇ ਉਹ ਜੋ ਵਾਹਿਗੁਰੂ ਪਰਮੇਸ਼ਰ ਆਪ ਹੈ, ਉਹ ਤੈਨੂੰ ਨਾਮ ਦੇ ਕੇ ਪੀਸਾਏ, ਪੀਸਣ ਵਾਲਾ ਤੇਰੀਆਂ ਵਾਸ਼ਨਾਵਾਂ ਨੂੰ, ਸ਼ੰਕਿਆਂ ਨੂੰ ਮਹਾਰਾਜ ਕਹਿੰਦੇ ਨੇ ਤੇਰੇ ਪਾਪਾਂ ਨੂੰ ਪੀ ਦੇਵੇਗਾ, ਕੱਟ ਦੇਵੇਗਾ, ਤੇਰਿਆਂ ਰੋਗਾਂ ਨੂੰ। ਆਖਦੇ ਹਨ ਤੈ ਸਹਿ ਬਾਤ ਨਾ ਪੁੱਛੀਐ। ਮਹਾਰਾਜ ਕਹਿੰਦੇ ਜੇ ਤੂੰ ਇਹ ਕਰਮ ਨਹੀਂ ਕੀਤਾ ਤਾਂ ਤੇਰੀ ਬਾਤ ਨਹੀਂ ਪੁੱਛੇਗਾ ਵਾਹਿਗੁਰੂ। ਜੇ ਤਸ ਨਜ਼ਰ ਨਾ ਆਵਈ ਤਾਂ ਬਾਤ ਨਾ ਪੁੱਛੇਗੀ। ਜੇ ਵਾਹਿਗੁਰੂ ਦੀ ਨਜ਼ਰ 'ਚ ਨਹੀਂ ਕੋਈ ਆਇਆ, ਬਾਤ ਨਹੀਂ ਪੁੱਛੇਗਾ। ਮਹਾਰਾਜ ਕਹਿੰਦੇ ਬਾਤ ਨਹੀਂ ਪੁੱਛੇਗਾ। ਕਹਿੰਦੇ ਕੋਈ ਤੇ ਇਉਂ ਕਹਿੰਦੇ ਹਨ ਕਬਹੁ ਨਾ ਲਾਈ ਪਾਏ। ਕਦੀ ਵੀ ਨਾ ਲਾਈ ਪਾਏ। ਪਾਏ ਪੈਰਾਂ ਨਾਲ, ਚਰਨਾਂ ਨਾਲ ਤੈਨੂੰ ਕਦੀ ਨਹੀਂ ਲਾਵੇਗਾ ਵਾਹਿਗੁਰੂ। ਕਦੀ ਨਹੀਂ ਲਾਵੇਗਾ ਤੈਨੂੰ ਚਰਨਾਂ ਨਾਲ, ਕਦੇ ਪਰਵਾਹ ਨਹੀਂ ਕਰੇਗਾ। ਬੇਦਖਲ ਭੇਜ ਦੇ, ਨੋਟਿਸ ਭੇਜ ਦੇਗਾ ਬੇਦਖਲ ਦਾ। ਸਾਧ ਸੰਗਤ ਜੀ 84 ਲੱਖ ਜੂਨ ਚ ਪਾ ਦੇਵੇਗਾ। ਇਉਂ ਆਖਦੇ ਨੇ ਸੱਚੇ ਪਾਤਸ਼ਾਹ ਕਬਹੂ ਨਾ ਲਾਈ ਪਾਏ। ਉਹ ਵਾਹਿਗੁਰੂ ਆਕੇ ਸੱਚੇ ਪਾਤਸ਼ਾਹ ਕਹਿੰਦੇ ਨੇ ਕਦੇ ਵੀ ਆਪਣੇ ਚਰਨਾਂ ਨਾਲ ਨਹੀਂ ਲਾਏਗਾ। ਫਿਰ ਪੰਕਤੀ ਪੜ੍ਹ ਦਿਓ ਜੀ। ਕਬਹੁ ਨਾ ਲਾਈ ਪਾਏ। ਮਹਾਰਾਜ ਕਹਿੰਦੇ ਨੇ ਜਿਨ੍ਹਾਂ ਨੇ ਵਾਸ਼ਨਾਵਾਂ ਨੂੰ ਮਹਿੰਦੀ ਦੀ ਨਿਆਈ ਘਾਲ ਕਮਾਈ ਕਰਕੇ ਪੀ ਲਿਆ, ਸੱਚੇ ਪਾਤਸ਼ਾਹ ਕਹਿੰਦੇ ਤੈ ਸਹਿ ਬਾਤ ਨਾ ਪੁੱਛੀ ਹੈ। ਆਖਦੇ ਨੇ ਪਰ ਫਿਰ ਵੀ ਪਤੀ ਪਰਮੇਸ਼ਰ ਨੇ ਸਰਗੁਣ ਸਰੂਪ ਧਾਰ ਕੇ ਜੀਵ ਰੂਪੀ ਇਸਤਰੀ ਦੀ ਕੋਈ ਬਾਤ ਹੀ ਨਹੀਂ ਪੁੱਛਣਾ ਕੀਤੀ। ਸੱਚੇ ਪਾਤਸ਼ਾਹ ਕਹਿੰਦੇ ਹਨ ਕਬਹੁ ਨਾ ਲਾਈ ਪਾਏ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਉਹ ਵਾਹਿਗੁਰੂ ਪਰਮੇਸ਼ਰ ਕਬਹੁ ਨਾ ਲਾਈ ਪਾਏ, ਕਦੀ ਵੀ ਆਪਣੇ ਚਰਨਾਂ ਨਾਲ ਲਾਉਣਾ ਨਹੀਂ ਕੀਤਾ। ਨਿਰਗੁਣ ਸਰੂਪ ਵਿੱਚ ਕੋਈ ਗੱਲ ਵੀ ਨਹੀਂ ਪੁੱਛੀ, ਨਾ ਬਿਰਤੀ ਲੱਗਣ ਦਿੱਤੀ। ਮਹਾਰਾਜ ਨੇ ਸਰਗੁਣ ਸਰੂਪ ਵਿੱਚ ਪ੍ਰਤੱਖ ਚਰਨਾਂ ਨਾਲ ਲਾਉਣਾ ਨਹੀਂ ਕੀਤਾ। ਸਾਧ ਸੰਗਤ ਜੀ ਇਹ ਜਦੋਂ ਗੁਰੂ ਸਾਹਿਬ ਨੇ ਉਪਦੇਸ਼ ਬਖਸ਼ਿਆ
ਧੰਨ ਗੁਰੂ ਅਮਰਦਾਸ ਮਹਾਰਾਜ ਦੇ ਵੇਲੇ ਸਾਧ ਸੰਗਤ ਜੀ ਗੁਰਸਿੱਖਾਂ ਨੇ ਸਵਾਲ ਕੀਤਾ, ਮਹਾਰਾਜ ਇਹ ਭਗਤ ਕਬੀਰ ਸਾਹਿਬ ਜੀ ਦਾ ਇੱਕ ਬਚਨ ਆਇਆ, ਸ਼ਲੋਕ ਆਇਆ ਉਹਨਾਂ ਦਾ। ਉਹਨਾਂ ਨੇ ਇਹ ਆਖਿਆ ਕਿ ਤੇਰੀ ਬਾਤ ਨਹੀਂ ਪੁੱਛੇਗਾ ਹਰੀ, ਵਾਹਿਗੁਰੂ ਤੇਰੀ ਬਾਤ ਨਹੀਂ ਪੁੱਛੇਗਾ, ਤੇ ਆਪ ਜੀ ਕਿਰਪਾ ਕਰਕੇ ਸਮਝਾਉਣਾ ਕਰੋ। ਤਦੋਂ ਗੁਰੂ ਸਾਹਿਬ ਜੀ ਨੇ ਫਿਰ ਸਾਧ ਸੰਗਤ ਜੀ ਰਾਮਕਲੀ ਦੀ ਵਾਰ ਦੇ ਵਿੱਚ ਇਹ ਆਪਣਾ ਸ਼ਲੋਕ ਉਚਾਰ ਕੇ ਫਿਰ ਉੱਤਰ ਦਿੱਤਾ। ਮਹਾਰਾਜ ਕਹਿੰਦੇ ਨਾਨਕ ਮਹਿਦੀ ਕਰਕੇ ਰੱਖਿਆ, ਸੋ ਸੋ ਨਦਰ ਕਰੇ, ਆਪੇ ਪੀਸੈ ਆਪੇ ਕਸੈ, ਆਪੇ ਹੀ ਲਾਏ ਲਏ। ਮਹਾਰਾਜ ਕਹਿੰਦੇ ਨੇ ਤੂੰ ਤੇ ਕੇਵਲ ਗੁਰੂ ਸਾਹਿਬ ਦੇ ਚਰਨਾਂ 'ਚ ਆਉਣਾ ਹੈ, ਆਪ ਹੀ ਮਹਿਦੀ ਦੀ ਨਿਆਈ ਤੇਰੇ ਤੇ ਕਿਰਪਾ ਕਰੇ ਕਿ ਕਰਕੇ ਕਿਰਪਾ ਰੱਖੇਗਾ ਕਿ ਸੋ ਸੋ ਨਦਰ ਕਰੇ, ਨਦਰ ਕਰੇਗਾ ਤੇਰੇ ਤੇ, ਤੈਨੂੰ ਆਪ ਨਾਮ ਗਿਆਨ ਦੇ ਕੇ ਤੇਰੀਆਂ ਵਾਸ਼ਨਾਵਾਂ ਨੂੰ ਨਾਸ਼ ਕਰ ਦੇਗਾ। ਫਿਰ ਆਪ ਹੀ ਪੀਸਣ ਵਾਲਾ ਏ, ਆਪ ਹੀ ਘਸੈ ਘਸਾਉਣ ਵਾਲਾ ਏ, ਆਪੇ ਹੀ ਲਾਏ ਲਏ, ਆਪੇ ਹੀ ਤੇਰੇ ਮਹਾਰਾਜ ਕਹਿੰਦੇ ਤੈਨੂੰ ਚਰਨਾਂ ਨਾਲ ਲਾਉਣ ਵਾਲਾ ਏ ਵਾਹਿਗੁਰੂ। ਇਹ ਪਰਮ ਪਿਆਲਾ ਖਸਮ ਕਾ ਜੈ ਭਾਵੈ ਤੈ ਦੇ। ਇਹ ਸਾਧ ਸੰਗਤ ਜੀ ਜੇ ਕੋਈ ਆਪ ਵਾਸ਼ਨਾਵਾਂ, ਇਹ ਮੈਂ ਦੋ ਅਰਥ ਕਰ ਚੁੱਕਿਆ ਹੁਣ ਇਸ ਦੇ। ਮੈਂ ਪਹਿਲਾ ਅਰਥ ਇਹੀ ਕੀਤੇ ਆ ਕਿ ਜੇ ਆਪ ਵਾਹਿਗੁਰੂ ਪੀਸਣਾ ਕਰੇ, ਮਹਾਰਾਜ ਕਹਿੰਦੇ ਤਾਂ ਕਿਰਪਾ ਹੋ ਸਕਦੀ ਹੈ। ਜੇ ਕੋਈ ਆਪ ਕਹੇ ਕਿ ਮੈਂ ਆਹ ਕਰ ਲਵਾਂਗਾ, ਹੰਕਾਰ ਦੇ ਸਹਿਤ ਆਖੇ, ਆਪਣੇ ਜ਼ੋਰ ਕਰਕੇ ਆਖੇ, ਇਹ ਤੇ ਅਰਦਾਸ ਹੀ ਹੈ ਗੁਰੂ ਸਾਹਿਬ ਅੱਗੇ, ਬੇਨਤੀ ਹੈ ਮਹਾਰਾਜ ਕਿਰਪਾ ਕਰੋ। ਆਪ ਵਾਹਿਗੁਰੂ ਕਿਰਪਾ ਕਰਕੇ ਸਾਧ ਸੰਗਤ ਜੀ ਤੇਰੀਆਂ ਵਾਸ਼ਨਾਵਾਂ ਨੂੰ, ਤੇਰੇ ਸੰਕਿਆਂ ਨੂੰ ਦੂਰ ਕਰ ਦੇਵੇਗਾ। ਤੇ ਮਹਾਰਾਜ ਕਹਿੰਦੇ ਇਹ ਕਰਨ ਤੋਂ ਬਿਨਾਂ ਤੇਰੀ ਬਾਤ ਨਹੀਂ ਪੁੱਛਣੀ। ਸੱਚੇ ਪਾਤਸ਼ਾਹ ਜੀ ਦੱਸਦੇ ਐ ਇਹ ਤੇ ਵਾਹਿਗੁਰੂ ਦਾ ਪਰਮ ਪਿਆਲਾ ਹੈ। ਸੱਚੇ ਪਾਤਸ਼ਾਹ ਕਹਿੰਦੇ ਜਿਹਨੂੰ ਦੇਣਾ ਚਾਹੁੰਦਾ ਹੈ ਸੱਚੇ ਪਾਤਸ਼ਾਹ ਜੀ ਉਹਨੂੰ ਹੀ ਦਿੰਦੇ ਐ। ਇਸੇ ਕਰਕੇ ਦੀਨ ਦੁਨੀਆ ਦੇ ਮਾਲਕ ਕਿਉਂ ਸਮਝਾਉਂਦੇ ਐ, ਜਿੰਨਾ ਚਿਰ ਵਾਸ਼ਨਾਵਾਂ ਦਾ ਨਾਸ਼ ਨਹੀਂ ਹੁੰਦਾ ਉਹਨਾਂ ਚਿਰ ਵਾਹਿਗੁਰੂ ਨੇ ਬਾਤ ਵੀ ਨਹੀਂ ਪੁੱਛਣੀ। ਹੁਣ ਇਹ ਵੀ ਨਹੀਂ ਕਹਿਣਾ ਕਿ ਆਪ ਹੀ ਵਾਹਿਗੁਰੂ ਕਰ ਲਵੇ, ਸਾਡੇ ਜੀ ਕਰਮ ਬਹੁਤ ਕਹਿੰਦੇ ਲੈ ਗੁਰੂ ਕਰਾ ਲਵੇ। ਤੇ ਸਾਧ ਸੰਗਤ ਜੀ ਤੇ ਫਿਰ ਤਾਂ ਕਮਰੇ 'ਚ ਬਹਿ ਜਾਇਆ ਕਰ, ਰੋਟੀ ਵੀ ਆਪ ਹੀ ਦੇ ਦਿਆ ਕਰੇਗਾ ਵਾਹਿਗੁਰੂ, ਪਾਣੀ ਵੀ ਆਪ, ਨਵਾ ਵੀ ਤੈਨੂੰ ਦਿਆ ਕਰ, ਤੇਰੇ ਕੱਪੜੇ ਵੀ ਧੋ ਦਿਆ ਕਰੇਗਾ ਹੈ, ਤੇ ਤੈਨੂੰ ਸਾਰਾ ਕੁਝ ਹੀ ਆਪ ਹੀ ਦੇ ਦਿਆ ਕਰੇਗਾ। ਤੂੰ ਨਾ ਕੁਝ ਕਰੀ, ਤੂੰ ਨਾ ਕੁਝ ਕਰੀ। ਉਦਮ ਕਰੇਂਦਿਆਂ ਜੀਓ ਕਮਾਵਦਿਆਂ ਸੁਖ ਪੁੰਜ। ਮਹਾਰਾਜ ਦਾ ਬਚਨ ਹੈ ਉਦਮ ਕਰਨਾ ਚਾਹੀਦਾ। ਮਨ ਮੈਂ ਚਿਤਵੋ ਚਿਤਵਣੀ, ਉਦਮ ਕਰੋ ਉਠ ਨੀਤ, ਹਰ ਕੀਰਤਨ ਕਾ ਹਰੋ ਹਰ ਦੇਹੋ ਨਾਨਕ ਕੇ ਮੀਤ। ਬਚਨ ਆਉਂਦਾ ਗੁਰਬਾਣੀ 'ਚ, ਉਦਮ ਕਰਨਾ ਸਿਖਾਇਆ ਮਹਾਰਾਜ ਨੇ। ਪਰ ਜੇ ਸਾਧ ਸੰਗਤ ਦੀ ਉਦਮ ਨਹੀਂ ਨਾ ਕੀਤਾ, ਤੈ ਸਹਿ ਬਾਤ ਨਾ ਪੁੱਛੀਐ, ਵਾਹਿਗੁਰੂ ਤੇਰੀ ਬਾਤ ਨਹੀਂ ਪੁੱਛੇਗਾ। ਕਬਹੂ ਨਾ ਲਾਈ ਪਾਏ, ਆਪਣੇ ਪਾਏ ਚਰਨਾਂ ਨਾਲ ਨਹੀਂ ਕਦੇ ਲਾਏਗਾ। ਇਹ ਸੱਚੇ ਪਾਤਸ਼ਾਹ ਕਹਿੰਦੇ ਐ ਬਸ ਆਪਣੇ ਮਨ ਨੂੰ ਤਨ ਨੂੰ ਗੁਰੂ ਸਾਹਿਬ ਦੇ ਸ਼ਰਣੀ ਪਾ ਦੇ, ਆਪ ਹੀ ਕਿਰਪਾ ਕਰਕੇ ਮਹਾਰਾਜ ਨਦਰ ਕਰਕੇ ਮਹਾਰਾਜ ਤੇਰੇ ਮਨ ਦੀਆਂ ਵਾਸ਼ਨਾਵਾਂ ਨੂੰ ਪੀ ਦੇਣਗੇ, ਨਾਸ਼ ਕਰ ਦੇਣਗੇ। ਇਹ ਤੇ ਵਾਹਿਗੁਰੂ ਦਾ ਪਰਮ ਪਿਆਲਾ ਹੈ। ਮਹਾਰਾਜ ਕਹਿੰਦੇ ਜੈ ਭਾਵੈ ਤਾ ਦੇ, ਜੇ ਵਾਹਿਗੁਰੂ ਨੂੰ ਭਾਉਂਦਾ ਤੈਨੂੰ ਦੇ ਦਵੇਗਾ। ਕਬੀਰ ਜਿਹ ਦਰ ਆਵਤ ਜਾਤਿਓ, ਜਾਤਿਓ ਮਹਾਰਾਜ ਬਚਨ ਕਰਦੇ ਐ। ਕਬੀਰ ਸਾਹਿਬ ਜੀ ਅਗਲਾ ਸ਼ਲੋਕ ਉਚਾਰਦੇ ਐ, ਕਹਿੰਦੇ ਜਿਸ ਵਾਹਿਗੁਰੂ ਪਰਮੇਸ਼ਰ ਦੇ ਸਤ ਸੰਗਤ ਰੂਪੀ ਦੁਆਰੇ ਤੇ ਆਉਂਦਿਆਂ ਸੱਚੇ ਪਾਤਸ਼ਾਹ ਕਹਿੰਦੇ ਜਿਹ ਦਰ ਆਵਤ ਜਾਤੇ ਹੋ, ਜਦੋਂ ਵਾਹਿਗੁਰੂ ਦੇ ਦੁਆਰੇ ਤੇ ਆ ਗਏ, ਜਦੋਂ ਗੁਰੂ ਸਾਹਿਬ ਜੀ ਦੇ ਚਰਨ ਸ਼ਰਨ ਆ ਗਏ, ਹਟਕੈ ਨਾਹੀ ਕੋਏ। ਮਹਾਰਾਜ ਕਹਿੰਦੇ ਹਟਕੈ ਨਾਹੀ ਕੋਈ, ਕੋਈ ਭਾਈ ਹਟਕੈ ਨਾਹੀ, ਹਟੇ ਨਾ। ਇਹ ਤੇ ਵਾਹਿਗੁਰੂ ਦੇ ਦਰ ਤੇ ਆਉਣਾ ਹੀ ਚਾਹੀਦਾ ਆ। ਸਾਧ ਸੰਗਤ ਜੀ ਜਿਸ ਠਾਕਰ ਸਿਉ ਨਾਹੀ ਚਾਰਾ, ਤਾ ਕੋ ਕੀਜੈ ਸਾਧ ਨਮਸਕਾਰਾ। ਸਾਧ ਸੰਗਤ ਜੀ ਜਿਸ ਵਾਹਿਗੁਰੂ ਜੀ ਤੋਂ ਬਿਨਾਂ ਕੋਈ ਸਾਡਾ ਚਾਰਾ ਤੱਕ ਨਹੀਂ ਹੈ, ਕਿਉਂ ਛੱਡੀ ਬੈਠੇ ਆ। ਇਸ ਕਰਕੇ ਹਟਕੈ ਨਾਹੀ ਕੋਏ, ਕੋਈ ਭਾਈ ਹਟੇ ਨਾ, ਹਟਕੈ ਨਾਹੀ, ਹਟਣਾ ਨਹੀਂ ਚਾਹੀਦਾ। ਆਪਣੇ ਮਨ ਨੂੰ ਹਟਾ ਨਾ। ਇਹ ਤੇ ਪ੍ਰੇਮ ਦਾ ਮਾਰਗ ਹੈ, ਸਹਿਜ ਦਾ ਮਾਰਗ ਹੈ, ਹੌਲੀ ਹੌਲੀ ਚੱਲਿਆ ਜਾ। ਮਹਾਰਾਜ ਕਹਿੰਦੇ ਹੌਲੀ ਹੌਲੀ ਚੱਲਿਆ ਜੇ ਇਸ ਮਾਰਗ ਤੇ, ਜਿਹ ਦਰ ਆਵਤ ਜਾਤੇ ਹੋ। ਜਦੋਂ ਸਤ ਸੰਗਤ ਰੂਪੀ ਦੁਆਰੇ ਤੇ ਆ ਗਏ, ਜਾਤੇ ਹੋ ਆ ਗਿਆ, ਚਲਿਆ ਗਿਆ,
ਹਟਕੈ ਨਾਹੀ ਕੋਏ। ਆਖਣ ਲੱਗੇ ਨੇ ਮਹਾਰਾਜ ਕਹਿੰਦੇ ਹਟਣਾ ਨਹੀਂ ਚਾਹੀਦਾ। ਕਬੀਰ ਜਿਹ ਦਰ ਆਵਤ ਜਾਤਿਓ। ਵਾਹਿਗੁਰੂ ਪਰਮੇਸ਼ਰ ਦੇ ਸਤ ਸੰਗਤ ਰੂਪੀ ਦੁਆਰੇ ਤੇ ਆਉਂਦਿਆਂ ਹਟਕੈ ਨਾਹੀ ਕੋਏ। ਆਵਤ ਜਾਤੇ ਹੋ, ਆਉਂਦਿਆਂ ਤੇ ਜਾਂਦਿਆਂ ਹਟਕੈ ਨਾਹੀ ਕੋਏ। ਕੋਈ ਭਾਈ ਹਟਾਉਂਦਾ ਨਹੀਂ ਹੈ, ਰੋਕਦਾ ਨਹੀਂ ਹੈ। ਕਹਿੰਦੇ ਹਟਕੈ ਨਾਹੀ ਕੋਏ, ਕੋਈ ਵਿਰਲਾ ਹੀ ਹੈ ਜਿਹੜਾ ਨਹੀਂ ਹਟਦਾ। ਇਹ ਦੂਜਾ ਅਰਥ ਹੈ। ਕੋਈ ਵਿਰਲਾ ਹੈ ਨਹੀਂ ਜਿਹੜਾ ਹਟਦਾ ਨਹੀਂ। ਤੇ ਜਿਹੜੇ ਗੁਰਮੁਖੋ ਜਿਹੜੀ ਗੁਰੂ ਸਾਹਿਬ ਦੀ ਬਚਨਾਂ ਦੀ ਚੋਟ ਹੈ ਨਾ, ਕੋਈ ਵਿਰਲਾ ਹੀ ਸਹਿੰਦਾ ਆ, ਨਹੀਂ ਭੁੜਕ ਨਹੀਂ ਨਾ ਜਾਂਦੇ। ਜਿਵੇਂ ਦੇਖੋ ਸੋਨੇ 'ਚ ਖੋਟ ਹੁੰਦੀ ਹੈ, ਬਹੁਤ ਭੁੜਕਦਾ ਹੈ, ਤੇ ਜਦੋਂ ਸ਼ੁੱਧ ਹੋ ਜਾਏ ਨਾ ਉਦੋਂ ਉੱਥੇ ਪਿਆ ਰਹਿੰਦਾ ਸਾਧ ਸੰਗਤ ਦੀ ਅਗਨੀ ਤੇ ਇਸੇ ਤਰ੍ਹਾਂ ਜਿਨ੍ਹਾਂ ਦੇ ਮਨਾਂ 'ਚ ਖੋਟ ਹੈ, ਬਚਨ ਸੁਣ ਕੇ ਅੱਗ ਲੱਗ ਜਾਂਦੀ। ਕਿਉਂਕਿ ਗੁਰਬਾਣੀ ਕਹਿੰਦੀ ਸਾਚ ਕਹੇ ਤੇ ਛੋਹ ਆਵੇ, ਸੱਚ ਕਹੇ ਤਾਂ ਛੋਹ ਆਵੇ, ਅੰਤਰ ਬਹੁਤਾ ਰੋਹ। ਕ੍ਰੋਧ ਚੜ ਜਾਂਦਾ ਹੈ ਅੰਦਰ, ਮਨ ਅੰਦਰ ਕ੍ਰੋਧ ਆ ਜਾਂਦਾ ਬਹੁਤ। ਤੇ ਮਹਾਰਾਜ ਕਹਿੰਦੇ ਜੇ ਕੋ ਬੋਲੇ ਸੱਚ ਕੂੜਾ ਜਲ ਜਾਵਈ, ਕੂੜਾ ਜਲ ਜਾਵੇ। ਤੇ ਜਿਸ ਵਾਹਿਗੁਰੂ ਦੇ ਦਰ ਤੇ ਆ ਕੇ, ਸਤ ਸੰਗਤ ਰੂਪੀ ਘਰ ਵਿੱਚ ਆ ਕੇ, ਮਹਾਰਾਜ ਕਹਿੰਦੇ ਆਉਂਦਿਆਂ ਜਾਂਦਿਆਂ ਹਟਕੈ ਨਾਹੀ ਕੋਏ। ਕੋਈ ਵਿਰਲੇ ਜਿਹੜਾ ਨਹੀਂ ਹਟਦਾ। ਸੋ ਦਰ ਕੈਸੇ ਸੋਢੀਐ। ਮਹਾਰਾਜ ਕਹਿੰਦੇ ਸਤ ਸੰਗਤ ਰੂਪੀ ਉਹ ਦੁਆਰਾ ਸੱਚ ਪਾਤਸ਼ਾਹ ਕਹਿੰਦੇ ਕੈਸੇ ਛੋਡੀਏ, ਕਿਉਂ ਛੱਡਣਾ ਕਰੀਏ, ਭੈ ਤਿਆਗਣਾ ਕਰੀਏ। ਜੋ ਦਰ ਐਸਾ ਹੋਏ। ਜਿਹੜਾ ਦਰ ਬੜਾ ਸੁਖਦਾਈ ਹੈ, ਇਹ ਭਗਤਾਂ ਨੇ ਜਾਣਿਆ, ਰੱਬ ਦੇ ਪਿਆਰਿਆਂ ਨੇ ਜਾਣਿਆ ਕਿ ਭਾਈ ਜਿਹੜਾ ਦਰ ਐਸਾ ਹੈ ਉਸ ਦਰ ਨੂੰ ਛੱਡਣਾ ਨਹੀਂ ਚਾਹੀਦਾ। ਬਸ ਕੋਈ ਵਿਰਲਾ ਹੀ ਹੈ, ਤਾਂ ਹੀ ਤੇ ਦੱਸ ਦਿੱਤਾ ਨਾ ਜਗ ਮੈਂ ਉਤਮ ਕਾਢੀਏ ਵਿਰਲੇ ਕਈ ਕੇ। ਵਿਰਲਾ ਹੈ ਕੋਈ ਜਿਹੜਾ ਭਾਈ ਸੰਸਾਰ 'ਚ ਜਿਹੜਾ ਸਤ ਸੰਗਤ ਰੂਪੀ ਦੁਆਰੇ ਤੇ ਆ ਕੇ, ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਤੇ ਆ ਕੇ ਆਪਣੇ ਮਨ ਨੂੰ ਲਾਈ ਰੱਖਦਾ ਏ। ਦੀਨ ਦੁਨੀਆ ਦੇ ਮਾਲਕ ਕਹਿੰਦੇ ਨੇ ਨਹੀਂ ਤੇ ਭਾਈ ਸ਼ਬਦ ਦੀ ਚੋਟ ਕੋਈ ਵਿਰਲਾ ਹੀ ਸਹਿੰਦਾ ਹੈ। ਜਿਹੜਾ ਸਹਿ ਗਿਆ ਬਸ ਗੱਲ ਬਣ ਜਾਏਗੀ। ਸਾਧ ਸੰਗਤ ਜੀ ਲੋਹੇ ਨੂੰ ਕੁੱਟ-ਕੁੱਟ ਕੇ ਸ਼ਸਤਰ ਬਣਾਏ ਜਾਂਦੇ ਐ, ਲੋਹੇ ਤੇ ਮਾਰ ਪੈਂਦੀ ਹੈ ਪਹਿਲਾਂ। ਗਹਿਣਿਆਂ ਨੂੰ ਸਾਧ ਸੰਗਤ ਜੀ ਅਗਨੀ ਤੇ ਪਹਿਲਾਂ ਢਾਲਿਆ ਜਾਂਦਾ ਹੈ, ਢਾਲ ਕੇ ਦੁਆਰੇ ਬਣਾਇਆ ਜਾਂਦਾ। ਜਦੋਂ ਕਥਾ ਸੁਣੇਗਾ, ਬਾਣੀ ਪੜ੍ਹੇਗਾ, ਤੇਰਾ ਪੁਰਾਣਾ ਮਨ ਢਲੇਗਾ। ਸਾਧ ਸੰਗਤ ਜੀ ਜਿਹਨੂੰ ਕਹਿੰਦੇ ਨੇ ਅਬ ਮਨ ਸੁਣ। ਸਾਧ ਸੰਗਤ ਜੀ ਭਗਤ ਕਬੀਰ ਜੀ ਦਾ ਬਚਨ ਆਉਂਦਾ ਹੈ ਗੁਰਬਾਣੀ 'ਚ, ਅਬ ਮਨ ਉਲਟ ਸਨਾਤਨ ਹੁਆ। ਸਨਾਤਨ ਨਾਮ ਪੁਰਾਤਨ ਹੋ ਗਿਆ ਮਨ। ਧਿਆਨ ਦਿਓ ਇੱਧਰ, ਜਦੋਂ ਬਾਣੀ ਦਾ ਭਜਨ ਕਰਦੇ ਆ, ਸੇਵਾ ਸਿਮਰਨ ਕਰਦੇ ਆ, ਕੋਈ ਸ਼ੁਭ ਕਰਮ ਕਰਦੇ ਆ ਗੁਰਮੁਖੋ, ਉਦੋਂ ਜਿਹੜਾ ਮਨ ਹੈ ਨਾ ਪੁਰਾਣਾ, ਉਹ ਪੁਰਾਣਾ ਜਿਹੜਾ ਮਨ ਹੈ ਉਹ ਢਲਦਾ ਪਹਿਲਾਂ, ਖੋਟ ਲੈਂਦੀ ਹੈ। ਖੋਟ ਲੈ ਗਈ ਨਾ ਉਦੋਂ ਨਵਾਂ ਮਨ ਦਾ ਜਨਮ ਹੁੰਦਾ ਹੈ, ਨਵੇਂ ਮਨ ਦਾ ਜਨਮ, ਨਵੇਂ ਮਨ ਦਾ ਜਨਮ। ਸਾਧ ਸੰਗਤ ਜੀ ਸੰਸਾਰ ਸੁੱਤ ਪੈਦਾ ਕਰਦੀ ਹੈ ਤੇ ਗੁਰਬਾਣੀ ਸੰਤ ਪੈਦਾ ਕਰਦੀ ਹੈ। ਸਾਧ ਸੰਗਤ ਜੀ ਦੁਨੀਆ ਮਾਂ ਪਿਓ ਸੁੱਤ ਪੈਦਾ, ਪੁੱਤਰ ਪੈਦਾ ਹੁੰਦਾ ਏ, ਔਰ ਗੁਰਬਾਣੀ ਸੰਤ। ਤੇ ਧਿਆਨ ਦਿਓ ਸੰਤ ਤੇ ਸੁੱਤ ਦਾ ਬੜਾ ਫਰਕ ਹੈ। ਸੰਤ ਸਦੀਵ ਰਹਿੰਦਾ ਹੈ, ਸੁੱਤ ਸਦੀਵ ਨਹੀਂ ਰਹਿੰਦਾ। ਸਾਧ ਸੰਗਤ ਜੀ ਇਸੇ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਜਦੋਂ ਪੁਰਾਣਾ ਮਨ ਦਾ ਢਲ ਜਾਏਗਾ, ਵਾਸ਼ਨਾ ਉਹ ਪਦਾਰਥਾਂ ਦਾ ਮੋਹ, ਹੰਗਤਾ, ਮਮਤਾ ਢਲ ਜਾਏਗੀ ਜਦੋਂ, ਤੇ ਨਵੇਂ ਮਨ ਦਾ ਜਨਮ ਹੋਊਗਾ। ਉਦੋਂ ਕਬੀਰ ਸਾਹਿਬ ਕਹਿੰਦੇ ਅਬ ਮਨ ਉਲਟ ਸਨਾਤਨ ਹੁਆ। ਹੁਣ ਮੇਰਾ ਮਨ ਪੁਰਾਤਨ ਹੋ ਗਿਆ, ਉਲਟ ਕੇ ਪੁਰਾਣਾ ਹੋ ਗਿਆ। ਪੁਰਾਣਾ ਕਿਵੇਂ ਹੋ ਗਿਆ ਮਨ? ਮਨ ਹੈ ਪੁਰਾਣਾ ਹੀ ਹੈ। ਮਨ ਕਿੱਥੋਂ ਆਇਆ? ਮਨ ਤਾਂ ਜੋਤ ਹੈ ਨਾ ਵਾਹਿਗੁਰੂ ਦੀ, ਮਨ ਤੇ ਸਰੂਪ ਹੈ ਨਾ ਪਰਮੇਸ਼ਰ ਦਾ। ਤੇ ਕਹਿੰਦੇ ਨੇ ਇਹ ਜਦੋਂ ਮਨ ਉਲਟ ਕੇ ਪੁਰਾਤਨ ਹੋ ਜਾਏਗਾ, ਵਾਹਿਗੁਰੂ ਪਰਮੇਸ਼ਰ ਵਰਗਾ ਹੋ ਜਾਏਗਾ। ਸਾਧ ਸੰਗਤ ਜੀ ਇਉਂ ਗੁਰੂ ਸਾਹਿਬ ਦੱਸਦੇ ਐ। ਤੇ ਨਹੀਂ ਤੇ ਕਹਿੰਦੇ ਸੱਚੇ ਪਾਤਸ਼ਾਹ ਕਹਿੰਦੇ ਤੇਰੇ ਮਨ ਨੂੰ ਨਵੇਂ ਨਵੇਂ ਵਾਸ਼ਨਾਵਾਂ ਲੱਗਦੀਆਂ ਨੇ, ਨਵੇਂ ਨਵੇਂ ਤੂੰ ਸੁੱਖ ਭੋਗਦਾ ਏ, ਨਵੇਂ ਨਵੇਂ ਸ਼ੰਕੇ ਤੇਰੇ ਮਨ 'ਚ ਆ ਰਹੇ ਐ। ਤੇ ਮਹਾਰਾਜ ਕਹਿੰਦੇ ਨੇ
ਉਹ ਸ਼ੰਕੇ, ਉਹ ਵਾਸ਼ਨਾ, ਉਹ ਪਦਾਰਥ, ਉਹ ਜੋ ਸਾਰਾ ਕੁਝ ਹੈ, ਤਾਂ ਤੇਰਾ ਮਨ, ਤੇਰਾ ਸੂਖਮ ਸਰੀਰ ਦੁੱਖ ਪਾਏਗਾ, ਦੁੱਖ ਭੋਗੇਗਾ। ਯਾਦ ਰੱਖੀ, ਗੁਰੂ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਕੋਈ ਵਿਰਲਾ ਹੀ ਹੈ ਜਿਹਨੇ ਸ਼ਬਦ ਦੀ ਚੋਟ ਸਹਿ ਲਈ, ਸ਼ਬਦ ਦੀ ਚੋਟ ਸਹਿ ਲਈ, ਗੁਰਬਾਣੀ ਦੇ ਗਿਆਨ ਦੀ ਚੋਟ ਸਹਿ ਲਈ। ਸਾਧ ਸੰਗਤ ਜਿਸ ਲੋਹੇ ਨੇ ਸਹਿ ਲਈ, ਲੋਹਾ ਕੰਮ ਆਇਆ, ਗਹਿਣਿਆਂ ਨੂੰ ਢਾਲਿਆ, ਗਹਿਣੇ ਕੰਮ ਆਈ। ਸਾਧ ਸੰਗਤ ਜੀ, ਸੋਨਾ ਬਣ ਕੇ ਗਲਾਂ 'ਚ ਲੋਕ ਪਾਈ ਫਿਰਦੇ ਆ, ਹੱਥਾਂ 'ਚ ਪਾਈ ਫਿਰਦੇ ਆ, ਪ੍ਰੇਮ ਕਰਦੇ ਆ, ਟਰੰਕਾਂ 'ਚ ਸਾਂਭ ਕੇ ਰੱਖਿਆ। ਇਸੇ ਪ੍ਰਕਾਰ ਜਦੋਂ ਖਰਾ ਹੋ ਜਾਏਗਾ ਤੂੰ, ਮਹਾਰਾਜ ਕਹਿੰਦੇ ਵਾਹਿਗੁਰੂ ਤੈਨੂੰ ਆਪਣੇ ਸਰੂਪ ਵਿੱਚ ਸਾਂਭ ਲਵੇਗਾ। ਇਸ ਕਰਕੇ ਜਿਸ ਵਾਹਿਗੁਰੂ ਦੇ ਦਰ ਤੇ ਆ ਕੇ ਭਾਈ ਸ਼ਬਦ ਦੀ ਚੋਟ ਸਹਿ ਲਈ, ਮਹਾਰਾਜ ਕਹਿੰਦੇ ਐਸੇ ਦਰ ਨੂੰ ਕੈਸੇ ਛੋਡੀਏ, ਕਿਉਂ ਛੱਡਣਾ ਕਰੀਏ, ਕਿਉਂਕਿ ਜੋ ਦਰ ਐਸਾ ਹੋਏ ਉਹ ਦਰ ਤੇ ਬੜਾ ਸੁਖਦਾਈ ਹੈ। ਇਉਂ ਮਹਾਰਾਜ ਜੀ ਦੱਸਦੇ, ਫਿਰ ਸਦੀਵ ਸੁਖ ਦੀ ਪ੍ਰਾਪਤੀ ਹੋਵੇਗੀ। ਜੋ ਦਰ ਐਸਾ ਹੋਏ, ਜਿਹੜਾ ਦਰ ਸੁਖਦਾਈ ਹੈ, ਜਿਸ ਦਰ ਤੇ ਆ ਕੇ ਸੁਖ ਪ੍ਰਾਪਤ ਕਰੀਦਾ ਹੈ, ਉਸ ਦਰ ਨੂੰ ਕੈਸੇ ਛੋਡੀਏ, ਕਿਉਂ ਛੱਡਣਾ ਕਰੀਏ। ਭਗਤ ਕਬੀਰ ਸਾਹਿਬ ਕਹਿੰਦੇ ਮੈਂ ਨਹੀਂ ਛੱਡਦਾ, ਆਖਣ ਲੱਗੇ ਮੈਂ ਸਤ ਸੰਗਤ ਭਜਨ ਕਰਨਾ ਨਹੀਂ ਛੱਡਦਾ। ਇਹ ਦਰ ਬੜਾ ਵੱਡਾ ਹੈ, ਬੜਾ ਸੁਖਦਾਈ ਹੈ। ਇਸ ਦਰ ਤੇ ਆ ਕੇ ਮਹਾਰਾਜ ਕਹਿੰਦੇ ਭੁੱਖਾਂ ਚਲੀਆਂ ਜਾਂਦੀਆਂ ਨੇ, ਜਮਾਂ ਦਾ ਡਰ ਚਲਿਆ ਜਾਂਦਾ ਹੈ। ਇਹ ਦਰ ਬੜਾ ਸੁਖਦਾਈ ਹੈ, ਮੈਂ ਨਹੀਂ ਜੇ ਛੱਡਦਾ, ਤੁਸੀਂ ਵੀ ਨਾ ਛੱਡਿਓ। ਕਬੀਰ ਡੂਬਾ ਥਾ ਪੈ ਉਬਰਿਓ। ਸਾਧ ਸੰਗਤ ਜੀ, ਭਗਤ ਕਬੀਰ ਸਾਹਿਬ ਜੀ ਬਚਨ ਕਰਦੇ ਐ, ਕਹਿੰਦੇ ਮੈਂ ਨਾ 3 ਗੁਣਾਂ ਦੀ ਲਹਿਰ 'ਚ ਛਲ ਨਾਲ ਡੁੱਬ ਰਿਹਾ ਸੀ। ਧਿਆਨ ਦਿਓ, 3 ਵਿਆਪੇ ਜਗਤ ਕੋ ਤੁਰਿਆ ਪਾਵੈ ਕੋਹੇ, ਰਜਗੁਣ ਤਮਗੁਣ ਸਤਗੁਣ ਕਹੀਐ ਇਹ ਤੇਰੀ ਸਭ ਮਾਇਆ। ਇਹ ਮਾਇਆ ਦੇ 3 ਗੁਣ ਨੇ ਗੁਰਮੁਖੋ। ਜਦੋਂ ਮਾਇਆ 3 ਗੁਣਾਂ 'ਚ ਵਿਆਪਦੀ ਹੈ, 3 ਗੁਣਾਂ ਕਰਕੇ ਮਾਇਆ ਲੱਗੀ ਹੈ, ਤੇ ਉਦੋਂ ਛਲ ਵੱਜਦੀ ਹੈ ਸਾਧ ਸੰਗਤ ਜੀ ਮਨ ਨੂੰ, ਤੇ ਮਨ ਸਾਧ ਸੰਗਤ ਜੀ ਡੁੱਬ ਜਾਂਦਾ। ਜਦੋਂ ਸਤੋ ਗੁਣ ਪ੍ਰਭਾਵ ਆਉਂਦਾ, ਉਹ ਰਿੱਧੀਆਂ ਸਿੱਧੀਆਂ 'ਚ ਹੀ ਖਤਮ ਹੋ ਜਾਂਦਾ, ਖਚਤ ਹੁੰਦਾ ਰਹਿੰਦਾ। ਰਿੱਧੀਆਂ ਸਿੱਧੀਆਂ, ਸਤੋ ਗੁਣ ਹੈ ਤਾਂ ਚੰਗਾ ਆ। ਸਤੋ ਗੁਣ ਸਾਧ ਸੰਗਤ ਜੀ ਹੈ ਜਿਹੜਾ ਸਤੋ ਗੁਣ ਹੈ ਨਾ, ਇਹ ਭਾਈ ਸਤੋ ਗੁਣ ਹੈ ਤਾਂ ਸ਼ੁਭ ਹੈ, ਚੰਗਾ ਆ। ਤੇ ਪਰ ਜੇ ਅਸੀਂ ਸਤੋ ਗੁਣ ਵਿੱਚ ਆ ਕੇ ਪਰਮੇਸ਼ਰ ਦਾ ਨਾਮ ਕਰਦੇ ਰਹੇ, ਰਿੱਧੀਆਂ ਸਿੱਧੀਆਂ 'ਚ ਨਾ ਖਚਤ ਹੋਏ, ਕਰਾਮਾਤਾਂ 'ਚ ਨਾ ਨਾਟਕ ਚੇਟਕ ਕੀਏ ਕੁਕਾਜਾ, ਕਲਗੀਧਰ ਪਾਤਸ਼ਾਹ ਦਾ ਬਚਨ ਆਉਂਦਾ 10 ਬਾਣੀ 'ਚ। ਮਹਾਰਾਜ ਕਹਿੰਦੇ ਤਾਂ ਹੀ ਤੇ ਰੱਬ ਦੇ ਪਿਆਰੇ ਨਾਟਕ ਚੇਟਕ ਨਹੀਂ ਕਰਦੇ। ਨਾਟਕ ਚੇਟਕ ਭਾਵ ਰਿੱਧੀਆਂ, ਰਿੱਧ ਸਦ ਅਵਰਾ ਸਾਧ, ਰਿੱਧ ਸਿੱਧ ਸਭ ਮੋਹ ਹੈ, ਨਾਮ ਨਾ ਵਸੈ ਮਨ ਆਏ। ਗੁਰਮੁਖੋ, ਜਿਹੜੀਆਂ ਰਿੱਧੀਆਂ ਸਿੱਧੀਆਂ ਨਾ, ਇਹ ਮੋਹ ਹੈ, ਤੇ ਨਾਮ ਨਹੀਂ ਹਿਰਦੇ 'ਚ ਵਸਦਾ, ਮੰਜ਼ਿਲ ਨਹੀਂ ਪ੍ਰਾਪਤ ਹੁੰਦੀ। ਜਦੋਂ ਧਰਮ ਦੇ ਰਸਤੇ ਤੇ ਚੱਲਦੇ ਆਂ, ਬਾਣੀ ਪੜ੍ਹਦੇ ਆਂ, ਭਜਨ ਕਰਦੇ ਆਂ, ਥੋੜਾ ਕੁ ਚਿਰ ਹੋ ਜੇ ਨਾ, ਉਦੋਂ ਕਰਾਮਾਤਾਂ, ਰਿੱਧੀ ਸਿੱਧੀ ਬਚਨਾਂ ਦੀ ਪਰਪੱਕਤਾ, ਬਚਨਾਂ ਦੀ ਸਿੱਧੀ ਵਾਕ ਸਿੱਧੀ ਪ੍ਰਾਪਤ ਹੋ ਜਾਂਦੀ ਹੈ। ਉਹ ਸਤਿਆ ਆ ਜਾਂਦੀ ਹੈ ਰਸਨਾ ਤੇ। ਸਤਿਆ ਜਿਹਨੂੰ ਕਹਿੰਦੇ ਨੇ ਕਰਮ ਖੰਡ ਕੀ ਬਾਣੀ ਜੋਰ। ਕਰਮ, ਜਦੋਂ ਕਰਮ ਇਹ ਭਗਤੀ ਦੇ ਕਰਮ ਕਰਨ ਲੱਗ ਗਏ ਨਾ, ਉਦੋਂ ਬਾਣੀ ਜੋਰ। ਗੁਰਮੁਖੋ, ਉਦੋਂ ਰਸਨਾ ਤੇ ਜੋਰ, ਤਾਕਤ ਆ ਜਾਏਗਾ, ਬਲ ਆ ਜਾਏਗਾ, ਤੇ ਸਾਧ ਸੰਗਤ ਜੀ ਸਤਿਆ ਆ ਜਾਏਗੀ। ਤੇ ਜਦੋਂ ਸਤਿਆ ਆਉਂਦੀ ਹੈ ਨਾ, ਉਦੋਂ ਜੀਵ ਫਿਰ ਮਾਇਆ 'ਚ ਹੀ ਲੱਗ ਜਾਂਦਾ। ਦੁਨੀਆ ਦੀ ਬੱਲੇ ਬੱਲੇ, ਦੁਨੀਆ ਦੀ ਵਡਿਆਈ ਮਿਲਣ ਲੱਗ ਜਾਂਦੀ ਹੈ, ਦੁਨੀਆ ਦੇ ਕੰਮ ਹੋਣ ਲੱਗ ਜਾਂਦੇ ਆ, ਤੇ ਕੰਮ ਹੋਣ ਲੱਗੇ ਦੁਨੀਆ ਆਉਣ ਲੱਗ ਜਾਂਦੀ ਹੈ। ਆਉਣ ਲੱਗ ਗਈ ਦੁਨੀਆ, ਮਨ ਫਿਰ ਸੰਸਾਰੀ ਲੋਕਾਂ 'ਚ ਹੀ ਲੱਗਿਆ ਰਹਿੰਦਾ, ਮਨ ਫਿਰ ਪੂਜਾ 'ਚ ਹੀ ਲੱਗ ਜਾਂਦਾ। ਸਤੋ ਗੁਣ ਹੈ ਤਾਂ ਚੰਗਾ ਆ, ਸਤੋ ਗੁਣ ਉੱਚਾ ਹੈ। ਰਜੋ ਗੁਣੋਂ, ਰਜੋ ਤੋਂ ਤਮੋ ਤੋਂ, ਰਜੋ ਤੋਂ ਤਮੋ ਤਾਂ ਨੀਵੇਂ ਹੈ, ਰਜੋ ਗੁਣ ਤਮੋ ਗੁਣ ਨੀਵੇਂ ਹੈ, ਸਤੋ ਗੁਣ ਉੱਚਾ ਹੈ। ਪਰ ਸਤੋ ਗੁਣ ਉਦੋਂ ਉੱਚਾ ਹੈ ਜਦੋਂ ਤੂੰ 7 ਗੁਣ, ਤਾਂ ਸੱਚਮੁੱਚ 7 ਗੁਣ ਬਣ ਜੀ, ਸੱਚੇ ਪਰਮੇਸ਼ਰ ਦਾ ਨਾਮ ਦਾ ਗੁਣ ਧਾਰਨ ਕਰ ਲਈ। ਜੋ ਮਰਜੀ ਤੇਰੇ ਰਾਹ 'ਚ ਰੁਕਾਵਟਾਂ ਆਉਂਦੀਆਂ ਨੇ, ਜਦੋਂ ਅਭਿਆਸੀ ਕੋਈ ਜਾਪ ਕਰਦਾ ਆਉਂਦਾ ਹੈ, ਤੇ ਤਾਂ ਹੀ ਤੇ ਗੁਰਮੁਖ ਪਿਆਰੇ ਬਚਨ ਨਹੀਂ ਕੋਈ ਕਰਦੇ, ਤਾਂ ਹੀ ਤੇ ਸਾਧ ਸੰਗਤ ਜੀ ਉਹ ਕੋਈ ਬਚਨ ਨਹੀਂ ਕਰਦੇ, ਇਹੋ ਜਿਹਾ ਬਚਨ ਨਹੀਂ ਕਰਨਗੇ। ਇਹੀ ਕਹਿਣਗੇ ਭਾਈ ਬਾਣੀ ਪੜ੍ਹਿਆ ਕਰੋ, ਭਜਨ ਕਰਿਆ ਕਰੋ,
ਗੁਰੂ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ, ਮੈਂ 3 ਗੁਣਾਂ ਦੀ ਲਹਿਰ ਵਿੱਚ ਜਿਹੜਾ ਛਲ ਨਾਲ ਡੁੱਬ ਰਿਹਾ ਸੀ ਨਾ, ਉਦੋਂ ਤੋਂ ਰਹਿਤ ਹੋ ਗਿਆ। ਸਤੋ ਗੁਣ ਦੇ ਪ੍ਰਭਾਵ ਕਰਕੇ ਰਿੱਧੀਆਂ ਸਿੱਧੀਆਂ 'ਚ ਖਚਤ ਹੋ ਰਿਹਾ ਸੀ। ਮਨ ਲੱਗਿਆ ਸੀ ਰਿੱਧੀਆਂ ਸਿੱਧੀਆਂ 'ਚ। ਰਿੱਧੀਆਂ ਸਿੱਧੀਆਂ ਐਵੇਂ ਨਹੀਂ ਆਉਂਦੀਆਂ, ਫਿਰ ਕਾਖਦਾ ਇਹ ਜਪ ਤਪ ਕਰਕੇ ਹੀ ਆਉਂਦੀਆਂ ਕਰਾਮਾਤਾਂ। ਪਰ ਗੁਰੂ ਸਾਹਿਬ ਕਹਿੰਦੇ ਰਿੱਧ ਸਦ ਅਵਰਾ ਸਾਧ। ਰਿੱਧ ਸਹਿ ਤਾਂ ਹੋਰ ਸਵਾਦ, ਦੂਜਾ ਸਵਾਦ ਹੀ ਹੈ। ਨਾਮ ਦਾ ਸਵਾਦ, ਅਸਲ ਨਾਮ ਦਾ ਸਵਾਦ ਨਹੀਂ ਆਉਂਦਾ। ਅਸਲ ਮੰਜ਼ਿਲ ਗਿਆਨ ਤੇ ਨਹੀਂ ਪਹੁੰਚ ਸਕਦਾ ਤੂੰ। ਫਿਰ ਰਜੋ ਗੁਣ ਦਾ ਪ੍ਰਭਾਵ ਕਰਕੇ ਪਦਾਰਥਾਂ ਦਾ ਲੋਭ ਹੋ ਗਿਆ। ਜਿਹੜਾ ਸਾਧ ਸੰਗਤ ਜੀ ਰਜੋ ਗੁਣ ਹੈ ਨਾ, ਰਜੋ ਗੁਣ ਜਿਹਦੇ 'ਚ ਹੋਵੇ ਉਹਦੇ 'ਚ ਪਦਾਰਥਾਂ ਇਕੱਠੇ ਕਰਨ ਦਾ ਅੰਦਰ ਲਾਲਸਾ ਹੁੰਦੀ ਹੈ। ਜਿਵੇਂ ਰਾਜੇ ਲੋਕ, ਸ਼ਾਹੂਕਾਰ ਲੋਕ, ਆਮ ਦੁਨੀਆ ਨਾ ਜਿਹੜੀ। ਤੇ ਤਮੋ ਗੁਣ ਵਿੱਚ ਸਾਧ ਸੰਗਤ ਜੀ ਜਿਹੜਾ ਹੈ ਉਹਦੇ 'ਚ ਸਾਧ ਸੰਗਤ ਜੀ ਔਗਣ ਕਰਦਾ। ਤਮਾ ਵਿਸ਼ੇ ਭੋਗਣ ਦੀ ਤਮਾ, ਕਾਮ ਭੋਗਣ ਦੀ ਤਮਾ ਰਹਿੰਦੀ, ਉਹਦੇ 'ਚ ਵੱਡੇ ਪਾਪ ਕਰਦਾ ਹੈ। ਰਜੋਗੁਣ ਪਦਾਰਥਾਂ ਨੂੰ ਇਕੱਠੇ ਕਰਦਾ। ਇਹ 3 ਗੁਣ ਨੇ ਮਾਇਆ ਦੇ। ਧਿਆਨ ਦਿਓ ਸਾਧ ਸੰਗਤ ਜੀ, ਬਹੁਤ ਸਰਲ ਮੈਂ ਸਮਝਾ ਰਿਹਾ। ਤਮੋ ਦਾ ਭਾਵ ਹੈ ਸਾਧ ਸੰਗਤ ਜੀ ਤ੍ਰਿਸ਼ਨਾ, ਤਮਾ ਹੋਣੀ। ਤੇ ਦੇਖੋ ਤਮਾ ਕਿਹਨੂੰ ਹੈ? ਵਿਸ਼ੇ ਭੋਗਣ ਦੀ ਤਮਾ ਹੈ, ਵੱਡੇ ਹੋਣ ਦੀ ਤਮਾ ਹੈ, ਵਡਿਆਈ ਮਾਣਨ ਦੀ ਤਮਾ ਹੈ। ਤੇ ਸਾਧ ਸੰਗਤ ਜੀ ਫਿਰ ਆਉਂਦਾ ਹੈ ਰਜੋ ਗੁਣ। ਰਜੋ ਗੁਣ ਫਿਰ ਪਦਾਰਥ ਇਕੱਠੇ ਕਰੋ। ਵੱਡੀ ਕੋਠੀ ਹੋਵੇ, ਕਾਰ ਹੋਵੇ, ਮਹਿਲ ਮਾੜੀ ਹੋਣ, ਸੁੱਖ ਸਾਧਨ ਭੋਗਾਂ ਬਸ। ਮਹਾਰਾਜ ਕਹਿੰਦੇ ਨੇ ਇਹ ਤੇ ਮਾੜੇ ਨੇ ਦੋਵੇਂ ਗੁਣ। ਜਿਹੜਾ ਇਹਦੇ 'ਚ ਮਨ ਲੱਗ ਗਿਆ ਨਾ, ਤੇ ਫਿਰ ਗੁਰੂ ਸਾਹਿਬ ਕਹਿੰਦੇ ਮਨੁੱਖਾ ਜਨਮ ਹਾਰ ਜਾਏਗਾ। ਜੇ ਭਜਨ ਕਰਕੇ ਸਤੋ ਗੁਣ ਆ ਗਿਆ, ਸਤੋ ਗੁਣ ਤਾਂ ਆ ਗਿਆ, ਪਰ ਰਿੱਧੀਆਂ ਸਿੱਧੀਆਂ ਵੀ ਕਰਾਮਾਤਾਂ, ਉਹ ਪਾਵਰਾਂ ਤੇਰੇ ਕੋਲ ਆ ਜਾਣਗੀਆਂ। ਬਚਨਾਂ ਦੀ ਪਰਪੱਕਤਾ ਤੇਰੇ ਤੇ ਹੋ ਜਾਏਗੀ। ਬਚਨ ਤੇਰਾ ਪਰਪੱਕ ਹੋਵੇਗਾ। ਜੋ ਬਚਨ ਕਰੇਗਾ ਉਹ ਪੱਕਾ, ਉਹ ਪੂਰਾ ਹੋਵੇਗਾ। ਤੇ ਤੂੰ ਫਿਰ ਆਪਣੇ ਆਪ ਚਲਾ ਲਏਗਾ ਦੁਨੀਆ ਨੂੰ। ਇਸ ਕਰਕੇ ਸਤੋ ਗੁਣ ਵੀ ਇੱਕ ਮਾਇਆ ਦੀ ਰੂਪ ਹੈ। ਗੁਰੂ ਸਾਹਿਬ ਨੇ ਤਾਂ ਆਖਿਆ, ਤੀਨ ਵਿਆਪੇ ਜਗਤ ਕੋ ਤੁਰਿਆ ਪਾਵੇ ਕੋਈ। ਤੁਰਿਆ ਪਦ ਤਾਂ ਕੋਈ ਪਹੁੰਚਦਾ ਆ। ਤੁਰਿਆ ਪਦ ਚ ਭਾਵ ਕਿ 10ਵੇਂ ਦਵਾਰ ਤੋਂ ਜੋ ਅਕਾਲ ਪੁਰਖ ਦਾ ਜੋ ਰਸਤਾ ਜਾਂਦਾ ਹੈ, ਉਸ ਰਸਤੇ ਤੇ ਤਾਂ ਕੋਈ ਵਿਰਲਾ ਹੀ ਪਹੁੰਚਦਾ ਹੈ। ਉਸ ਵਾਹਿਗੁਰੂ ਦੇ ਰਸਤੇ ਤੇ ਤਾਂ ਕੋਈ ਮੰਜ਼ਿਲ ਤੇ ਤਾਂ ਕੋਈ ਵਿਰਲਾ ਹੀ ਜਾਂਦਾ ਹੈ। ਨਹੀਂ ਤਾਂ 3 ਗੁਣਾਂ 'ਚ ਹੀ ਸੰਸਾਰ ਲੱਗਿਆ। ਤਿਹੀ ਗੁਣੀ ਸੰਸਾਰ ਭ੍ਰਮ ਸੁਤਿਆ ਰਹਿਣ ਵਿਹਾਣੀ। ਆਉਂਦਾ ਨਾ ਬਚਨ ਆਨੰਦ ਸਾਹਿਬ 'ਚ। ਬਸ ਆਹ 3 ਗੁਣਾਂ ਦੀ ਗੱਲ ਕਰ। ਤਿਹੀ ਗੁਣੀ ਸੰਸਾਰ ਭ੍ਰਮ ਸੁਤਾ, ਭਰਮ 'ਚ ਪੈ ਗਿਆ। ਉਹ ਰਿੱਧੀਆਂ ਸਿੱਧੀਆਂ ਨੂੰ ਕਈ ਲੋਕ ਮੰਜ਼ਿਲ ਸਮਝਣ ਲੱਗ ਜਾਂਦੇ ਐ। ਚਲੋ ਬਹੁਤ ਘੱਟ ਨੇ, ਪਰ ਜਪ ਤਪ ਕਰਕੇ ਆਉਂਦੀਆਂ ਤਾਂ ਹੈ। ਆਮ ਲੋਕ ਨਹੀਂ ਇੱਥੇ ਤੱਕ ਪਹੁੰਚ ਸਕਦੇ। ਰਿੱਧੀ ਸਿੱਧੀ ਲੈਣੀ ਵੀ ਕੋਈ ਮਾੜੀ ਮੋਟੀ ਗੱਲ ਨਹੀਂ ਹੈ। ਕੋਈ ਬਚਨ ਸੂਰਬੀਰ ਬਚਨ ਕੇ ਬਲੀ, ਬਚਨਾਂ ਦੇ ਬਲੀ ਹੋਣਾ, ਜੋ ਬਚਨ ਆਖਤਾ ਸੱਚ ਹੋਣਾ, ਇਹ ਮਾੜੀ ਮੋਟੀ ਗੱਲ ਨਹੀਂ ਹੈ। ਪਰ ਖੜ ਗਿਆ ਉੱਥੇ, ਖੜ ਗਿਆ। ਖੜਨਾ ਨਹੀਂ ਹੈ। ਅਸੀਂ ਤਾਂ ਬ੍ਰਹਮ ਹੋਣਾ ਹੈ, ਵਾਹਿਗੁਰੂ ਦਾ ਸਰੂਪ ਹੋਣਾ ਹੈ। ਸਾਧ ਸੰਗਤ ਜੀ, ਉਹ ਜਦੋਂ ਸਤੋ ਗੁਣ ਸੀ ਨਾ ਅੰਦਰ ਆਇਆ, ਤੇ ਰਿੱਧੀਆਂ ਸਿੱਧੀਆਂ ਲੈ ਕੇ ਖੜ ਗਏ। ਗੁਰਮੁਖੋ, ਕੋਈ ਜੀਵ ਸੀ, ਉਹਦੇ ਬਾਪੂ ਨੇ ਨਾ, ਉਹਦੇ ਪਿਤਾ ਨੇ ਕੰਮ ਭੇਜ ਦਿੱਤਾ। ਉਹ ਕੰਮ ਚਲਿਆ ਗਿਆ। ਕੰਮ ਕੀ ਭੇਜਿਆ ਵੀ ਤੂੰ ਦੂਜੇ ਸ਼ਹਿਰ ਵਿੱਚ ਜਾ ਕੇ ਨਾ, ਤੇ ਆ ਜਿਹੜੀ ਉਥੋਂ ਮਾਇਆ ਹੈ ਲੈ ਕੇ ਆਉਣੀ ਉਸ ਪਾਸੋਂ। ਤੇ ਇਸ ਕਰਕੇ ਜਲਦੀ ਨਾਲ ਜਾਈ, ਬੜੀ ਲੋੜ ਹੈ ਮਾਇਆ ਦੀ। ਕਹਿੰਦਾ ਠੀਕ ਹੈ ਜੀ, ਚਲਿਆ ਗਿਆ। ਜਦੋਂ ਰਸਤੇ ਵਿੱਚ ਗਿਆ ਨਾ, ਉੱਥੇ ਕੀ ਸੀ? ਮੁਜਰਾ ਹੋ ਰਿਹਾ ਸੀ, ਵੇਸ਼ਵਾ ਨੱਚ ਰਹੀ ਸੀ। ਵੇਖਣ ਲੱਗ ਗਿਆ। ਸਾਧ ਸੰਗਤ ਜੀ, ਥੋੜਾ ਜਿਹਾ ਅੱਗੇ ਗਿਆ, ਧਿਆਨ ਆਇਆ ਵੀ ਨਹੀਂ ਵੀ ਮੈਨੂੰ ਕੰਮ ਭੇਜਿਆ। ਅੱਗੇ ਗਿਆ, ਅੱਗੇ ਨਾਟਕ ਹੋ ਰਿਹਾ ਸੀ। ਸਾਧ ਸੰਗਤ ਜੀ, ਅੱਗੇ ਖੇਡਾਂ ਖੇਡੀਆਂ ਜਾ ਰਹੀਆਂ ਸਨ।
ਤੇ ਜਦੋਂ ਸਾਧ ਸੰਗਤ ਜੀ ਥੋੜਾ ਕੁ ਹੋਰ ਅੱਗੇ ਗਿਆ, ਉੱਥੇ ਪੁੰਨਦਾਨ ਹੋ ਰਹੇ ਸੀ, ਬੜੇ ਪੁੰਨਦਾਨ, ਬੜੇ ਲੰਗਰ ਲੁੰਗਰ ਚੱਲਦੇ ਸੀ ਉੱਥੇ, ਬੜਾ ਪੁੰਨਦਾਨ ਹੋ ਰਿਹਾ ਸੀ। ਉੱਥੇ ਚਲਿਆ ਗਿਆ। ਜਦੋਂ ਸਾਧ ਸੰਗਤ ਜੀ ਮਨ ਖਿਆਲ ਹੈ ਵੀ ਮੈਨੂੰ ਤੇ ਦੂਜੇ ਸ਼ਹਿਰ ਭੇਜਿਆ ਸੀ, ਬਸ ਉਸ ਵੇਲੇ ਤਾਂ ਸ਼ਾਮ ਹੋ ਗਈ, ਸਮਾਂ ਲੰਘ ਗਿਆ ਤੇ ਮਾਇਆ ਹੱਥ ਨਹੀਂ ਆਈ, ਖਾਲੀ ਘਰ ਮੁੜ ਆਇਆ। ਇਸੇ ਪ੍ਰਕਾਰ ਵਾਹਿਗੁਰੂ ਪਿਤਾ ਨੇ ਦੁਨੀਆ ਤੇ ਭੇਜਿਆ, ਔਰ ਦੁਨੀਆ ਦੇ ਰੰਗ ਢੰਗ ਵੇਖ ਕੇ ਖੁਸ਼ ਹੋ ਗਏ ਅਸੀਂ, ਉਹਦੇ 'ਚ ਹੀ ਲੱਗ ਗਏ। ਅਸਲ ਕੰਮ ਜਿਹੜਾ ਕਰਨਾ ਸੀ ਉਹ ਕੀਤਾ ਹੀ ਨਹੀਂ, ਖਾਲੀ ਮਾਰ ਗਏ, ਖਾਲੀ ਮੁੜ ਕੇ ਆ ਗਏ, ਖਾਲੀ ਮੁੜ ਕੇ ਆ ਗਏ। ਤੇ ਜਦੋਂ ਨਾ ਉਹ ਜਵਾਕ ਆਇਆ ਨਾ ਬਾਪੂ ਕੋਲੇ, ਖੂੰਜੇ ਨਾਲ ਨਾ ਡਾਂਗ ਲੱਗੀ, ਸਾਧ ਸੰਗਤ ਜੀ ਲਾਈ ਹੋਈ ਸੀ, ਖੂੰਜੇ ਖੜੀ ਕੀਤੀ ਸੀ, ਤੇ ਬਸ ਫਿਰ ਮੌਰ ਭੰਨੇ ਪਹਿਲਾਂ, ਲੱਤਾਂ ਭੰਨੀਆਂ ਪਹਿਲਾਂ ਕਿ ਮੈਂ ਤੈਨੂੰ ਕੰਮ ਕਿਹੜੇ ਭੇਜਿਆ ਤੇ ਤੂੰ ਉੱਥੇ ਮੁਜਰਾ ਦੇਖਣ ਲੱਗ ਗਿਆ। ਵਾਹਿਗੁਰੂ ਨੇ ਵੀ ਸਾਨੂੰ ਇਉਂ ਭੇਜਿਆ ਦੁਨੀਆ ਤੇ, ਜਾ ਜਾ ਕੇ ਉਹ ਮਾਇਆ ਲੈ ਕੇ, ਉਹ ਧਨ ਲੈ ਕੇ ਆ, ਕਿਹੜਾ ਜਿਸ ਵਖਰ ਕੋ ਲੈਣ ਤੂੰ ਆਇਆ, ਰਾਮ ਨਾਮ ਸੰਤਨ ਕਰ ਪਾਇਆ। ਭੇਜਿਆ ਨਾ, ਆਇਓ ਸੁਣਨ ਪੜਨ ਕੋ ਆਇਓ, ਆਇਓ ਆਖਿਆ ਫਿਰ ਪੜੋ, ਆਇਓ ਆਇਆ ਹੋਇਆ ਤੂੰ ਕੀ, ਪੜਨ ਸੁਣਨ ਕੋ ਬਾਣੀ, ਨਾਮ ਵਿਸਾਰ ਲੱਗੇ ਅਨ ਲਾਲਚ, ਬਿਰਥਾ ਜਨਮ ਪ੍ਰਾਣੀ। ਇਹ ਮੈਂ ਸੌਖਾ ਸਰਲ ਕਰਕੇ ਮਹਾਰਾਜ ਜੀ ਕਿਰਪਾ ਕਰਕੇ ਦ੍ਰਿਸ਼ਟਾਂਤ ਦਿੱਤਾ ਹੈ। ਬੜੇ ਮੁਜਰੇ ਵੇਖੇ, ਅੱਖੀ ਵੇਖਣਾ ਰੱਜੀਆਂ ਬਹੁ ਰੰਗ ਤਮਾਸੇ, ਬੜਾ ਕੁਝ ਸੁਣਿਆ, ਬੜਾ ਖਾਧਾ ਪੀਤਾ। ਸ਼ਾਮ ਹੋ ਗਈ, ਭਾਵ ਕੇ ਉਮਰ ਲੰਘੀ ਤੇਰੀ, ਖਿਆਲ ਆਇਆ ਮੈਂ ਤੇ ਨਾਮ ਧਨ ਇਕੱਠਾ ਕਰਨ ਵਾਸਤੇ ਆਇਆ ਸੀ। ਬਸ ਸਮਾਂ ਲੰਘ ਗਿਆ, ਸਮਾਂ ਲੰਘ ਗਿਆ, ਖਾਲੀ ਮੁੜ ਕੇ ਬਾਪੂ ਕੋਲ ਵਾਹਿਗੁਰੂ ਕੋਲ ਆਇਆ। ਉਹ ਚੱਕ ਲਈ ਡਾਂਗ 84 ਲੱਖ ਜੂਣ ਦੀ, ਪਾ ਦਿੱਤਾ ਮਹਾਰਾਜ। ਇਸ ਕਰਕੇ ਕਬੀਰ ਡੂਬਾ ਥਾ ਪੈ ਉਬਰਿਓ, ਆ ਬਚਨ ਕਰਦੇ। ਤਿੰਨ ਗੁਣਾਂ ਦੇ ਵਿੱਚ ਮੈਂ ਡੁੱਬ ਰਿਹਾ ਸੀ। ਮਹਾਰਾਜ ਸੱਚੇ ਪਾਤਸ਼ਾਹ ਭਗਤ ਜੀ ਕਹਿੰਦੇ ਰਜਗੁਣ ਪਦਾਰਥਾਂ ਨੂੰ ਇਕੱਠਾ ਕਰਨ ਦਾ ਅੰਦਰ ਉਹ ਰਾਜਸੀ ਗੁਣ ਸੀ, ਰਾਜ ਸੁਖ ਭੋਗਣਾ, ਉਹ ਵੀ ਕਹਿੰਦੇ ਮੈਂ ਛੱਡ ਦਿੱਤਾ ਹੁਣ। ਤਮੋ ਗੁਣ ਤਮਾ ਨਹੀਂ ਕੋਈ ਰੀ ਵਿਸ਼ੇ ਭੋਗਣ ਦੀ, ਪਦਾਰਥ ਭੋਗਣ ਦੀ। ਔਰ ਸਤੋ ਗੁਣ ਭਜਨ ਕਰਕੇ ਰਿੱਧੀਆਂ ਸਿੱਧੀਆਂ, ਭਾਵੇਂ ਸਾਰਾ ਕੁਝ ਕੋਲ ਆ ਗਿਆ, ਖੜਿਆ ਨਹੀਂ, ਇਹ ਖੜਾ ਲੈਂਦੀਆਂ ਨੇ। ਰਿੱਧੀ ਸਿੱਧੀ ਕਰਾ ਮਾਤਾ ਅਵਰਾ ਸਾਧ ਹੈ, ਖੜਾ ਲੈਂਦੀਆਂ ਨੇ, ਖੜਨਾ ਨਹੀਂ ਹੈ ਇੱਥੇ। ਗੁਰਮੁਖੋ ਇਹ ਮੰਜ਼ਲ ਨਹੀਂ ਹੈ ਸਾਡੀ, ਮੰਜ਼ਲ ਹੈ ਵਾਹਿਗੁਰੂ ਦਾ ਸਰੂਪ ਹੋਣਾ। ਭਗਤ ਜੀ ਕਹਿਣ ਲੱਗੇ ਨੇ, ਮੈਂ ਕਹਿਣ ਲੱਗਿਆ ਭਾਈ ਇਹ ਡੂਬਾ ਥਾ ਪੈ ਉਭਰਿਓ, ਵਿਕਾਰਾਂ ਵਿੱਚ ਡੁੱਬ ਰਿਹਾ ਸੀ, ਵਾਸਨਾ 'ਚ ਡੁੱਬ ਰਿਹਾ ਸੀ, ਉਭਰਿਓ ਵਾਹਿਗੁਰੂ ਦੀ ਚਰਨੀ ਸ਼ਰਣੀ ਪੈ ਕੇ, ਪੈ ਉਭਰਿਓ, ਬਚ ਗਿਆ। ਰੱਖੇ ਰੱਖਣ ਹਾਰ ਆਪ ਉਬਾਰਿਆਨ, ਗੁਰ ਕੀ ਪੈਰੀ ਪਾਏ ਕਾਜ ਸਵਾਰਿਆਨ। ਭਗਤ ਕਬੀਰ ਸਾਹਿਬ ਜੀ ਮਹਾਰਾਜ ਕਹਿੰਦੇ ਮੈਂ ਜਦੋਂ ਗੁਰੂਦੇਵ ਸਵਾਮੀ ਰਾਮਾਨੰਦ ਦੇ ਚਰਨੀ ਸ਼ਰਣੀ ਪਿਆ, ਕਹਿੰਦੇ ਨੇ ਮੈਂ ਬਚ ਗਿਆ ਵਿਕਾਰਾਂ ਤੋਂ, ਮੈਂ ਤਿੰਨਾਂ ਗੁਣਾਂ ਤੋਂ ਬਚ ਗਿਆ। ਤੀਨ ਵਿਆਪਹਿ ਜਗਤ ਕੋ ਤੁਰਿਆ ਪਾਵੇ ਕੋਏ, ਅਸੀਂ ਹੁਣ ਚੌਥੇ ਪਦ 'ਚ ਰਹਿੰਦੇ ਆ। ਤਾਂ ਹੀ ਤੇ ਕਬੀਰ ਜੀ ਨੇ ਆਖਿਆ ਰਾਮ ਕਬੀਰਾ ਏਕ ਭਏ ਹੈ, ਕੋਏ ਨਾ ਸਕੇ ਪਛਾਨੀ। ਗੁਰਮੁਖੋ ਭਗਤ ਕਬੀਰ ਸਾਹਿਬ ਜੀ ਇਉਂ ਬਚਨ ਉਚਾਰਦੇ ਹਨ, ਫਿਰ ਪੜਿਓ ਜੀ। ਕਬੀਰ ਡੂਬਾ ਥਾ ਪੈ ਉਬਰਿਓ, ਮਹਾਰਾਜ ਕਹਿੰਦੇ ਮੈਂ ਵਿਸ਼ਿਆਂ 'ਚ ਡੁੱਬ ਰਿਹਾ ਸੀ। ਸਤਿਗੁਰੂ ਜੀ ਕਹਿੰਦੇ ਤਿੰਨਾਂ ਗੁਣਾਂ 'ਚ, ਭਗਤ ਜੀ ਕਹਿੰਦੇ ਮੈਂ ਡੁੱਬ ਰਿਹਾ ਸੀ, ਪੈ ਉਬਰਿਓ। ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੀ, ਸਵਾਮੀ ਰਾਮਾਨੰਦ ਜੀ ਮਹਾਰਾਜ ਦੇ ਚਰਨੀ ਸ਼ਰਣੀ ਪੈ ਕੇ ਪੈ ਉਬਰਿਓ। ਗੁਰੂ ਅਕਾਲ ਪੁਰਖ ਦੇ ਨਾਮ ਦੇ ਚਰਨੀ ਸ਼ਰਣੀ ਪੈ ਕੇ ਮਹਾਰਾਜ ਕਹਿੰਦੇ ਕਾਮ ਕ੍ਰੋਧੀ ਜੋ ਬਹੁਲਤਾ ਸੀ, ਭਾਵ ਕਿ ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਔਗਣਾਂ ਦਾ ਦੋਸ਼ ਕਰਕੇ, ਕੁਸੰਗਤ ਕਰਕੇ ਸੰਸਾਰ ਸਮੁੰਦਰ ਵਿੱਚ ਪਦਾਰਥਾਂ ਰੂਪੀ ਪਾਣੀ 'ਚ ਡੁੱਬ ਰਿਹਾ ਸੀ। ਕਹਿੰਦੇ ਸਾਰੇ ਡੁੱਬ ਰਹੇ ਨੇ, ਡੁੱਬ ਰਹੇ ਆ ਨਾ ਆਪਾਂ ਸਾਰੇ। ਪੰਕਜ ਮੋਹ ਪਗ ਨਹੀਂ ਚਾਲੈ, ਹਮ ਦੇਖਾ ਤਹਿ ਡੂਬੀ ਵਾਲੇ ਮਨ ਏਕ ਨਾ ਚੇਤਸ ਮੂੜ ਮਨਾ, ਹਰ ਬਿਸਰਤ ਤੇਰੇ ਗੁਣ ਗਲਿਆ। ਗੁਰਮੁਖੋ ਸਾਰੇ ਡੁੱਬ ਰਹੇ ਨੇ। ਭਗਤ ਜੀ ਕਹਿੰਦੇ ਮੈਂ ਬਚ ਗਿਆ, ਵਾਹਿਗੁਰੂ ਦੇ ਚਰਨੀ ਸ਼ਰਣੀ ਪੈ ਕੇ ਬਚ ਗਿਆ।
ਅੰਦਰ ਪਦਾਰਥਾਂ ਰੂਪੀ ਪਾਣੀ 'ਚ ਡੁੱਬ ਰਿਹਾ ਸੀ। ਸੰਸਾਰ ਦੇ ਅੰਦਰ ਪੈ ਕੇ ਪਦਾਰਥ ਵਿਸ਼ੇ ਭੋਗਣੇ, ਕਾਮ ਕ੍ਰੋਧ ਲੋਭ ਮੋਹ ਹੰਕਾਰ 'ਚ ਲੱਗਣਾ, ਸਤੋ ਗੁਣ ਦਾ ਰਿੱਧੀਆਂ ਸਿੱਧੀਆਂ 'ਚ ਪੈ ਕੇ ਡੁੱਬ ਰਿਹਾ ਸੀ। ਕਹਿੰਦੇ ਪਰ ਵਾਹਿਗੁਰੂ ਨਿਰੰਕਾਰ ਅਕਾਲ ਪੁਰਖ ਪਰਮੇਸ਼ਰ ਜੀ ਦੇ ਚਰਨੀ ਸ਼ਰਣੀ ਪੈ ਕੇ ਉਭਰੇ ਉਹ ਬਚ ਗਿਆ। ਗੁਣ ਕੀ ਲਹਿਰ ਝਬਕ। ਮਹਾਰਾਜ ਕਹਿੰਦੇ ਜਦੋਂ ਦੇਵੀ ਗੁਣਾ ਦੀ ਉਹ ਵਾਹਿਗੁਰੂ ਪਰਮੇਸ਼ਰ ਨੇ ਨਾਮ ਨੇ ਲਹਿਰ ਮਾਰੀ, ਛਲ ਮਾਰੀ ਤੇ ਮੈਂ ਬਚ ਗਿਆ। ਕਹਿੰਦੇ ਨੇ ਬਚ ਕੇ ਮੈਂ ਕਿਹੜੇ ਆਏ, ਕਿਨਾਰੇ ਤੇ ਆ ਗਿਆ। ਸਾਧ ਸੰਗਤ ਜੀ, ਗੁਰੂ ਸਾਹਿਬ ਦੇ ਚਰਨੀ ਸ਼ਰਣੀ ਪੈ ਕੇ, ਨਾਮ ਦੀ ਚਰਨੀ ਸ਼ਰਣੀ ਪੈ ਕੇ, ਨਾਮ ਨੂੰ ਧਿਆ ਕੇ ਜਪ ਕੇ, ਕਹਿੰਦੇ ਭਗਤ ਜੀ ਕਹਿੰਦੇ ਮੈਂ ਬਚ ਗਿਆ ਨਹੀਂ, ਮੈਂ ਤੇ ਡੁੱਬ ਰਿਹਾ ਸੀ ਸੰਸਾਰ 'ਚ। ਗੁਣ ਕੀ ਲਹਿਰ ਝਾਬਕ। ਜਦੋਂ ਦੇਵੀ ਗੁਣ ਆਏ, ਜਦੋਂ ਨਾਮ ਜਪਣ ਦਾ ਗੁਣ ਆ ਗਿਆ, ਉਸ ਵੇਲੇ ਇਸ ਲਹਿਰ ਨੇ, ਇਸ ਛਲ ਨੇ ਝਾਬਕ ਬਚਾ ਲਿਆ। ਮਹਾਰਾਜ ਕਹਿੰਦੇ ਕਿਨਾਰੇ ਤੇ ਲਾ ਦਿੱਤਾ, ਮੁਕਤੀ ਰੂਪੀ ਕਿਨਾਰੇ ਤੇ ਲਾ ਦਿੱਤਾ ਮਹਾਰਾਜ ਦੇ ਨਾਮ ਨੇ। ਜਬ ਦੇਖਿਓ ਬੇੜਾ ਜਰਜਰਾ। ਮਹਾਰਾਜ ਕਹਿੰਦੇ ਜਦੋਂ ਮੈਂ ਆਪਣੇ ਸਰੀਰ ਰੂਪੀ ਬੇੜੇ ਨੂੰ, ਜਹਾਜ਼ ਨੂੰ ਦੇਖਿਆ, ਜਰਜਰਾ ਪੁਰਾਣਾ ਹੋ ਚੁੱਕਾ ਸੀ। ਪੁਰਾਣਾ ਹੁੰਦਾ ਵੇਖਣਾ ਕੀਤਾ। ਮਹਾਰਾਜ ਦਾ ਬਚਨ ਹੈ, ਸੱਚੇ ਪਾਤਸ਼ਾਹ ਦਾ ਬਚਨ ਹੈ ਨਾ, ਸੱਜਣ ਮੇਰੇ ਰੰਗੁਲੇ ਜਾਏ ਸੁੱਤੇ ਜੀ ਰਾਣ, ਹਮ ਭੀ ਵੰਜਾ ਡੂਮਣੀ ਰੋਵਾਂ ਝੀਣੀ ਬਾਣ। ਜਦੋਂ ਮੈਂ ਸੱਜਣਾ ਮਿੱਤਰਾਂ ਨੂੰ ਵੇਖਿਆ, ਇਹ ਤੇ ਸ਼ਮਸ਼ਾਨ ਭੂਮਾ 'ਚ ਸੁੱਤੇ ਪਏ ਨੇ। ਇਹ ਤੇ ਕਹਿੰਦੇ ਨੇ ਦੁਨੀਆ ਤੋਂ ਤੁਰੇ ਜਾ ਰਹੇ ਐ। ਸੱਚੇ ਪਾਤਸ਼ਾਹ ਕਹਿੰਦੇ ਮੌਤ ਦੇ ਮੂੰਹ 'ਚ ਜਾ ਰਹੇ ਨੇ। ਮੈਂ ਜਦ ਆਪਣੇ ਸਰੀਰ ਨੂੰ ਦੇਖਿਆ, ਸਰੀਰ ਰੂਪੀ ਜਹਾਜ਼ ਨੂੰ ਵੇਖਿਆ, ਬੇੜੇ ਨੂੰ ਵੇਖਿਆ, ਜਰਜਰਾ, ਇਹਨੂੰ ਬੜੇਪੇ ਰੂਪੀ ਜਰ ਲੱਗੀ ਹੋਈ ਹੈ, ਪੁਰਾਣਾ ਹੁੰਦਾ ਜਾ ਰਿਹਾ। ਇਉਂ ਸੱਚੇ ਪਾਤਸ਼ਾਹ ਕਹਿੰਦੇ ਜਦੋਂ ਵੇਖਿਆ, ਭਇਆ ਪੁਰਾਣਾ ਚੋਲਾ, ਮੇਰਾ ਸਰੀਰ ਰੂਪੀ ਪੁਰਾਣਾ ਇਹ ਚੋਲਾ ਪੁਰਾਣਾ ਹੋ ਗਿਆ। ਕਹਿੰਦੇ ਇਉਂ ਜਦੋਂ ਮੈਂ ਵੇਖਿਆ, ਤਬ ਉੱਤਰ ਭਰਿਓ ਹੋ ਫਰਕ। ਜਦੋਂ ਮੈਂ ਵੇਖਿਆ ਨਾ, ਭਗਤ ਜੀ ਕਹਿੰਦੇ ਤਬ ਉਤਰ ਪਰਿਓ ਹੋ ਫਰਕ। ਉਸ ਵੇਲੇ ਮੈਂ ਇਹ ਜਦੋਂ ਛੇਕ ਵੇਖੇ ਆਪਣੇ ਸਰੀਰ ਦੇ ਅੰਦਰ ਕਿ ਦੋਸ਼ ਕਰਕੇ, ਔਗਣਾ ਕਰਕੇ, ਪਾਪਾਂ ਕਰਕੇ ਛੇਕ ਹੋ ਗਏ ਸਰੀਰ 'ਚ, ਕਹਿੰਦੇ ਤਬ ਉਤਰ ਪਰਿਓ ਹੋ ਫਰਕ। ਮੈਂ ਇਹ ਦੁਨੀਆ ਦੇ ਬੇੜੇ 'ਚ ਉਤਰ ਗਿਆ, ਪਰਿਓ ਹੋ ਫਰਕ। ਵਾਹਿਗੁਰੂ ਪਰਮੇਸ਼ਰ ਜੀ ਦੇ ਚਰਨੀ ਸ਼ਰਣੀ ਪੈ ਗਿਆ। ਫਰਕ ਉਸ ਵੇਲੇ ਛੇਤੀ ਨਾਲ ਹੀ ਕਹਿੰਦੇ ਨੇ, ਮਹਾਰਾਜ ਕਹਿੰਦੇ ਮੈਂ ਉਤਰ ਗਿਆ। ਇਹ ਭਗਤ ਜੀ ਦੇ ਬਚਨ ਨੇ। ਅੱਛਾ ਗੁਰਮੁਖੋ, ਜਿਸ ਨੂੰ ਇਸ ਸ਼ਲੋਕ ਦੀ ਸੋਝੀ ਆ ਗਈ ਨਾ, ਸ਼ਲੋਕ ਦੀ, ਇਸ ਸ਼ਲੋਕ ਜੋ ਮੈਂ ਇੱਕ ਕਥਾ ਕਰ ਚੁੱਕਿਆ, ਇਸ ਦੀ ਸੋਝੀ ਆ ਗਈ ਨਾ ਜਿਸ ਨੂੰ, ਉਹ ਵਾਹਿਗੁਰੂ ਪਰਮੇਸ਼ਰ ਦੇ ਭਜਨ 'ਚ ਲੱਗਦੇ ਐ, ਡੁੱਬ ਜਾਣਗੇ। ਪੰਕਜ ਮੋਹ ਪਗਨੀ ਚੱਲੇ ਹਮ ਦੇਖਾ ਤੇ ਡੁੱਬਿਆ, ਡੁੱਬ ਜਾਵਾਂਗੇ, ਡੁੱਬ ਜਾਣਗੇ ਨਾਮ ਤੋਂ ਬਿਨਾਂ। ਇਸ ਕਰਕੇ ਭਗਤ ਜੀ ਕਹਿੰਦੇ ਮੈਂ ਤਾਂ ਬਈ ਆਪਣਾ ਇਹ ਜਿਹੜਾ ਸਮਾਂ ਸੀ ਸੈੱਟ ਕਰ ਲਿਆ। ਆਪਾਂ ਤੇ ਸਮੇਂ ਦੇ ਨਾਲ ਹੀ, ਸੱਚੇ ਪਾਤਸ਼ਾਹ ਜੀ ਕਹਿੰਦੇ ਜਿਵੇਂ ਆਉਂਦਾ ਨਾ ਬਚਨ, ਮਹਾਰਾਜ ਕਹਿੰਦੇ ਐਸੇ ਘਰ ਹਮ ਬਹੁਤ ਵਸਾਏ, ਜਬ ਹਮ ਰਾਮ ਗਰਭ ਹੋਏ ਆਏ। ਮਹਾਰਾਜ ਕਹਿੰਦੇ ਬਹੁਤ ਘਰਾਂ 'ਚ ਆਏ ਆ, ਕੇਤਿਆਂ ਕੇ ਬਾਪ, ਕੇਤਿਆਂ ਕੇ ਬੇਟੇ, ਕੇਤੇ ਗੁਰੂ ਚੇਲੇ ਹੋਏ। ਕਈਆਂ ਘਰਾਂ 'ਚ ਪਿਤਾ ਬਣਿਆ, ਮਹਾਰਾਜ ਕਹਿੰਦੇ ਪੁੱਤਰ ਬਣਿਆ, ਚੇਲਾ ਬਣਿਆ, ਗੁਰੂ ਬਣਿਆ, ਬਹੁਤ ਜਨਮ ਬਿਸਰੇ ਥੇ ਮਾਧੋ। ਤਾਂ ਭਗਤ ਜੀ ਕਹਿੰਦੇ ਐ, ਐਵੇਂ ਨਹੀਂ ਆਖਿਆ, ਭਗਤ ਜੀ ਤਾਂ ਕਹਿ ਰਹੇ। ਭਗਤ ਰਵਿਦਾਸ ਜੀ ਮਹਾਰਾਜ ਕਹਿੰਦੇ ਬਹੁਤ ਜਨਮ ਬਿਸਰੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ। ਆ ਜੋ ਜਨਮ ਹੈ ਨਾ ਹੁਣ ਤੇਰੇ ਲਿਖੇ ਹੈ। ਕਿਉਂ? ਮੈਂ ਕੀ ਵੇਖਿਆ? ਦੱਸਦੇ ਹਨ। ਜਬ ਦੇਖਿਓ ਬੇੜਾ ਜਰਜਰਾ। ਹੈ ਨਾ ਬਾਣੀ ਇੱਕ, ਜੋ ਗੱਲ ਭਗਤ ਰਵਿਦਾਸ ਜੀ ਕਹਿੰਦੇ ਉਹੀ ਕਬੀਰ ਸਾਹਿਬ ਕਹਿ ਰਹੇ ਨੇ, ਉਹੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਹੈ, ਉਹੀ ਕਲਗੀਆਂ ਵਾਲੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਵੀ ਉਹੀ ਗੱਲ ਕਹਿੰਦੇ ਹੈ। ਮਹਾਰਾਜ ਕਹਿੰਦੇ ਨੇ ਬਹੁਤ ਜਨਮ ਬਿਸਰੇ ਥੇ ਮਾਧੋ। ਮਹਾਰਾਜ ਬਹੁਤ ਜਨਮ ਵਿਛੜਿਆ ਹੋਇਆ ਤੇਰੇ ਨਾਲ, ਕਿਰਤ ਕਰਮ ਕੇ ਵਿਛੜੇ, ਕਰ ਕਿਰਪਾ ਮੇਲੋ ਰਾਮ। ਚਾਰ ਕੁੰਟ ਦਹਿਤ ਸੁਭ੍ਰਮੇ, ਥਕ ਆਏ ਪ੍ਰਭ ਕੀ ਸਾਮ। ਹੈ ਨਾ ਬਚਨ ਫਿਰ। ਜਬ ਦੇਖਿਓ ਬੇੜਾ ਜਰਜਰਾ, ਜਦੋਂ ਮੈਂ ਆਪਣੇ ਸਰੀਰ ਰੂਪੀ ਬੇੜੇ ਜਹਾਜ਼ ਨੂੰ ਵੇਖਿਆ ਕਿ ਪੁਰਾਣਾ ਹੋ ਗਿਆ, ਇਹਦੇ 'ਚ ਛੇਕ ਹੋ ਗਏ। ਛੇਕ ਕਿਵੇਂ ਹੋਏ? ਦੋਸ਼ ਕਰਕੇ, ਔਗਣ ਕਰਕੇ, ਪਾਪ ਕਰਕੇ ਛੇਕ ਹੋ ਗਏ। ਤਬ ਉਤਰ ਪਰਿਓ ਹੋ ਫਰਕ। ਮਹਾਰਾਜ ਜੀ ਕਹਿੰਦੇ ਬੜੀ ਛੇਤੀ, ਬੜੀ ਜਲਦੀ ਮੈਂ ਕਹਿੰਦੇ ਉਤਰ ਗਿਆ ਦੁਨੀਆ ਦੇ ਇਹ ਬੇੜੇ 'ਚੋਂ।
ਮਹਾਰਾਜ ਕਹਿੰਦੇ ਨੇ ਛਾਲ ਮਾਰੀ, ਕਹਿੰਦੇ ਮੈਂ ਸਤ ਸੰਗਤ ਦੀ ਕਿਰਪਾ ਕਰਕੇ ਦੇ ਅਭਿਮਾਨ ਨੂੰ ਛੱਡ ਦਿੱਤਾ ਤੇ ਹੁਣ ਜੀਵਨ ਮੁਕਤ ਹੋ ਗਿਆ, ਨਹੀਂ ਤੇ ਮੈਂ ਡੁੱਬ ਰਿਹਾ ਸੀ ਭਾਈ। ਕਬੀਰ ਡੂਬਾ ਥਾ, ਡੁੱਬਿਆ ਹੋਇਆ ਸੀ, ਪੈ ਉਬਰਿਓ ਮਹਾਰਾਜ ਦੇ ਚਰਨੀ ਸ਼ਰਣੀ ਪੈ ਕੇ ਬਚ ਗਿਆ। ਤਬ ਉੱਤਰ ਪਰਿਓ ਹਉ ਫਰਕ। ਮਹਾਰਾਜ ਕਹਿੰਦੇ ਤਬ ਉੱਤਰ ਪਰਿਓ ਹੋ ਫਰਕ, ਮੈਂ ਉਤਰ ਗਿਆ, ਤਬ ਉੱਤਰ ਪਰਿਓ ਹੋ ਫਰਕ, ਉਤਰ ਗਿਆ ਮੇਰੇ ਮਨ ਤੋਂ ਵਾਸਨਾਵਾਂ ਦਾ ਮੋਹ ਦਾ ਪਾਣੀ ਜਿਹੜਾ ਉਤਰ ਗਿਆ, ਚੜਿਆ ਹੋਇਆ ਸੀ। ਇਉਂ ਦੱਸਦੇ ਹਨ ਭਾਈ, ਅਸੀਂ ਵੀ ਪਾਰ ਹੋ ਜਾਵਾਂਗੇ, ਅਸੀਂ ਵੀ ਮੁਕਤ ਹੋ ਜਾਵਾਂਗੇ ਜਦੋਂ ਗੁਰੂ ਸਾਹਿਬ ਸੱਚੇ ਪਾਤਸ਼ਾਹ ਦੀ ਚਰਨੀ ਸ਼ਰਣੀ ਪੈ ਕੇ ਉਹ ਗੁਣਾਂ ਨੂੰ ਧਾਰਨ ਕਰਕੇ, ਵਾਹਿਗੁਰੂ ਪਰਮੇਸ਼ਰ ਦਾ ਨਾਮ ਗੁਣ ਧਾਰਨ ਕਰਕੇ ਜਦੋਂ ਜਪਾਂਗੇ, ਉਦੋਂ ਸਾਧ ਸੰਗਤ ਜੀ ਕੀ ਨਜ਼ਰ ਆਵੇਗਾ? ਹੁਣ ਸਾਨੂੰ ਨਜ਼ਰ ਨਹੀਂ ਆਉਂਦਾ, ਹੁਣ ਸਾਨੂੰ ਮੌਤ ਨਜ਼ਰ ਨਹੀਂ ਆਉਂਦੀ, ਹੁਣ ਸਾਡਾ ਜਿਹੜਾ ਜਨਮ ਅਜਾਈਂ ਚਲਿਆ ਜਾ ਰਿਹਾ ਨਾ, ਉਹ ਨਜ਼ਰ ਨਹੀਂ ਆਉਂਦਾ ਹਜੇ। ਉਹ ਗਿਆਨ ਦੇ ਚਸ਼ਮੇ ਨਹੀਂ ਲੱਗੇ। ਜਦੋਂ ਗਿਆਨ ਰੂਪੀ ਚਸ਼ਮੇ ਲੱਗ ਜਾਣਗੇ ਸਾਧ ਸੰਗਤ ਜੀ, ਉਹ ਨੇਤਰਾਂ ਦੇ ਵਿੱਚ ਜਦੋਂ ਗਿਆਨ ਰੂਪੀ ਰੌਸ਼ਨੀ ਆ ਜਾਏਗੀ, ਉਦੋਂ ਦੇਖੇਗਾ ਕਿ ਮੇਰਾ ਸਰੀਰ ਪੁਰਾਣਾ ਹੋ ਰਿਹਾ, ਉਦੋਂ ਦਿਸੇਗਾ ਕਿ ਬਹੁਤ ਮੈਂ ਜੂਨਾ ਭੋਗ ਕੇ ਆਇਆ, ਬਹੁਤ ਜਨਮ ਬਿਸਰੇ ਇੱਥੇ ਮਾਧੋ। ਉਦੋਂ ਆਖੇਗਾ ਮਹਾਰਾਜ ਹੁਣ ਕਿਰਪਾ ਕਰੋ, ਇਹ ਜਨਮ ਤੇਰੇ ਲੇਖੇ ਹੀ ਹੈ। ਆਪਣੇ ਸਰੀਰ ਰੂਪੀ ਬੇੜੇ ਨੂੰ ਜਦੋਂ ਛੇਕ ਹੁੰਦਾ ਵੇਖੇਗਾ, ਮਹਾਰਾਜ ਕਹਿੰਦੇ ਤੈਨੂੰ ਉਦੋਂ ਫਰਕ ਪਊਗਾ, ਉਦੋਂ ਫਿਰ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪੇਗਾ ਤਾਂ ਮੁਕਤ ਹੋ ਜਾਵੇਗਾ, ਡੁੱਬੇਗਾ ਨਹੀਂ ਸੰਸਾਰ ਰੂਪੀ ਇਹ ਪਦਾਰਥਾਂ ਰੂਪੀ ਪਾਣੀ 'ਚ, ਸਾਗਰ 'ਚ। ਤਾਂ ਹੀ ਕਲਗੀਧਰ ਪਾਤਸ਼ਾਹ ਜੀ ਨੇ ਆਖਿਆ, ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਸਗਲ ਦਵਾਰ ਕੋ ਛਾੜ ਕੇ ਗਇਓ ਤੁਹਾਰੋ ਦਵਾਰ, ਬਾਹੇ ਗਹਿ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ਤਾਂ ਕਰਕੇ ਕਲਗੀਆਂ ਵਾਲੇ ਸੁਆਮੀ ਜੀ ਨੇ ਆਖਿਆ, ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਇਹੀ ਕਹਿੰਦੇ ਐ, ਇਹ ਸਾਗਰ ਸੋਈ ਤਰੈ ਜੋ ਹਰ ਗੁਣ ਗਾਏ। ਇਹ ਸੰਸਾਰ ਰੂਪੀ ਸਾਗਰ ਤਾਂ ਤੂੰ ਤਰ ਸਕਦਾ, ਤਾਂ ਪਰ ਕਰ ਸਕਦਾ ਏ ਜੇ ਹਰੀ ਦੇ ਗੁਣ ਗਾਏਗਾ। ਸਾਧ ਸੰਗਤ ਕੈ ਸੰਗ ਵਸੈ ਵਡਭਾਗੀ ਪਾਏ। ਜੇ ਤੂੰ ਸਤ ਸੰਗਤ ਦੇ ਵਿੱਚ ਆ ਕੇ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਦਾ ਅਭਿਆਸ ਕੀਤਾ, ਭਜਨ ਕੀਤਾ, ਗੁਰੂ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਵੱਡੇ ਭਾਗ ਕਰਕੇ ਜਦੋਂ ਤੂੰ ਨਾਮ ਨੂੰ ਪਾ ਲਿਆ ਤਾਂ ਸੰਸਾਰ ਸਾਗਰ ਤੋਂ ਪਾਰ ਹੋ ਜਾਏਗਾ। ਨਹੀਂ ਸੰਸਾਰ ਸਾਗਰ ਤੋਂ ਤਰਨਾ ਔਖਾ ਹੈ। ਇਹ ਸਾਗਰ ਸੋਈ ਤਰੈ, ਉਹ ਤਰ ਗਏ ਜੋ ਹਰ ਗੁਣ ਗਾਏ, ਜਿਨ੍ਹਾਂ ਨੇ ਹਰੀ ਦੇ ਗੁਣ ਗਾਏ ਐ। ਇਉਂ ਭਗਤ ਕਬੀਰ ਸਾਹਿਬ ਜੀ ਦੱਸਦੇ ਨੇ, ਕਹਿੰਦੇ ਹੁਣ ਤਾਂ ਮੁਕਤ ਹੋ ਗਏ, ਬਹੁਰ ਹਮ ਕਾਹੇ ਆਵਹਿਗੇ, ਹੁਣ ਅਸੀਂ ਕਿਉਂ ਆਵਾਂਗੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਐ, ਇਉਂ ਮਹਾਰਾਜ ਕਬੀਰ ਸਾਹਿਬ ਜੀ ਸਮਝਾਉਂਦੇ ਹਨ, ਕਬੀਰ ਪਾਪੀ ਭਗਤ ਨਾ ਭਾਵਈ। ਸਾਧ ਸੰਗਤ ਜੀ ਕੋਈ ਪਾਪੀ ਜੀਵ ਬਹੁਤ ਪਾਪ ਕਰ ਰਿਹਾ ਸੀ, ਭਗਤ ਜੀ ਨੇ ਉਹਨੂੰ ਉਪਦੇਸ਼ ਦਿੱਤਾ, ਕਹਿੰਦੇ ਭਗਤੀ ਕਰਿਆ ਕਰ, ਉਹ ਫਿਰ ਵੀ ਨਾ ਮੰਨਿਆ। ਤਾਂ ਮਹਾਰਾਜ ਭਗਤ ਕਬੀਰ ਸਾਹਿਬ ਜੀ ਪਾਪੀ ਬੰਦੇ ਦੀ, ਸਖਤ ਬੰਦੇ ਦੀ ਗੱਲ ਕਰਦੇ ਐ, ਦੱਸਦੇ ਆ ਲੱਛਣ, ਦੱਸਦੇ ਆ ਪਾਪੀ ਬੰਦੇ ਦਾ। ਪਾਪੀ ਕੌਣ ਹੈ ਸਾਧ ਸੰਗਤ ਜੀ? ਉਹ ਪਾਪੀ ਹੈ ਜਿਸ ਨੇ ਵੱਡਾ ਪਾਪ ਕਰ ਲਿਆ। ਜਿਸ ਵੱਡੇ ਪਾਪ ਨੂੰ ਕਰਿਆ ਕਰਕੇ ਸਾਰੇ ਪਾਪ ਆ ਕੇ ਲੱਗਦੇ ਐ। ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰ ਰਾਇਆ। ਜਿਹਨੇ ਇਹ ਪਾਪ ਕਰ ਲਿਆ ਨਾ, ਨਾ ਗੁਰੂ ਸਾਹਿਬ ਦੇ ਚਰਨੀ ਸ਼ਰਨੀ ਪਿਆ, ਨਾ ਸਾਧੂ ਦੀ ਸੰਗਤ ਕੀਤੀ, ਗੁਰਮੁਖਾਂ ਦੀ ਸੰਗਤ ਕੀਤੀ, ਨਾ ਕੋਈ ਜਪ ਕੀਤਾ ਮਹਾਰਾਜ ਦੇ ਨਾਮ ਦਾ, ਨਾ ਸੇਵਾ ਰੂਪੀ ਤਪ ਕੀਤਾ। ਸੇਵਾ ਕਰਨੀ ਤਪ ਹੈ, ਜਾਪ ਕਰਨਾ ਸੇਵਾ ਕਰਨੀ ਜਪ ਤਪ ਹੈ। ਸੰਜਮ, ਇੰਦਰੀਆਂ ਨੂੰ ਰੋਕਿਆ ਨਹੀਂ ਹੈ, ਗਲਤ ਪਾਸੋਂ ਧਰਮ ਨਹੀਂ ਕਮਾਇਆ। ਜੋ ਗੁਰੂ ਸਾਹਿਬ ਨੇ ਮਰਿਆਦਾ ਕਾਨੂੰਨ ਦੱਸਿਆ ਉਹ ਨਹੀਂ ਕਮਾਇਆ। ਸੇਵਾ ਸਾਧ ਨਾ ਜਾਣਿਆ ਹਰ ਰਾਇਆ। ਜਿਹਨੇ ਇਹ ਨਹੀਂ ਨਾ ਕੀਤਾ, ਵੱਡਾ ਪਾਪ ਕਰ ਲਿਆ, ਉਸ ਨੂੰ ਫਿਰ ਸਾਰੇ ਪਾਪ ਆ ਕੇ ਲੱਗਦੇ ਐ। ਮਹਾਰਾਜ ਪਾਪੀ ਬੰਦੇ ਦੀ ਹਾਲਤ ਦੱਸਦੇ ਐ, ਭਗਤ ਜੀ ਲੱਛਣ ਦੱਸਦੇ ਕਿ ਪਾਪੀ ਕਿਹੋ ਜਿਹਾ ਹੁੰਦਾ ਏ। ਕਬੀਰ ਪਾਪੀ ਭਗਤ ਨਾ ਭਾਵਈ। ਮਹਾਰਾਜ ਕਹਿੰਦੇ ਭਾਈ ਪਾਪੀ ਬੰਦੇ ਨੂੰ ਭਗਤੀ ਵਾਹਿਗੁਰੂ ਦੀ ਭਾਵਈ ਚੰਗੀ ਨਹੀਂ ਲੱਗਦੀ। ਹਰ ਪੂਜਾ ਨਾ ਸਹਾਏ। ਮਹਾਰਾਜ ਕਹਿੰਦੇ ਵਾਹਿਗੁਰੂ ਪਰਮੇਸ਼ਰ ਦੀ ਪੂਜਾ ਕਰਨੀ ਵੀ ਸੋਹਣੀ ਨਹੀਂ ਲੱਗਦੀ। ਸੱਚੇ ਬਾਦਸ਼ਾਹ ਕਹਿੰਦੇ ਨਾ ਉਹਦੇ ਮਨ ਨੂੰ ਭਗਤੀ ਚੰਗੀ ਲੱਗਦੀ ਹੈ, ਨਾ ਤਨ ਕਰਕੇ ਸਰੀਰ ਕਰਕੇ ਵਾਹਿਗੁਰੂ ਦੀ ਪੂਜਾ ਚੰਗੀ ਲੱਗਦੀ ਹੈ। ਸਾਧ ਸੰਗਤ ਜੀ ਗੁਰੂ ਸਾਹਿਬ ਦੀ ਸੇਵਾ ਰੂਪੀ ਪੂਜਾ ਉਸ ਨੂੰ ਸੁਹਾਏ ਨਾ ਸੁਹਾਏ,
ਚੰਗੀ ਨਹੀਂ ਲੱਗਦੀ, ਸੋਭਦੀ ਨਹੀਂ ਆ। ਮਹਾਰਾਜ ਕਹਿੰਦੇ ਉਹਦੇ ਮਨ ਨੂੰ ਇਉਂ ਪਾਪਾਂ 'ਚ ਮਨ ਦੀ ਪ੍ਰਵਿਰਤੀ ਹੋਈ ਹੈ, ਪਾਪ ਹੀ ਮਨ ਨੂੰ ਮਿੱਠਾ ਕਰਕੇ ਪਾਪ ਖਾ ਰਿਹਾ। ਸਾਧ ਸੰਗਤ ਜੀ ਮਿੱਠੇ ਰੱਖਦੇ ਨਾ ਹੁਣ ਇਸ ਨੂੰ ਪਾਪ ਤਾਂ ਹੀ ਤੇ ਖਾ ਰਿਹਾ। ਮਹਾਰਾਜ ਕਹਿੰਦੇ ਇਹਦਾ ਸਵਾਦ ਤੇ ਬਾਅਦ 'ਚ ਕੌੜਾ ਹੀ ਆਉਣਾ ਆ। ਇਸੇ ਕਰਕੇ ਪਾਪੀ ਬੰਦੇ ਨੂੰ ਵਾਹਿਗੁਰੂ ਦੀ ਭਗਤੀ ਨਹੀਂ ਚੰਗੀ ਲੱਗਦੀ, ਸਾਗਤ ਪੁਰਖ ਨੂੰ ਨਾ ਵਾਹਿਗੁਰੂ ਦੀ ਸੇਵਾ ਰੂਪੀ ਪੂਜਾ ਸੁਹਾਏ ਚੰਗੀ ਲੱਗਦੀ ਹੈ, ਨਾ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਪ੍ਰਤੱਖ ਪੂਜਾ ਕਰਨੀ ਚੰਗੀ ਲੱਗਦੀ ਹੈ। ਮਾਖੀ ਚੰਦਨ ਪਰ ਹਰੈ, ਜਿਵੇਂ ਮੱਖੀ ਚੰਦਨ ਨੂੰ ਛੱਡ ਦਵੇ, ਜਹ ਬੇਗੰਧ ਤਹ ਜਾਏ। ਜਿੱਥੇ ਗੰਦੀ ਵਾਸ਼ਨਾ ਗੰਦੀ ਥਾਂ ਉੱਥੇ ਜਾਊਗੀ ਮੱਖੀ। ਮਹਾਰਾਜ ਕਹਿੰਦੇ ਨੇ ਮਾਖੀ ਚੰਦਨ ਪਰ ਹਰੈ। ਇਹ ਜੋ ਮੱਖੀ ਹੈ ਨਾ, ਉਹ ਜੋ ਚੰਦਨ ਵਿੱਚੋਂ ਸੋਹਣੀ ਵਾਸਨਾ ਆਉਂਦੀ ਏ, ਸਾਧ ਸੰਗਤ ਜੀ ਉਹਨੂੰ ਛੱਡ ਕੇ ਜਹ ਬੇਗੰਧ ਤਹਿ ਜਾਏ। ਜਿੱਥੇ ਗੰਦੀ ਥਾਂ ਏ, ਗੰਦੀ ਵਾਸ਼ਨਾ ਉੱਥੇ ਜਾਊਗੀ। ਉਹ ਦੱਸਦੇ ਹਨ ਮਾਖੀ ਚੰਦਨ ਪਰ ਹਰੈ। ਇਉਂ ਗੁਰਮੁਖੋ ਜਿਹੜੇ ਮੱਖੀ ਦੀ ਨਿਆਈ ਕੁਸੰਗੀ ਹੈ, ਪਾਪੀ ਜੀਵ ਹੈ, ਉਹ ਭਾਈ ਚੰਦਨ ਦੀ ਨਿਆਈ ਕਾਲ ਪੁਰਖ ਵਾਹਿਗੁਰੂ ਨਿਰੰਕਾਰ ਦੇ ਨਾਮ ਨੂੰ ਛੱਡ ਕੇ, ਚਰਨਾਂ ਨੂੰ ਛੱਡ ਕੇ ਜਹ ਬੇਗੰਧ ਤਹ ਜਾਏ। ਹਾਂ, ਇਹ ਦੂਜਾ ਅਰਥ ਕਰਨੇ ਆ। ਮੱਖੀ ਦੀ ਨਿਆਈ ਜਿਹੜੇ ਕੁਸੰਗੀ ਹੈ, ਪਾਪੀ ਹੈ, ਸਾਗਤ ਬੰਦੇ, ਮਨਮੁਖ ਮੂਰਖ ਹੈ, ਮਹਾਰਾਜ ਕਹਿੰਦੇ ਨੇ ਉਹ ਨਾਮ ਗਿਆਨ ਰੂਪੀ ਚੰਦਨ ਨੂੰ ਛੱਡ ਕੇ, ਸਤਿਗੁਰੂ ਰੂਪੀ ਚੰਦਨ ਨੂੰ ਛੱਡ ਕੇ ਭਾਈ ਸੱਚੇ ਪਾਤਸ਼ਾਹ ਕਹਿੰਦੇ ਬਚਨ ਆਉਂਦਾ ਆ। ਮਹਾਰਾਜ ਕਹਿੰਦੇ ਸਤਿਗੁਰੂ ਅਕਾਲ ਪੁਰਖ ਨੂੰ ਛੱਡ ਕੇ ਜਿਹੜਾ ਜੀਵ ਮਨ ਦੇ ਮਗਰ ਲੱਗਦਾ ਨਾ, ਸਤਿਗੁਰ ਪੂਰਾ ਛੱਡ ਕੇ ਮਨਮੁਖ ਹੋਏ ਬੰਦੇ ਦਾ ਬੰਦਾ। ਭਾਈ ਗੁਰਦਾਸ ਜੀ ਬਚਨ ਕਰਦੇ ਐ, ਉਹ ਮਨਮੁਖ ਸਾਧ ਸੰਗਤ ਜੀ ਮਨਮੁਖ ਹੀ ਰਹਿੰਦਾ ਆ। ਗੁਰੂ ਸਾਹਿਬ ਨੂੰ ਛੱਡ ਦਿੱਤਾ, ਉਹ ਕਦੇ ਗੁਰਮੁਖ ਨਹੀਂ ਹੋ ਸਕਦਾ, ਬੰਦਾ ਨਹੀਂ ਬਣ ਸਕਦਾ। ਬੰਦਾ ਤੇ ਸਾਧ ਸੰਗਤ ਜੀ ਬੰਦੇ ਦਾ ਭਾਵ ਹੁੰਦਾ ਗੁਲਾਮ। ਬੰਦਾ ਬੰਦਗੀ ਇਖਤਿਆਰ, ਬੰਦਾ ਉਸ ਨੂੰ ਆਖੇ ਜਿਹੜਾ ਬੰਦਗੀ ਕਰਦਾ ਆ। ਬੰਦਾ ਜਿਹੜਾ ਗੁਲਾਮ ਹੈ, ਹੈਗੇ ਆ ਗੁਲਾਮ ਗੁਰੂ ਸਾਹਿਬ ਦੇ। ਕਬੀਰ ਸਾਹਿਬ ਤਾਂ ਕਹਿੰਦੇ ਕਹੋ ਕਬੀਰ ਗੁਲਾਮ ਘਰ ਕਾ ਜੀ ਆਏ ਭਾਵੇ ਮਾਰ। ਭਗਤ ਜੀ ਕਹਿੰਦੇ ਮੈਂ ਤਾਂ ਗੁਲਾਮ ਆ ਵਾਹਿਗੁਰੂ ਦਾ, ਪਰਮੇਸ਼ਰ ਦਾ। ਇਸੇ ਕਰਕੇ ਜਿਹੜੇ ਮੱਖੀ ਦੀ ਨਿਆਈ ਸਾਗਤ ਪੁਰਖ, ਮੂਰਖ ਪੁਰਖ, ਚੰਦਨ ਦੀ ਨਿਆਈ ਵਾਹਿਗੁਰੂ ਪਰਮੇਸ਼ਰ ਨੂੰ ਛੱਡ ਦਿੰਦੇ ਹਨ। ਜਹ ਬੇਗੰਧ ਤਹ ਜਾਏ। ਉਹ ਭਗਤੀ ਨੂੰ ਛੱਡ ਦਿੰਦੇ ਆ, ਵਿਸ਼ਿਆਂ ਦੀ ਕੁਸੰਗਤ ਦੀ ਦੁਰਗੰਧੀ ਤੇ ਜਾ ਕੇ ਬੈਠਦੇ ਆ। ਜਿਵੇਂ ਮੱਖੀ ਗੰਦੀ ਥਾਂ ਤੇ ਬੈਠੇਗੀ, ਸਾਧ ਸੰਗਤ ਜੀ ਵੇਖਦੇ ਹੀ ਆ। ਇਸੇ ਪ੍ਰਕਾਰ ਉਹ ਜਿਹੜੇ ਜੀਵ ਨੇ ਨਾ, ਇਹ ਕਲਯੁਗੀ ਜੀਵ, ਇਹ ਵੀ ਗੰਦੀ ਥਾਂ ਤੇ ਆ ਕੇ ਬਹਿੰਦੇ ਐ। ਜਿੱਥੇ ਗੰਦ ਹੋਊਗਾ ਉੱਥੇ ਜਾ ਕੇ ਬੈਠ, ਜਿੱਥੇ ਨਿੰਦਿਆ ਹੋਏਗੀ ਉੱਥੇ ਜਾ ਕੇ ਸੁਣੇਗਾ। ਸਾਧ ਸੰਗਤ ਜੀ ਇਉਂ ਮਹਾਰਾਜ ਜੀ ਦੱਸਦੇ ਹਨ। ਕਬੀਰ ਵੈਦ ਮੁਆ ਰੋਗੀ ਮੁਆ। ਸਾਧ ਸੰਗਤ ਜੀ ਭਗਤ ਕਬੀਰ ਸਾਹਿਬ ਜੀ ਇੱਕ ਦਿਨ ਨਾ ਕਾਂਸ਼ੀ ਵਿੱਚ ਸਾਧ ਸੰਗਤ ਜੀ ਤੁਰੇ ਜਾ ਰਹੇ ਸੀ, ਟਹਿਲ ਰਹੇ ਸੀ, ਬਾਜ਼ਾਰ ਵਿੱਚ ਦੀ ਲੰਘੇ। ਉੱਥੇ ਬੜਾ ਰੌਲਾ ਰੱਪਾ ਪੈ ਰਿਹਾ ਸੀ। ਜਦੋਂ ਭਗਤ ਜੀ ਨੇ ਵੇਖਿਆ ਜਾ ਕੇ ਕਿ ਕਾਹਦਾ ਰੌਲਾ ਰੱਪਾ ਪੈਂਦਾ ਏ, ਕਹਿੰਦੇ ਮਹਾਰਾਜ ਜੀ ਜਿਹੜਾ ਵੈਦ ਸੀ ਨਾ ਆਪਣੇ ਕਾਂਸ਼ੀ ਸ਼ਹਿਰ ਦਾ, ਇਹ ਮਰ ਗਿਆ, ਚੜ੍ਹਾਈ ਕਰ ਗਿਆ। ਸਾਧ ਸੰਗਤ ਜੀ ਜਦੋਂ ਚੜ੍ਹਾਈ ਕੀਤਾ ਨਾ ਵੈਦ, ਸਾਰੇ ਬੜੇ ਹਾਹਾਕਾਰ ਕਰਨ ਲੱਗੇ। ਕਹਿੰਦੇ ਬਾਹਲਾ ਸਿਆਣਾ ਵੈਦ ਸੀ, ਬੜਾ ਚੰਗਾ ਸੀ, ਮਾਇਆ ਵੀ ਥੋੜ੍ਹੀ ਲੈਂਦਾ ਸੀ, ਦਵਾਈ ਬੜੀ ਚੰਗੀ ਦਿੰਦਾ ਸੀ। ਇਹਦੀ ਦਵਾਈ ਨਾਲ ਹਰ ਠੀਕ ਹੋ ਜਾਂਦੇ ਸਨ, ਹਰੇਕ ਰੋਗ ਠੀਕ ਹੋ ਜਾਂਦਾ ਸੀ। ਸਾਧ ਸੰਗਤ ਜੀ ਇਹ ਸੁਣ ਕੇ ਭਗਤ ਕਬੀਰ ਸਾਹਿਬ ਜੀ ਬਚਨ ਉਚਾਰਦੇ ਹਨ। ਕਬੀਰ ਵੈਦ ਮੁਆ ਰੋਗੀ ਮੁਆ। ਮਹਾਰਾਜ ਕਹਿੰਦੇ ਵੈਦ ਵੀ ਮਰ ਗਿਆ, ਸੱਚੇ ਪਾਤਸ਼ਾਹ ਕਹਿੰਦੇ ਰੋਗੀ ਵੀ ਮਰ ਗਿਆ। ਜਿਹੜਾ ਰੋਗੀ ਹੈ ਨਾ ਉਹ ਵੀ ਮਰ ਜਾਊਗਾ, ਤੇ ਰੋਗੀ ਨੂੰ ਦਵਾਈ ਦੇਣ ਵਾਲਾ ਵੈਦ ਵੀ ਮਰ ਜਾਊਗਾ। ਮੂਆ ਸਭ ਸੰਸਾਰ। ਸਾਰਾ ਸੰਸਾਰ ਹੀ ਮੂਆ ਹੈ, ਮਰਨ ਵਾਲਾ ਹੈ। ਸੱਚੇ ਪਾਤਸ਼ਾਹ ਦੱਸਦੇ ਹਨ। ਏਕ ਕਬੀਰਾ ਨਾ ਮੂਆ। ਮਹਾਰਾਜ ਕਹਿੰਦੇ ਇੱਕ ਅਕਾਲ ਪੁਰਖ ਵਾਹਿਗੁਰੂ ਨਿਰੰਕਾਰ ਕਬੀਰਾ ਨਾ ਮੂਆ, ਉਹ ਨਹੀਂ ਮਰਦਾ ਭਾਈ। ਜਿਹ ਨਾਹੀ ਰੋਵਨ ਹਾਰ। ਮਹਾਰਾਜ ਕਹਿੰਦੇ ਵੈਦ ਮਰ ਗਿਆ, ਇਹਦੇ ਪਰਿਵਾਰ ਰੋਂਦਾ ਏ।
ਰੋਗੀ ਮਰ ਗਿਆ, ਉਹਦੇ ਧੀ ਪੁੱਤ ਰੋਂਦੇ ਐ, ਸੰਸਾਰ ਮਰ ਗਿਆ, ਸੰਸਾਰ ਨੂੰ ਸਾਰੀ ਰੋਂਦੇ ਐ। ਮਹਾਰਾਜ ਕਹਿੰਦੇ ਇੱਕ ਜੋ ਅਕਾਲ ਪੁਰਖ ਵਾਹਿਗੁਰੂ ਉਹ ਨਹੀਂ ਮਰਦਾ, ਜਹ ਨਾਹੀ ਰੋਵਣਹਾਰ, ਨਾ ਉਹਨੂੰ ਭਾਈ ਕੋਈ ਰੋਣ ਵਾਲਾ। ਕਬੀਰ ਬੈਦ ਮੂਆ ਰੋਗੀ ਮੂਆ। ਸਾਧ ਸੰਗਤ ਜੀ, ਭਗਤ ਕਬੀਰ ਸਾਹਿਬ ਜੀ ਬਚਨ ਉਚਾਰਨ ਕਰਦੇ ਐ। ਮਹਾਰਾਜ ਹੁਣ ਆਪਣੀ ਅਵਸਥਾ ਦੱਸਦੇ ਐ। ਮਹਾਰਾਜ ਕਹਿੰਦੇ ਜਿਹੜਾ ਮੇਰੇ ਅੰਦਰ ਵੈਦ ਹੀ ਨਹੀਂ ਆਈ, ਕੱਚਾ ਗੁਰੂ ਸੀ ਨਾ, ਕਈ ਕੱਚੇ ਗੁਰੂ ਤੇ ਬੜਾ ਵਿਸ਼ਵਾਸ ਭਾਵਨਾ ਰੱਖਦੇ ਐ, ਜਿਵੇਂ ਪਖੰਡੀ ਸਾਧਾਂ ਤੇ ਕੱਚੇ ਗੁਰੂ ਧਾਰਨ ਕਰੀ ਫਿਰਦੇ ਹੁੰਦੇ ਐ। ਆਹ ਬਿਆਸੇ ਵਾਲੇ ਨਿਰੰਕਾਰੀਏ ਨਾਮਧਾਰੀ ਜਿਹੜੇ ਫਲਾਣੇ ਕੱਚੇ ਗੁਰੂ ਐ। ਅਸਲ ਸੱਚਾ ਗੁਰੂ ਤੇ ਗੁਰੂ ਗ੍ਰੰਥ ਸਾਹਿਬ ਹੀ ਹੈ ਭਾਈ, ਜਿਹੜਾ ਕਦੇ ਨਾਸ਼ ਨਹੀਂ ਹੁੰਦਾ। ਸਾਧ ਸੰਗ ਜੀ, ਜਿਸ ਦਾ ਕਦੇ ਨਾਸ਼ ਨਹੀਂ ਹੋਇਆ, ਜਿਹੜਾ ਸੱਚ ਸਰੂਪ ਸਦਾ ਇੱਕ ਰਹਿੰਦਾ ਆ। ਮਹਾਰਾਜ ਕਹਿੰਦੇ ਵੈਦ ਮੂਆ, ਉਹ ਜਿਹੜਾ ਕੱਚੇ ਗੁਰੂ ਦੀ ਨਿਆਈ ਵੈਦ ਸੀ ਨਾ, ਉਹ ਵੀ ਮਰ ਗਿਆ ਮੇਰੇ ਅੰਦਰੋਂ। ਰੋਗੀ ਮੂਆ, ਜਿਹੜਾ ਰੋਗ ਸੀ ਵਿਕਾਰਾਂ ਦਾ, ਅਗਿਆਨਤਾ ਦਾ, ਉਹ ਵੀ ਮਰ ਗਿਆ। ਕਹਿੰਦੇ ਮੂਆ ਸਭ ਸੰਸਾਰ, ਸੰਸਾਰ ਦੀ ਨਿਆਈ ਜੋ ਇੰਦਰੀਆਂ ਸਨ, ਅੱਖਾਂ, ਨੱਕ, ਇਹ ਰਸਨਾ, ਕੰਨ, ਹੱਥ ਪੈਰ, ਇਹ ਸੰਸਾਰ ਦੀ ਨਿਆਈ ਜਿਹੜਾ ਇੰਦਰੀਆਂ ਸੀ ਨਾ, ਇਹ ਵੀ ਮਰ ਗਈਆਂ। ਇਹ ਵੀ ਹੁਣ ਗੁਰੂ ਸਾਹਿਬ ਦੇ ਅਨੁਸਾਰ ਹੀ ਰਹਿੰਦੀਆਂ ਨੇ। ਵੈਦ ਮੂਆ, ਕੱਚਾ ਗੁਰੂ ਅੰਦਰੋਂ ਮਰ ਗਿਆ, ਹੁਣ ਪੱਕਾ ਗੁਰੂ ਸਵਾਮੀ ਰਾਮਾਨੰਦ ਜੀ ਨੂੰ ਗੁਰੂ ਬਣਾਇਆ ਏ। ਅਕਾਲ ਪੁਰਖ ਸੱਚੇ ਪਾਤਸ਼ਾਹ ਜੀ ਗੁਰੂ ਨੇ। ਰੋਗੀ ਮੂਆ, ਇਹ ਦੂਜਾ ਅਰਥ ਕਰਕੇ ਦੱਸ ਰਿਹਾ। ਰੋਗੀ ਮੂਆ, ਅਗਿਆਨਤਾ ਰੂਪੀ ਰੋਗ ਵੀ ਮੂਆ ਮਰ ਗਿਆ ਅੰਦਰੋਂ। ਮੂਆ ਸਭ ਸੰਸਾਰ, ਮਹਾਰਾਜ ਕਹਿੰਦੇ ਨੇ ਇਹ ਜੋ ਸੰਸਾਰ ਇੰਦਰੀਆਂ ਨੇ, ਸੰਸਾਰ ਦੀਆਂ ਇੰਦਰੀਆਂ ਨੇ ਜੋ ਸੰਸਾਰ ਵਿੱਚ ਹੀ ਲਾਈ ਰੱਖਦੀਆਂ ਨੇ, ਇਹ ਵੀ ਮਰ ਗਈਆਂ, ਹੁਣ ਗੁਰੂ ਸਾਹਿਬ ਦੇ ਅਨੁਸਾਰ ਹੀ ਹੋ ਗਈਆਂ। ਮੂਆ ਸਭ ਸੰਸਾਰ। ਮਹਾਰਾਜ ਕਹਿੰਦੇ ਉਹ ਔਗਣਾ ਰੂਪੀ ਜੋ ਸੰਸਾਰ ਸੀ ਮਰ ਗਿਆ, ਹੁਣ ਔਗਣ ਨਹੀਂ ਕਰਦੇ। ਏਕ ਕਬੀਰਾ ਨਾ ਮੂਆ। ਫਿਰ ਕਬੀਰ ਸਾਹਿਬ ਨੂੰ ਪੁੱਛਿਆ, ਕਬੀਰ ਮਹਾਰਾਜ ਜੀ ਤੁਸੀਂ ਨਹੀਂ ਮਰਨਾ? ਕਹਿੰਦੇ ਮੈਂ ਨਹੀਂ ਮਰੂੰਗਾ। ਦੇਖੋ ਮਹਾਰਾਜ ਕੀ ਕਹਿ ਰਹੇ ਹੈ, ਏਕ ਕਬੀਰਾ ਨਾ ਮੂਆ। ਮਹਾਰਾਜ ਕਹਿੰਦੇ ਮੈਂ ਨਹੀਂ ਮਰਾਂਗਾ। ਅੱਛਾ, ਇਹ ਬਚਨ ਗੌੜੀ ਰਾਗ 'ਚ ਵੀ ਆ ਚੁੱਕਾ, ਇਹਦੇ ਨਾਲ ਮਿਲਦਾ ਜੁਲਦਾ। ਉਹ ਇਸ ਤਰ੍ਹਾਂ ਹੈ, ਮਹਾਰਾਜ ਕਹਿੰਦੇ ਅਵਰ ਮੋਏ ਕਿਆ ਸੋਗ ਕਰੀਜੈ। ਸੱਚੇ ਪਾਤਸ਼ਾਹ ਕਹਿੰਦੇ ਹੋਰਾਂ ਦੇ ਮਰਨ ਤੇ ਤਾਂ ਤੂੰ ਬੜਾ। ਸੱਚੇ ਪਾਤਸ਼ਾਹ ਕਹਿੰਦੇ ਸੋਗ ਕਰਦਾ, ਤੈਨੂੰ ਲਾਭ ਕੀ ਹੋਇਆ? ਤਉ ਕੀਜੈ ਜੋ ਆਪਣ ਜੀਜੈ। ਮਹਾਰਾਜ ਕਹਿੰਦੇ ਸੋਗ ਤਾਂ ਕਰੀਏ ਜੇ ਆਪ ਸਦਾ ਰਹਿਣਾ ਹੋਵੇ, ਜੀਜੈ ਜਿਉਣਾ ਹੋਵੇ। ਸਾਧ ਸੰਗਤ ਜੀ, ਤਾਂ ਤੂੰ ਸੋਗ ਕਰ ਜੇ ਆਪ ਸਦਾ ਜਿਉਣਾ, ਤਾਂ ਸੋ ਕਰ ਜੇ ਤੇਰੇ ਮਾਂ ਪਿਓ, ਤੇਰੇ ਭੈਣ ਭਾਈ ਸਭ ਕੁਝ ਜਿਉਂਦੇ ਰਹਿਣ, ਤੇਰੇ ਧੀ ਪੁੱਤ। ਮਹਾਰਾਜ ਕਹਿੰਦੇ ਅਵਰ ਮੋਏ ਕਿਆ ਸੋਗ ਕਰੀਜੈ। ਦੂਜੇ ਦੇ ਮਰੇ ਤੋਂ ਕਿਉਂ ਰੋ ਸੋਗ ਕਰਦਾ ਆ? ਮਰਨਾ ਤੇ ਤੂੰ ਵੀ ਹੈ। ਸੱਚੇ ਪਾਤਸ਼ਾਹ ਕਹਿੰਦੇ ਸੋਗ ਤਾਂ ਹੀ ਕਰਨਾ ਚਾਹੀਦਾ ਜੇ ਤੂੰ ਵੀ ਸਦਾ ਰਹਿਣਾ ਹੈ, ਸਦਾ ਵਾਸਤੇ ਇੱਥੇ ਜਿਉਂਦਾ ਰਹਿਣਾ ਹੈ। ਕਹਿੰਦੇ ਕਬੀਰ ਜੀ ਤੁਸੀਂ ਨਹੀਂ ਮਰਨਾ? ਸਵਾਲ ਕੀਤਾ। ਮਹਾਰਾਜ ਕਹਿੰਦੇ ਨਹੀਂ, ਮੈਂ ਨਾ ਮਰੋ, ਮਰਬੋ ਸੰਸਾਰਾ, ਸੰਸਾਰ ਮਰ ਜੇ, ਮੈਂ ਨਹੀਂ ਮਰਾਂਗਾ। ਕਹਿੰਦੇ ਜੀ ਕਿਉਂ, ਕਾਹਤੋਂ ਨਹੀਂ ਮਰਨਾ ਤੁਸੀਂ? ਭਗਤ ਜੀ ਕਹਿਣ ਲੱਗੇ ਅਬ ਮੋਹੇ ਮਿਲੋ ਹੈ ਜੀਆਵਣ ਹਾਰ। ਮੈਨੂੰ ਤੇ ਹੁਣ ਜ਼ਿੰਦਗੀ ਦੇਣ ਵਾਲਾ ਮਿਲ ਗਿਆ, ਐਸੀ ਜ਼ਿੰਦਗੀ ਦੇਣ ਵਾਲਾ ਮਿਲਿਆ, ਮੈਂ ਨਹੀਂ ਮਰਾਂਗਾ। ਸੰਸਾਰ ਮਰ ਰਿਹਾ 84 ਲੱਖ ਜੂਨ 'ਚ ਪੈ ਕੇ, ਸੰਸਾਰ ਮਰ ਰਿਹਾ ਪਾਪਾਂ 'ਚ ਪੈ ਕੇ। ਮਹਾਰਾਜ ਕਹਿੰਦੇ ਮੈਂ ਨਹੀਂ ਮਰਾਂਗਾ। ਅਬ ਮੋਹੇ ਮਿਲਿਓ ਹੈ ਜੀਆਵਣ ਹਾਰਾ, ਅਸਲ ਜ਼ਿੰਦਗੀ ਦੇਣ ਵਾਲਾ ਵਾਹਿਗੁਰੂ ਮੈਨੂੰ ਮਿਲ ਗਿਆ। ਸੱਚੇ ਪਾਤਸ਼ਾਹ ਕਹਿੰਦੇ ਅਬਰ ਮੋਏ ਕਿਆ ਸੋਗ ਕਰੀਜੈ। ਦੂਜੇ ਤੇ ਮਰੇ ਤੇ ਕਿਉਂ ਸੋਗ ਕਰਦੇ ਹੋ? ਮਹਾਰਾਜ ਕਹਿੰਦੇ ਤਉ ਕੀਜੈ ਜੋ ਆਪਣ ਜੀਜੈ, ਤਾਂ ਸੋਗ ਕਰ ਆਪ ਜੇ ਤੂੰ ਸਦਾ ਜਿਉਂਦੇ ਰਹਿਣਾ। ਮਰਨਾ ਤੇ ਤੂੰ ਵੀ ਹੈ, ਤੂੰ ਆਪਣੇ ਆਪ ਨਹੀਂ ਰੋ ਲੈ। ਮਹਾਰਾਜ ਕਹਿੰਦੇ ਐ। ਇਸ ਕਰਕੇ ਕਹਿੰਦੇ ਕਬੀਰ ਜੀ ਬੜੇ ਸਖਤ ਬਚਨ ਕਰਦੇ, ਤੁਸੀਂ ਨਹੀਂ ਮਰਨਾ? ਕਹਿੰਦੇ ਮੈਂ ਨਹੀਂ ਮਰਨਾ। ਏਕ ਕਬੀਰਾ ਨਾ ਮੂਆ, ਮੈਂ ਨਹੀਂ ਮਰਨਾ ਜੀ। ਕਹਿੰਦੇ ਅਸੀਂ ਮੁਕਤ ਹੋ ਚੁੱਕੇ ਹਾਂ। ਤਾਂ ਹੀ ਭਗਤ ਕਬੀਰ ਜੀ ਵਧੇ ਮੁਕਤ ਹੋਏ, ਸਰੀਰ ਲੈ ਕੇ ਸੱਚਖੰਡ ਗਏ। ਦੇਖੋ ਐਸੇ ਬ੍ਰਹਮ ਗਿਆਨੀ ਸਨ। ਆਹ ਸੰਤਾਂ ਦਾ ਪੱਲਾ ਫੜੀਏ ਅਸੀਂ। ਸਾਧ ਸੰਗਤ ਜੀ, ਇਹ ਅਸਲੀ ਸੰਤ ਹੈ ਭਗਤ ਕਬੀਰ ਸਾਹਿਬ ਜੀ ਮਹਾਰਾਜ ਵਰਗੇ। ਮਹਾਰਾਜ ਕਹਿੰਦੇ ਨੇ ਅਬ ਮੋਹੇ ਮਿਲਿਓ ਜੀਆਵਣ ਹਾਰਾ, ਮੈਂ ਨਾ ਮਰੋ, ਮੈਂ ਨਹੀਂ ਮਰਦਾ। ਕਿਉਂਕਿ ਬੌਰ ਹਮ ਕਾਹੇ ਆਵਹਿਗੇ, ਅਸੀਂ ਕਿਉਂ ਆਵਾਂਗੇ ਦੁਨੀਆ ਤੇ। ਮਹਾਰਾਜ ਕਹਿੰਦੇ ਹੁਣ ਤੇ ਅਸੀਂ ਅਬ ਤੋਂ ਜਾਏ ਚੜੇ ਸਿੰਘਾਸਨ, ਮਿਲੇ ਹੈ ਸਾਰਗ ਪਾਣੀ, ਰਾਮ ਕਬੀਰਾ ਏਕ ਭਏ ਹੈ, ਕੋਈ ਨਾ ਸਕੇ ਪਛਾਣੀ। ਕਿਤੇ ਵਾਹਿਗੁਰੂ ਮਰਦਾ ਹੁੰਦਾ ਆ?
ਕਿਤੇ ਵਾਹਿਗੁਰੂ ਨੂੰ ਵੀ ਮੌਤ ਆਈਏ ਕਹਿੰਦੇ, ਕਿਤੇ ਕਾਲ ਪੁਰਖ ਨੂੰ ਵੀ ਮੌਤ ਆਈਏ, ਰਾਮ ਨੂੰ ਕਿਤੇ ਮੌਤ ਆਈਏ, ਉਹ ਰਾਮ ਮੈਂ ਹੋ ਗਿਆ, ਰਾਮ ਕਬੀਰਾ ਏਕ ਪਏ ਹੈ। ਸਾਧ ਸੰਗਤ ਜੀ ਕਿਤੇ ਤਾਂ ਮੇਰੇ ਵਰਗੇ ਪਖੰਡੀ ਕਹਿੰਦੇ ਆ ਮੈਂ ਰੱਬ ਦਾ ਰੂਪ ਆ, ਨਹੀਂ, ਕਬੀਰ ਸਾਹਿਬ ਜੀ ਹੋ ਕੇ ਆਖਿਆ ਨਹੀਂ, ਪਹਿਲਾਂ ਹੋ ਕੇ ਜਦੋਂ ਵਾਹਿਗੁਰੂ ਦਾ ਸਰੂਪ ਹੋ ਗਏ ਉਦੋਂ ਆਖਿਆ ਮੈਂ ਹੁਣ ਪਰਮੇਸ਼ਰ ਹਾਂ, ਮੈਂ ਬ੍ਰਹਮ ਹਾਂ। ਜਦੋਂ ਅਗਿਆਨਤਾ ਹਉਮੈ ਹੰਗਤਾ ਸਭ ਕੁਝ ਦੂਰ ਹੋ ਜੇ, ਸ਼ੁੱਧ ਮਨ ਹੋ ਜੇ, ਕਿਉਂਕਿ ਸ਼ੁੱਧ ਮਨ ਹੀ ਪਰਮੇਸ਼ਰ। ਯਾਦ ਰੱਖਿਓ, ਵਾਹਿਗੁਰੂ ਨੂੰ ਪਾਇਆ ਨਹੀਂ ਜਾਂਦਾ, ਵਾਹਿਗੁਰੂ ਹੋਇਆ ਜਾਂਦਾ ਆ। ਤੇਰਾ ਮਨ ਵਾਹਿਗੁਰੂ ਹੋ ਜਾਏਗਾ, ਤੇਰਾ ਮਨ ਸ਼ੁੱਧ ਸਰੂਪ ਹੋ ਜਾਏਗਾ। ਪਰ ਸਾਨੂੰ ਕੀ ਹੈ, ਅਸੀਂ ਤੇ ਦੁਨੀਆ ਤੇ ਆਏ ਹਾਂ ਮੌਜ ਮਾਣੀਏ, ਬਸ ਖਾਈਏ ਪੀਏ ਮੌਜ ਕਰੀਏ, ਖਾਣ ਪੀਣ ਤੱਕ ਸਾਡਾ ਵਿਸ਼ੇ ਭੋਗਣ ਦਾ, ਮਾਇਆ ਧਨ ਪਦਾਰਥ ਜੋੜਨ ਦਾ ਹੀ ਲੋਭ ਹੈ, ਲੱਭ ਹੈ। ਸਾਧ ਸੰਗਤ ਜੀ ਮਹਾਰਾਜ ਕਹਿੰਦੇ ਮੈਂ ਨਹੀਂ ਮਰਾਂਗਾ, ਸੱਚੇ ਪਾਤਸ਼ਾਹ ਕਹਿੰਦੇ ਮੈਂ ਮਰਨ ਤੋਂ ਦੂਰ ਹੋ ਗਿਆ, ਕਿਉਂਕਿ ਬ੍ਰਹਮ ਗਿਆਨੀ ਸਦ ਜੀਵੈ ਨਹੀਂ ਮਰਦਾ। ਬ੍ਰਹਮ ਗਿਆਨੀ ਨਹੀਂ ਮਰਦਾ, ਉਹ ਤੇ ਸਦਾ ਹੀ ਜਿਉਂਦਾ ਰਹਿੰਦਾ ਹੈ। ਬ੍ਰਹਮ ਗਿਆਨੀ ਸਭ ਸ੍ਰੇਸ਼ਟ ਕਾ ਕਰਤਾ, ਬ੍ਰਹਮ ਗਿਆਨੀ ਸਦ ਜੀਵੈ ਨਹੀਂ ਮਰਤਾ। ਬ੍ਰਹਮ ਗਿਆਨੀ ਮੁਕਤ ਜੁਗਤ ਜੀ ਕਾ ਦਾਤਾ, ਬ੍ਰਹਮ ਗਿਆਨੀ ਪੂਰਨ ਪੁਰਖ ਵਿਧਾਤਾ। ਬ੍ਰਹਮ ਗਿਆਨੀ ਅਨਾਥ ਕਾ ਨਾਥ, ਬ੍ਰਹਮ ਗਿਆਨੀ ਕਾ ਸਭ ਉਪਰ ਹਾਥ। ਬ੍ਰਹਮ ਗਿਆਨੀ ਕਾ ਸਗਲ ਆਕਾਰ, ਬ੍ਰਹਮ ਗਿਆਨੀ ਆਪ ਨਿਰੰਕਾਰ। ਬ੍ਰਹਮ ਗਿਆਨੀ ਕੀ ਸੋਭਾ ਬ੍ਰਹਮ ਗਿਆਨੀ ਬਣੀ, ਨਾਨਕ ਬ੍ਰਹਮ ਗਿਆਨੀ ਸਰਬ ਕਾ ਧਨੀ। ਸਾਰਿਆਂ ਦਾ ਮਾਲਕ ਹੈ ਬ੍ਰਹਮ ਗਿਆਨੀ, ਕਿੱਥੋਂ ਮਰੂਗਾ। ਅਬ ਮੋਹੀ ਮਿਲਿਓ ਹੈ ਜੀਆਵਨ ਹਾਰਾ, ਮੈਨੂੰ ਤੇ ਅਸਲ ਜ਼ਿੰਦਗੀ ਦੇਣ ਵਾਲਾ ਹਰੀ ਮਿਲ ਗਿਆ, ਮੈਂ ਨਹੀਂ ਮਰਾਂਗਾ। ਏਕ ਕਬੀਰਾ ਨਾਮ ਹੁਆ। ਖੁੱਲਦਾ ਨਾ ਦਿਮਾਗ ਸਾਧ ਸੰਗਤ ਜੀ, ਦੇਖੋ ਮਹਾਰਾਜ ਕੀ ਕਹਿ ਰਹੇ ਨੇ। ਆ ਬਾਣੀ ਹੈ, ਕਿਤੇ ਆ ਬਾਣੀ ਦੀ ਕਥਾ ਸੁਣੀਏ ਨਾ ਫਰਕ ਪੈ ਜੇ ਸਾਡੇ ਮਨ ਨੂੰ ਵੀ। ਸਾਧ ਸੰਗਤ ਜੀ ਸਾਨੂੰ ਵੀ ਕੁਝ ਤਿਲ ਫੁੱਲ ਮਿਲ ਜੇ, ਸਾਡੇ ਤੇ ਵੀ ਕਿਰਪਾ ਹੋ ਜਾਏਗੀ। ਤੇ ਮੈਂ ਸਾਧ ਸੰਗਤ ਜੀ ਤਾਂ ਹੀ ਗੁਰੂ ਸਾਹਿਬ ਦੀ ਕਿਰਪਾ ਸਦਕਾ ਕਿ ਆਪਾਂ ਸ਼ਲੋਕ ਸੁਣਦੇ ਰਹਿੰਦੇ ਹਾਂ, ਅਖੰਡ ਪਾਠ ਸਾਹਿਬ ਪਾਠ ਵੇਲੇ ਪੜ੍ਹਦੇ ਰਹਿੰਦੇ ਹਾਂ, ਪਰ ਵਿਚਾਰ ਨਹੀਂ ਸੁਣੀ। ਮਹਾਰਾਜ ਦੀ ਕਿਰਪਾ ਕਰਕੇ, ਕਲਗੀਆਂ ਵਾਲੇ ਸਤਿਗੁਰੂ ਦੀ ਕਿਰਪਾ ਕਰਕੇ, ਸਤਿਗੁਰੂ ਗ੍ਰੰਥ ਸਾਹਿਬ ਪਿਤਾ ਜੀ ਦੀ ਕਿਰਪਾ ਕਰਕੇ, ਬ੍ਰਹਮ ਗਿਆਨੀ ਭਗਤ ਕਬੀਰ ਸਾਹਿਬ ਦੀ ਕਿਰਪਾ ਕਰਕੇ ਆਪ ਜੀ ਹੁਣ ਇਹ ਕਥਾ ਸੁਣ ਰਹੇ ਹੋ। ਬੜੀ ਕਿਰਪਾ ਵਰਤ ਰਹੀ ਹੈ ਮਹਾਰਾਜ ਦੀ। ਕਬੀਰ ਸਾਹਿਬ ਕਹਿੰਦੇ ਮੈਂ ਨਹੀਂ ਮਰਾਂਗਾ, ਇਹ ਕਬੀਰਾ ਨਾਮ ਹੁਆ। ਆਖਣ ਲੱਗੇ ਮੈਂ ਨਹੀਂ ਮਰਦਾ ਭਾਈ, ਜਿਹ ਨਾਹੀ ਰੋਵਨ ਹਾਰ। ਨਾ ਮੈਨੂੰ ਕੋਈ ਰੋਣ ਵਾਲਾ ਆ, ਕਿਉਂ ਮਰੂੰਗਾ ਤਾਂ ਹੀ ਰੋਊਂਗਾ ਨਾ, ਮੈਂ ਤੇ ਮਰਨਾ ਹੀ ਨਹੀਂ ਹੈ। ਕਹਿੰਦੇ ਕਬੀਰ ਸੰਤ ਮੂਏ ਕਿਆ ਰੋਈਐ, ਜੋ ਆਪਣੇ ਗ੍ਰਹਿ, ਪਿੱਛੇ ਕਥਾ ਹੋ ਚੁੱਕੀ ਹੈ, ਜੋ ਆਪਣੇ ਗ੍ਰਹਿ ਜਾਏ ਰੋਵੋ ਸਾਖਤ ਵਾਪਰੇ, ਜੋ ਹਾਟੈ ਹਾਟ ਵਿਕਾਏ। ਸਾਖਤਾਂ ਨੂੰ ਰੋਵੋ ਜੀ ਰੋਣਾ ਹੈ, ਰੱਬ ਦੇ ਪਿਆਰੇ ਸੰਤਾਂ ਨੂੰ ਕਾਹਤੋਂ ਰੋਣਾ। ਉਹ ਤੇ ਆਪਣੇ ਘਰ ਚੱਲੇ ਐ, ਉਹ ਤੇ ਸੱਚਖੰਡ ਰੂਪੀ ਘਰ ਚੱਲੇ ਐ। ਮੈਂ ਤੇ ਮਰਨਾ ਨਹੀਂ ਹੈ, ਮੈਨੂੰ ਰੋਣ ਵਾਲਾ ਕੌਣ ਹੈ, ਕੋਈ ਨਹੀਂ ਰੋਵੇਗਾ। ਇਉਂ ਮਹਾਰਾਜ ਕਬੀਰ ਸਾਹਿਬ ਜੀ ਦੱਸਦੇ ਨੇ, ਐਸੇ ਬ੍ਰਹਮ ਗਿਆਨੀ ਹੋਏ ਮਹਾਰਾਜ ਜੀ। ਕਬੀਰ ਰਾਮ ਨਾ ਧਿਆਇਓ। ਕੋਈ ਜੀਵ ਸਾਧ ਸੰਗਤ ਜੀ ਵਾਹਿਗੁਰੂ ਦੀ ਬੰਦਗੀ ਨਾ ਕਰਿਆ ਕਰੇ, ਅਸੀਂ ਵੀ ਨਹੀਂ ਕਰਦੇ, ਅਸੀਂ ਵੀ ਉਹਨਾਂ 'ਚ ਹੀ ਆਉਣੇ ਆ। ਸੰਸਾਰ ਦੀ ਇਹ ਸਾਧ ਸੰਗਤ ਜੀ, ਸੰਸਾਰ ਦੀ ਇਹ ਕਰਤੂਤ ਨੂੰ ਵੇਖ ਕੇ ਮਹਾਰਾਜ ਕਬੀਰ ਸਾਹਿਬ ਜੀ ਬਚਨ ਕਰ ਰਹੇ ਹੈ। ਮਹਾਰਾਜ ਕਹਿੰਦੇ ਇਸ ਸਰੀਰ ਨੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ, ਵਾਹਿਗੁਰੂ ਅਕਾਲ ਪੁਰਖ ਨੂੰ ਧਿਆਉਣਾ ਨਹੀਂ ਕੀਤਾ। ਇਸ ਸਰੀਰ ਨੇ ਨਾ ਤਨ ਨੇ ਨਾ ਮਨ ਨੇ, ਰਸਨਾ ਨੇ ਵੀ ਧਿਆਉਣਾ ਨਹੀਂ ਕੀਤਾ। ਕਬੀਰ ਰਾਮ ਨਾ ਧਿਆਇਓ। ਤੇ ਜਿਨ੍ਹਾਂ ਨੇ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਨਹੀਂ ਧਿਆਇਆ, ਮੋਟੀ ਲਾਗੀ ਖੋਰ। ਬਹੁਤ ਭਾਰੀ ਖੋਰ ਲੱਗੀ ਹੋਈ ਹੈ। ਸਾਧ ਸੰਗਤ ਜੀ ਖੋਰ ਕਿਹਨੂੰ ਕਹਿੰਦੇ ਐ? ਜਦੋਂ ਖੂਹ ਦੀ ਮਨ 'ਚ ਸੁਰਾਖ ਹੋ ਜੇ ਨਾ, ਸੁਰਾਖ ਭਾਵ ਸਾਧ ਸੰਗਤ ਜੀ ਉਹ ਉਦੋਂ ਫਿਰ ਕੀ ਹੁੰਦਾ ਆ? ਉਦੋਂ ਸਾਧ ਸੰਗਤ ਜੀ ਜਦੋਂ ਆਸ-ਪਾਸ ਦਾ ਜਲ ਜ਼ੋਰ ਮਾਰਦਾ ਆ ਸਾਧ ਸੰਗਤ ਜੀ, ਤਾਂ ਜਦੋਂ ਕਮਜ਼ੋਰ ਜਿਹੜੀ ਚਿਣਾਈ ਕੀਤੀ ਹੁੰਦੀ ਹੈ ਖੂਹ ਦੀ ਮਨ ਤੇ, ਉਹ ਸਾਧ ਸੰਗਤ ਜੀ ਉਹਦੇ 'ਚ ਘਾਰ ਪੈ ਜਾਂਦੀ ਹੈ, ਖੋਰ ਪੈ ਜਾਂਦੀ ਹੈ। ਜਦੋਂ ਖੋਰ ਪੈ ਗਈ ਰਸਤਾ ਕਰ ਲੈਂਦਾ ਪਾਣੀ, ਫਿਰ ਸਾਧ ਸੰਗਤ ਜੀ ਬਣਿਆ ਬਣਾਇਆ ਕਾਹਦੇ ਛੱਡਦਾ ਆ? ਖੂਹ 'ਚ ਹੀ ਡਿੱਗ ਪੈਂਦਾ। ਉਹ ਮਹਾਰਾਜ ਦ੍ਰਿਸ਼ਟਾਂਤ ਦੇ ਕੇ ਸਮਝਾਉਂਦੇ ਐ। ਇਸੇ ਪ੍ਰਕਾਰ ਗੁਰੂ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਮਨੁੱਖਾ ਜਨਮ ਇੱਕ ਖੂਹ ਦੀ ਨਿਆਈ ਹੈ।
ਇਹਨੂੰ ਜਨਮਾਂ ਦੀ ਪਾਪਾਂ ਦੀ ਘਾਰੀ ਲੱਗੀ, ਖੋਰ ਲੱਗ ਗਈ, ਜਨਮਾਂ ਜਨਮਾਂਤਰਾਂ ਦੀ ਵਾਸ਼ਨਾ ਦੀ ਖੋਰ ਲੱਗੀ ਹੋਈ ਹੈ, ਰੇਤ ਨਿਕਲਦੀ ਰਹਿੰਦੀ ਇਹਦੇ ਚੋਂ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤੇ ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਵਿਅਰਥ ਇਹਦਾ ਜਨਮ ਅਜਾਈ। ਮਹਾਰਾਜ ਕਹਿੰਦੇ ਜਾ ਰਹੇ ਆ, ਮੋਟੀ ਲੱਗੀ ਖੋਰ, ਬਹੁਤ ਭਾਰੀ ਖੋਰ ਲੱਗੀ ਹੋਈ ਹੈ। ਸੱਚੇ ਪਾਤਸ਼ਾਹ ਦੱਸਦੇ ਹਨ, ਮਹਾਰਾਜ ਕਹਿੰਦੇ ਨੇ ਇਸੇ ਕਰਕੇ ਭਾਈ ਇਹਨੂੰ ਮੋਟੀ, ਦੂਜਾ ਅਰਥ ਇਹ ਹੈ ਸਰੀਰ ਨੂੰ ਮੋਟਾ ਕਰ ਲਿਆ, ਮੋਟੀ ਕੀਤੀ ਹੈ ਦੇਹ, ਦੁਨੀ ਚੰਦ ਵਾਂਗ ਮੱਝ ਵਾਂਗ ਸਰੀਰ ਮੋਟਾ ਕਰ ਲਿਆ। ਮਹਾਰਾਜ ਕਹਿੰਦੇ ਨੇ ਰਾਮ ਨਾ ਧਿਆਇਓ, ਸਰੀਰ ਨੂੰ ਸਤ ਸੰਗ ਦੇ ਵਿੱਚ ਨਹੀਂ ਪਾਇਆ, ਨਾ ਮਨ ਕਰਕੇ ਵਾਹਿਗੁਰੂ ਨੂੰ ਧਿਆਇਆ, ਮੋਟੀ ਕਰ ਲਈ ਖਾ ਪੀ ਕੇ ਦੇ। ਤਾਂ ਹੀ ਗੁਰੂਦੇਵ ਗੁਰੂ ਤੇਗ ਬਹਾਦਰ ਪਿਤਾ ਜੀ ਨੇ ਬਚਨ ਕੀਤਾ। ਮਹਾਰਾਜ ਕਹਿੰਦੇ ਗੁਰਮਤਿ ਸੁਨ ਕਛ ਗਿਆਨ ਨਾ ਉਪਜਿਓ, ਪਸ ਜੋ ਉਧਰ ਭਰੋ। ਜਿਵੇਂ ਪਸ਼ੂ ਪੇਟ ਭਰਦਾ ਨਾ, ਤੂੰ ਵੀ ਪੇਟ ਭਰ ਕੇ, ਮਹਾਰਾਜ ਕਹਿੰਦੇ ਤੇਰਾ ਸਰੀਰ ਵੀ ਮੋਟਾ ਹੋ ਗਿਆ, ਬੁੱਧ ਵੀ ਤੇਰੀ ਮੋਟੀ ਹੋਈ ਪਈ ਹੈ। ਇਉਂ ਸੱਚੇ ਪਾਤਸ਼ਾਹ ਦੱਸਦੇ ਹਨ, ਜਿਨ੍ਹਾਂ ਨੇ ਵਾਹਿਗੁਰੂ ਦੇ ਨਾਮ ਨੂੰ ਨਹੀਂ ਧਿਆਇਆ, ਮੋਟੀ ਲਾਗੀ ਖੋਰ, ਸਰੀਰ ਨੂੰ ਮੋਟੀ ਕਰ ਲਿਆ, ਦੇਹ ਨੂੰ ਮੋਟਾ ਕਰ ਲਿਆ, ਖੋਰ ਬਹੁਤ ਇਹਨੂੰ ਆਦਤ ਪੈ ਗਈ ਖੋਟੀ। ਕਾਇਆ ਹਾਂਡੀ ਕਾਠ ਕੀ। ਗੁਰੂ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਦੇਹ ਤਾਂ ਭਾਈ ਕਾਇਆ ਹਾਂਡੀ। ਸਾਧ ਸੰਗਤ ਜੀ ਲੱਕੜ ਦੀ ਜਿਹੜੀ ਹਾਂਡੀ ਤੌੜੀ ਹੈ ਉਹਦੀ ਨਿਆਈ ਹੈ। ਜਿਵੇਂ ਕਾਠ ਦੀ ਤੌੜੀ ਇੱਕ ਵਾਰ ਚੁੱਲ੍ਹੇ ਦੇ ਉੱਪਰ ਰੱਖਣ ਨਾਲ ਫਿਰ ਦੁਬਾਰਾ ਨਹੀਂ ਚੁੱਲ੍ਹੇ ਚੜਨ ਜੋਗੀ ਰਹਿੰਦੀ। ਮਹਾਰਾਜ ਕਹਿੰਦੇ ਇਹ ਕਾਇਆ ਰੂਪੀ ਹਾਂਡੀ, ਇਹ ਸੰਸਾਰ ਰੂਪੀ ਚੁੱਲ੍ਹੇ ਤੇ ਚੜੀ ਹੋਈ ਹੈ, ਨਾ ਉਹ ਚੜ੍ਹੇ ਬਹੋਰ, ਦੁਆਰਾ ਸੰਸਾਰ ਵਿੱਚ ਨਹੀਂ ਆਉਣਾ। ਇਸੇ ਕਰਕੇ ਇੱਕ ਵਾਰ ਜਦੋਂ ਕਾਲ ਰੂਪੀ ਅੱਗ ਤੇ ਤੂੰ ਮਹਾਰਾਜ ਕਹਿੰਦੇ ਜਦੋਂ ਕਾਲ ਰੂਪੀ ਅੱਗ ਨੇ ਤੇਰੀ ਇਹ ਕਾਇਆ ਰੂਪੀ ਹਾਂਡੀ ਖਾ ਲਈ ਨਾ, ਹਾਂਡੀ ਅੱਛਾ ਤੌੜੀ ਕਿਹਨੂੰ ਕਹਿੰਦੇ ਐ? ਤੌੜੀ ਕਹਿੰਦੇ ਨੇ ਮਿੱਟੀ ਦੇ ਭਾਂਡੇ ਨੂੰ, ਹਾਂਡੀ ਕਹਿੰਦੇ ਨੇ ਲੱਕੜ ਦੀ। ਸਾਧ ਸੰਗਤ ਜੀ ਜੋ ਹੁੰਦੀ ਹੈ ਇਹਦੇ 'ਚ ਫਰਕ ਸਮਝਣਾ। ਸਾਧ ਸੰਗਤ ਜੀ ਘੱਟ ਫੂਟੇ ਕੋ ਬਾਤ ਨਾ ਪੁੱਛੇ, ਘੱਟ ਘੜਾ ਹੁੰਦਾ ਮਿੱਟੀ ਦਾ, ਹਾਂਡੀ ਹੁੰਦੀ ਹੈ ਲੱਕੜ ਦੀ। ਕਾਇਆ ਹਾਂਡੀ, ਕਾਠ ਕੀ, ਕਾਠ ਲੱਕੜ ਨੂੰ ਆਖਿਆ ਨਾ। ਇਉਂ ਸਰੀਰ ਰੂਪੀ ਜਿਹੜੀ ਹਾਂਡੀ ਹੈ ਇਹ ਵੀ ਕਾਠ ਦੀ ਬਣੀ ਹੈ। ਮਹਾਰਾਜ ਕਹਿੰਦੇ ਨੇ ਜਦੋਂ ਸੰਸਾਰ ਰੂਪੀ ਚੁੱਲ੍ਹੇ ਤੇ ਚਾੜਤਾ, ਕਾਲ ਰੂਪੀ ਅੱਗ ਲੱਗ ਰਹੀ ਹੈ, ਕਾਲ ਨੇੜੇ ਆ ਰਿਹਾ, ਸੋਧਨ ਨੇੜੇ ਆਇਆ, ਦਿਨ ਤੇ ਪਹਿਰ ਤੇ ਘਰੀਆਂ, ਆਵ ਘਟੈ ਤਨ ਚੀਜੈ। ਮਹਾਰਾਜ ਕਹਿੰਦੇ ਜਦੋਂ ਕਾਲ ਰੂਪੀ ਅੱਗ ਲੱਗੀ ਨਾ ਉਹ ਚੜ੍ਹੈ ਬਹੋਰ। ਮਹਾਰਾਜ ਕਹਿੰਦੇ ਦੁਆਰਾ ਨਹੀਂ ਭਾਈ ਚੜ੍ਹੇਗੀ। ਇਉਂ ਕਹਿੰਦੇ ਦੁਆਰਾ ਤੈਨੂੰ ਜਨਮ ਨਹੀਂ ਮਿਲੇਗਾ। ਇਉਂ ਭਗਤ ਜੀ ਕਹਿੰਦੇ ਰਾਮ ਨਾ ਧਿਆਇਓ, ਮੋਟੀ ਲਾਗੀ ਖੋਰ, ਤੇਰਾ ਜਨਮ ਅਜਾਈ ਗਵਾ ਜਾ ਰਿਹਾ, ਮੋਟੀ ਕਰ ਲਿਆ ਦੇਹ ਨੂੰ, ਖੋਟੀ ਮਤ ਲਾਗੀ ਤੇਰੇ ਮਨ ਨੂੰ, ਫਿਰ ਤੈਨੂੰ ਦੁਆਰਾ ਜਨਮ ਨਹੀਂ ਮਿਲੇਗਾ। ਨਾ ਹੋ ਚੜ੍ਹੈ ਬਹੋਰ। ਗੁਰੂ ਸਾਹਿਬ ਸੱਚੇ ਪਾਤਸ਼ਾਹ ਦੱਸਦੇ ਐ, ਮਹਾਰਾਜ ਕਹਿੰਦੇ ਭਾਈ ਫਿਰ ਤੈਨੂੰ ਦੁਆਰਾ ਜਨਮ ਨਹੀਂ ਮਿਲਣਾ। ਆ ਜੋ ਸੁੰਦਰ ਕੱਪੜੇ ਪਾਉਣਾ, ਮਿੱਠੇ ਤੂੰ ਭੋਜਨ ਛਕਦਾ ਆ, ਸੋਹਣੀ ਸੇਜਾਂ ਤੇ ਪਿਆ ਆ, ਇਹ ਦੁਆਰਾ ਨਹੀਂ ਮਿਲੇਗਾ। ਇਸ ਕਰਕੇ ਮਿਲਿਆ ਤਾਂ ਹੀ ਹੈ ਜੇ ਜਨਮ ਹੈ। ਤੇ ਮਹਾਰਾਜ ਕਹਿੰਦੇ ਸਾਰਾ ਕੁਝ ਕਰਦਾ ਹੋਇਆ ਵਾਹਿਗੁਰੂ ਦਾ ਨਾਮ ਵੀ ਧਿਆਉਣਾ ਕਰ। ਸੱਚੇ ਪਾਤਸ਼ਾਹ ਕਹਿੰਦੇ ਉਹ ਜਿਵੇਂ ਖੂਹ ਦੇ ਚਾਰੇ ਪਾਸਿਆਂ ਤੋਂ ਪਾਣੀ ਆ ਕੇ ਮਹਾਰਾਜ ਕਹਿੰਦੇ ਖੂਹ ਦੀ ਮਣ ਨੂੰ ਲੱਗਦਾ, ਤਾਂ ਖੂਹ ਦੀ ਮਣ ਭਾਈ ਖੁਰ ਜਾਂਦੀ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਡਿੱਗ ਜਾਂਦੀ ਹੈ। ਤੇਰਾ ਵੀ ਜਨਮ ਅਜਾਈ ਡਿੱਗ ਜਾਏਗਾ, ਅਜਾਈ ਚਲਿਆ ਜਾਏਗਾ। ਤੇਰੇ ਵਿਸ਼ਾ ਰੂਪੀ ਪਾਣੀ ਤੇਰੇ ਮਹਾਰਾਜ ਕਹਿੰਦੇ ਲੱਗ ਰਿਹਾ ਤੈਨੂੰ। ਇਸ ਕਰਕੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਸਮਝਾਉਂਦੇ ਐ ਫਿਰ ਤੈਨੂੰ ਦੁਬਾਰਾ ਜਨਮ ਨਹੀਂ ਮਿਲਣਾ। ਕਬੀਰ ਐਸੀ ਹੋਏ ਪਰੀ। ਸਾਧ ਸੰਗਤ ਜੀ ਕੋਈ ਨਾ ਆਦਮੀ ਸੀ, ਉਹ ਪਹਿਲਾਂ ਸਾਧੂ ਬਣ ਗਿਆ। ਜਦੋਂ ਸਾਧੂ ਬਣਿਆ ਨਾ ਆਪਣੇ ਆਪ ਨੂੰ ਵਿਰਾਗੀ ਕਹਾਉਣ ਲੱਗ ਗਿਆ। ਇੱਕ ਤੇ ਵਿਰਾਗੀ ਹੋ ਜਾਣਾ, ਇੱਕ ਕਹਾਉਣਾ, ਬਹੁਤ ਫਰਕ ਹੈ। ਇੱਕ ਸੰਤ ਹੋ ਜਾਣਾ, ਇੱਕ ਸੰਤ ਕਹਾਉਣਾ। ਸਾਧ ਸੰਗਤ ਜੀ ਇਹਦੇ 'ਚ ਵੀ ਬਹੁਤ ਫਰਕ ਹੈ। ਇੱਕ ਸਤਿਗੁਰੂ ਹੋ ਜਾਣਾ, ਇੱਕ ਸਤਿਗੁਰੂ ਕਹਾਉਣਾ, ਬਹੁਤ ਫਰਕ ਹੈ ਇਹ 'ਚ। ਕੋਈ ਸਾਧੂ ਬਣ ਗਿਆ ਸਾਧ ਸੰਗਤ ਜੀ, ਉਹ ਵਿਰਾਗੀ ਕਹਾਉਣ ਲੱਗ ਗਿਆ ਪਰ ਹੈ ਨਹੀਂ ਸੀ। ਬੜੀਆਂ ਇਸਤਰੀਆਂ ਲੋਕ ਮੱਥੇ ਟੇਕਣ ਸਾਧ ਸੰਗਤ ਜੀ, ਤੇ ਜਦੋਂ ਇਸਤਰੀਆਂ ਮੱਥਾ ਟੇਕਣ ਆਇਆ ਕਰਨ, ਉਹਨਾਂ ਦੇ ਸਰੂਪ ਨੂੰ ਦੇਖ ਕੇ ਨਾ ਮਨ ਡੋਲ ਗਿਆ। ਜਦੋਂ ਮਨ ਡੋਲਿਆ ਨਾ ਇਹਨੇ ਆਪਣਾ ਆਚਰਣ ਜਿਹੜਾ ਸ਼ੁੱਧ ਆਚਰਣ ਸੀ ਡਿੱਗ ਲਿਆ, ਸੱਟ ਲਿਆ। ਵੈਸੇ ਤੇ ਅਰਦਾਸ ਹੀ ਕਰਨੀ ਚਾਹੀਦੀ ਹੈ, ਮਹਾਰਾਜ
ਜੋ ਧਰਮ ਦੇ ਵਾਸਤੇ ਤੂੰ ਪਤੀ ਪਤਨੀ ਦਿੱਤਾ ਹੈ ਉਹਦੇ 'ਚ ਹੀ ਸੀਮਤ ਰੱਖੀ। ਤਾਂ ਹੀ ਤੇ ਗੁਰੂ ਜੀ ਨੇ ਆਖਿਆ, ਨਿਜ ਨਾਰੀ ਕੇ ਸਾਥ ਨੇਹੋ ਤੁਮ ਨਿਤ ਵਡਈ ਹੋ, ਪਰ ਨਾਰੀ ਕੀ ਸੇਜ ਭੂਲ ਸੁਪਨੇ ਹੂੰ ਨਾ ਜਈਓ। ਦਸਮ ਬਾਣੀ 'ਚ ਪ੍ਰਤੱਖ ਕਲਗੀਧਰ ਜੀ ਨੇ ਬਚਨ ਕੀਤੇ, ਨਿਜ ਨਾਰੀ ਕੇ ਸਾਥ ਨੇਹੋ ਤੁਮ ਨਿਤ ਵਡਈ ਹੋ, ਪਰ ਨਾਰੀ ਕੀ ਸੇਜ ਭੂਲ ਸੁਪਨੇ ਹੂੰ ਨਾ ਜਈਓ। ਤੇ ਭੁੱਲ ਕੇ ਨਾ ਸੁਪਨੇ ਵਿੱਚ ਨਾ ਚੱਲ ਜੀ, ਜਿਹੜੇ ਤੇਰੀ ਆਪਣੀ ਆ ਚੜ੍ਹਦੀ ਕਲਾ ਹੈ। ਮਹਾਰਾਜ ਜੀ ਕਹਿੰਦੇ ਧਰਮ ਦੀ ਹੈ ਨਾ, ਤਾਂ ਹੀ ਉਸਨੂੰ ਧਰਮ ਪਤਨੀ ਜਾਂ ਧਰਮ ਪਤੀ ਆਖਿਆ। ਧਰਮ ਹੈ ਨਾ ਉਹਦੇ 'ਚ, ਤੇ ਜਿਹਦੇ 'ਚ ਧਰਮ ਹੋਵੇ ਨਾ, ਧਰਮ ਉਹ ਪਾਪ ਨਹੀਂ ਹੁੰਦਾ। ਕਰਮ ਕਰਤ ਹੋਵੇ ਨਿਹ ਕਰਮ ਹੁੰਦਾ ਉਹ। ਮਾਨੇ ਗੁਰੂ ਸਾਹਿਬ ਨੇ ਹਦਾਇਤ ਕਰਤੀ, ਤੂੰ ਆਪਣੇ ਪਤੀ ਪਤਨੀ 'ਚ ਸੀਮਤ ਰਹਿ। ਸਾਡੇ ਬੱਚੇ ਵੀ ਦੇਖੋ ਵਿਆਹ ਕਰਦੇ ਆ, ਸਾਧ ਸੰਗਤ ਜੀ ਸਾਡੇ ਹੋਏ ਹੈ, ਤੇ ਅਸੀਂ ਜਦੋਂ ਉਹ ਮਰਿਆਦਾ 'ਚ ਰਹਾਂਗੇ, ਕਿ ਗੁਰੂ ਸਾਹਿਬ ਨਹੀਂ ਰਹੇ ਮਰਿਆਦਾ 'ਚ, ਤਿੰਨ ਵਿਆਹ ਕੀਤੇ ਮਹਾਰਾਜ ਨੇ ਆਪ ਦੇ, ਸਮਝਾਇਆ। ਕੱਲੇ 8ਵੇਂ ਗੁਰੂਦੇਵ ਦਾ 8ਵੇਂ ਪਿਤਾ ਜੀ ਦਾ ਵਿਆਹ ਨਹੀਂ ਹੋਇਆ, ਆਨੰਦ ਕਾਰਜ ਨਹੀਂ ਹੋਏ ਮਹਾਰਾਜ ਦੇ, ਤੇ ਬਾਕੀ 9 ਗੁਰੂ ਸਾਹਿਬ ਸੱਚੇ ਪਾਤਸ਼ਾਹ ਦੀਆਂ ਪਤਨੀਆਂ ਸਨ, ਮਹਾਰਾਜ ਦੇ ਘਰੋਂ ਸਨ, ਮਾਤਾਵਾਂ ਸਨ। ਗੁਰਮੁਖੋ, ਜੋ ਧਰਮ ਦਾ ਪਤੀ ਪਤਨੀ ਹੈ ਸੰਬੰਧ ਹੈ, ਉਹਦੇ 'ਚ ਜੋ ਕਰਮ ਕਰਾਂਗੇ ਉਹ ਨਿਹਕਰਮ ਹੋਊਗਾ, ਉਹਦਾ ਪਾਪ ਨਹੀਂ ਲੱਗੂਗਾ। ਪਾਪ ਕਿੱਥੇ ਹੈ? ਜੇ ਦਾਇਰਾ ਟੱਪ ਕੇ ਜਾਵੇਂਗਾ। ਤਾਂ ਹੀ ਕਲਗੀਆਂ ਵਾਲੇ ਨੇ ਸਪਸ਼ਟ ਕਹਿ ਦਿੱਤਾ ਮਹਾਰਾਜ ਨੇ, ਸੱਚੇ ਪਾਤਸ਼ਾਹ ਕਹਿੰਦੇ, ਹੇ ਕਾਮੰ ਨਰਕ ਬਿਸਰਾਮੰ। ਸ਼ਲੋਕ ਸਹਿਸਕ੍ਰਿਤੀ ਮਹਿੰਗੀ ਬਾਣੀ ਹੈ। ਅੱਛਾ, ਸੰਥਿਆ ਤੋਂ ਕੀਤੇ ਬਣੇ ਨਾ ਮਹਿੰਗੀ ਬਾਣੀ ਪੜ੍ਹੀ ਨਹੀਂ ਜਾਂਦੀ। ਸ਼ਲੋਕ ਸਹਿਸਕ੍ਰਿਤੀ ਔਖੀ ਹੈ, ਸਵਈਏ ਮਹਾਰਾਜ ਦੇ ਔਖੇ ਨੇ। ਕਿਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨੀ ਖੇਡ ਪਈ ਹੈ। ਹਾਂ, ਅਸੀਂ ਖੇਡ ਬਣਾ ਲਿਆ। ਅਸੀਂ ਮੂੰਹ ਚੱਕਦੇ ਬਹਿ ਜਾਂਦੇ ਹਾਂ, ਸਾਧ ਸੰਗਤ ਜੀ ਪਾਠ ਕਰਨ ਰੌਲਾ ਮਾਇਆ ਕਰਕੇ, ਸ਼ੁੱਧ ਨਹੀਂ ਬਾਣੀ ਪੜ੍ਹਦੇ। ਸ਼ੁੱਧ ਬਾਣੀ ਮਹਾਰਾਜ ਦਾ ਬਚਨ ਹੈ, ਜਨ ਭੈ ਅਦ ਬਣਾ ਬਾਣੀ ਧਾਰਾ, ਸੋ ਜਾਨੂ ਸਿੱਖ ਨਹੀਂ। ਨਾ ਅਸੀਂ ਸਿੰਘ ਰੱਖੇ ਨੇ ਇਹੋ ਜਿਹੇ ਸ਼ੁੱਧ ਬਾਣੀ ਪੜ੍ਹਨ ਪੜ੍ਹਾਉਣ ਵਾਲੇ। ਕਿਉਂ? ਕਹਿੰਦੇ ਜੀ ਭੇਟਾ ਬਾਲੀ ਮੰਗਦੇ ਆ। ਲੈ ਹਾਂ, ਫਿਰ ਮੰਗਣਗੇ ਵੀ, ਅਗਲੇ ਮਿਹਨਤਾਂ ਕੀਤੀਆਂ ਹੈ। ਸਾਧ ਸੰਗਤ ਜੀ, ਇਸ ਕਰਕੇ ਜਦੋਂ ਗੁਰੂ ਘਰਾਂ ਦੇ ਵਿੱਚ ਉਹ ਰੱਖਾਂਗੇ ਸਿੰਘ ਬਾਣੀ ਪੜ੍ਹਨ ਪੜ੍ਹਾਉਣ ਵਾਲੇ, ਤੇ ਫਿਰ ਆਪੇ ਧਰਮ ਦਾ ਆਪੇ ਸਿੱਖ ਪੰਥ ਵਧੇਗਾ ਫੁੱਲੇਗਾ, ਪ੍ਰਚਾਰ ਆਪੇ ਹੋਏਗਾ। ਉਹ ਤੇ ਕਰਨਾ ਨਹੀਂ ਹੈ। ਅਸੀਂ ਤਾਂ ਪ੍ਰਚਾਰ ਗਾਇਕਾਂ ਦਾ ਕੀਤਾ ਆ, ਅਸੀਂ ਤਾਂ ਪ੍ਰਚਾਰ ਗਾਉਣ ਵਾਲੀ ਦਾ ਹੀ ਕੀਤਾ ਆ, ਅਸੀਂ ਪ੍ਰਚਾਰ ਤਾਂ ਮਾਇਆ ਦਾ ਹੀ ਕੀਤਾ ਏ, ਪੰਥ ਦਾ ਪ੍ਰਚਾਰ ਨਹੀਂ ਕੀਤਾ ਸੀ। ਇਹੋ ਜਿਹੀ ਸਾਡੀ ਮੱਤ ਸਾਧ ਸੰਗਤ ਜੀ ਖੋਟੀ ਹੋ ਚੁੱਕੀ ਹੈ। ਉਹ ਜਿਹੜਾ ਜੀਵ ਸੀ ਨਾ, ਮੈਂ ਬਚਨ ਕਰ ਰਿਹਾ, ਗੁਰੂ ਸਾਹਿਬ ਅੱਗੇ ਅਰਦਾਸ ਕਰਿਆ ਕਰੋ, ਮਹਾਰਾਜ ਆਪਣੇ ਚਰਨਾਂ ਨਾਲ ਜੋੜ ਕੇ ਰੱਖੀ, ਧਰਮ 'ਚ ਹੀ ਰੱਖੀ ਬਸ। ਇਹ ਪਹਿਲਾ ਅਰਦਾਸ ਹੈ। ਕੋਈ ਬਚ ਨਹੀਂ ਸਕਦਾ, ਕੋਈ ਪਤਾ ਨਹੀਂ ਕੀ ਹੋ ਜੇ। ਅਜਹੋ ਸੁਨਾਓ ਸਮੁੰਦਰ ਮੈਂ ਕਿਆ ਜਾਣੋ ਕਿਆ ਹੋਏ। ਮਾਣ ਨਹੀਂ ਕਰਨਾ ਚਾਹੀਦਾ ਇਸ ਗੱਲ ਤੇ। ਇਹ ਤੇ ਵਾਹਿਗੁਰੂ ਨੂੰ ਆਖੋ, ਹੇ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਕਿਰਪਾ ਕਰੇ। ਤਾਂ ਹੀ ਆਪਾਂ ਕਹਿੰਦੇ ਆ ਨਾ, ਮਹਾਰਾਜ ਪੜ੍ਹੀ ਸੁਣੀ ਗੁਰਬਾਣੀ ਸੱਚਖੰਡ ਵਿਖੇ ਪ੍ਰਵਾਨ ਕਰਨੀ। ਗੁਰਬਾਣੀ ਦਾ ਭਾਵ ਹਿਰਦਿਆਂ ਤੇ ਇੱਥੇ ਮਨ ਤੇ ਵਸਾਇਓ। ਕਾਮ ਕ੍ਰੋਧ ਲੋਭ ਹੰਕਾਰ ਤੋਂ ਬਚਾ ਕੇ ਰੱਖਿਓ। ਰੋਜ਼ ਅਰਦਾਸ ਕਰਦੇ ਆ ਨਾ ਆਪਾਂ। ਸੱਚੇ ਪਾਤਸ਼ਾਹ ਪੰਜਾਂ ਬਾਣੀਆਂ ਦਾ ਨਿਤਨੇਮ ਹੋਇਆ, ਗੁਰਬਾਣੀ ਦੀ ਕਥਾ ਹੋਈ। ਅੱਛਾ, ਘਰ ਵਿਖੇ ਭਜਨ ਸਿਮਰਨ ਮੂਲ ਮੰਤਰ ਦਾ ਜਾਪ ਕੀਤਾ, ਸੁਖਮਨੀ ਸਾਹਿਬ ਪੜ੍ਹਿਆ, ਅਰਦਾਸ ਕਰਿਆ ਕਰੋ। ਮੈਂ ਦੱਸ ਰਿਹਾ, ਮਹਾਰਾਜ ਪਵਿੱਤਰ ਗੁਰਬਾਣੀ ਪੜ੍ਹੀ ਗਈ। ਆਪ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਪੜ੍ਹਦਿਆਂ ਅਨੇਕਾਂ ਹੀ ਪ੍ਰਕਾਰਾਂ ਦੀਆਂ ਮਨ ਕਰਕੇ, ਤਨ ਕਰਕੇ, ਸਰੀਰ ਕਰਕੇ ਗਲਤੀਆਂ ਭੁੱਲਾਂ ਚੁੱਕਾਂ ਹੋ ਗਈਆਂ। ਹੋਣਗੀਆਂ ਨਹੀਂ ਕਹਿਣਾ, ਹੋ ਗਈਆਂ। ਅਸੀਂ ਕਿਹੜਾ ਪੂਰੇ ਹਾਂ, ਹੋ ਗਈਆਂ ਨਾ, ਹੋ ਗਈਆਂ। ਕਿਰਪਾ ਕਰਿਓ, ਅਣਜਾਣ ਬੱਚੇ ਸਮਝ ਕੇ ਮੁਆਫ ਕਰਨਾ। ਅੱਗੇ ਤੋਂ ਸ਼ੁੱਧ ਤੇ ਸਪਸ਼ਟ ਪਵਿੱਤਰ ਗੁਰਬਾਣੀ ਪੜ੍ਹਨ ਦੀ ਤਾਕਤ ਬੁੱਧੀ ਮਤ ਬਖਸ਼ੀ। ਸਤਿਗੁਰੂ ਜੀ ਪੜ੍ਹੀ ਸੁਣੀ ਗੁਰਬਾਣੀ, ਹੁਣ ਮੈਂ ਕਥਾ ਕਰ ਰਿਹਾ ਤੇ ਤੁਸੀਂ ਸੁਣ ਰਹੇ ਹੋ। ਪੜ੍ਹੀ ਸੁਣੀ ਗੁਰਬਾਣੀ ਸੱਚਖੰਡ ਵਿਖੇ ਪ੍ਰਵਾਨ ਕਰਨੀ। ਗੁਰਬਾਣੀ ਦਾ ਭਾਵ ਹਿਰਦਿਆਂ ਤੇ ਵਸਾਉਣਾ। ਕਾਮ ਕ੍ਰੋਧ ਲੋਭ ਹੰਕਾਰ ਤੋਂ ਬਚਾ ਕੇ ਰੱਖਣਾ, ਚੜ੍ਹਦੀਆਂ ਕਲਾਂ ਬਖਸ਼ਣੀਆਂ। ਇਹ ਚੜ੍ਹਦੀ ਕਲਾ ਹੈ। ਤੇ ਹੋਰ ਖਣੀ ਚੜ੍ਹਦੀ ਕਲਾ ਵੀ ਇੱਥੇ ਵਿਚਾਰ ਕੋਠੀਆਂ ਪੈ ਜਾਣਗੇ ਤੇ ਤੂੰ ਕਮਾਈ ਕਰ ਲੈ, ਮਿਹਨਤ ਕਰ ਲੈ, ਪਾ ਲੈ। ਆ ਚੜ੍ਹਦੀ ਕਲਾ ਹੈ, ਤੇਰਾ ਜੀਵਨ ਨਾ ਡਿੱਗੇ। ਅਰਦਾਸ ਕਰਿਓ, ਮਹਾਰਾਜ ਕਿਰਪਾ ਕਰਿਓ, ਆਪਣੇ ਦਾਇਰੇ 'ਚ ਹੀ ਰੱਖਿਓ ਬਸ।
ਇਸ ਕਰਕੇ ਉਹ ਕੋਈ ਜੀਵ ਸੀ, ਸਾਧੂ ਬਣ ਗਿਆ ਪੁਰਖ, ਬੜੇ ਮੱਥੇ ਟੇਕਣ ਲੱਗ ਗਏ। ਇਸਤਰੀ ਨੂੰ ਵੇਖਿਆ, ਕਹਿੰਦੀ ਇਹਨੇ ਮਨ ਡੋਲ ਗਿਆ। ਜਦੋਂ ਮਨ ਡੋਲਿਆ ਇਹ ਵਿਸ਼ਈ ਹੋ ਗਿਆ, ਕਰਮ ਕਰ ਲਿਆ। ਭਗਤ ਜੀ ਨੂੰ ਪਤਾ ਲੱਗੇ, ਭਗਤ ਜੀ ਕੋਲ ਚਲੇ ਗਏ ਇਹਦੇ। ਸਾਧ ਸੰਗਤ ਜੀ, ਜਨਮ ਮਰਨ ਦੋਹ ਮੈਂ ਨਾਹੀ, ਉਤੇ ਜਨ ਪਰੋਪਕਾਰੀ ਆਏ, ਜੀ ਦਾਨ ਦੇ ਭਗਤੀ ਲਾਏ ਹਰਸੋ। ਮਹਾਰਾਜ ਨੂੰ ਕਿਹੜਾ ਕੋਈ ਸਾਧ ਸੰਗਤ ਜੀ ਕੋਈ ਵਿਤਕਰਾ ਆ। ਭਗਤ ਜੀ ਚਲੇ ਗਏ, ਸਾਰੇ ਲੋਕ ਬੁਰਾ ਕਹਿਣ, ਮਹਾਰਾਜ ਨਹੀਂ। ਮਹਾਰਾਜ ਚਲੇ ਗਏ ਭਗਤ ਕਬੀਰ ਸਾਹਿਬ ਜੀ। ਜਦੋਂ ਗਏ ਨਾ ਉੱਥੇ ਗੁਰਮੁਖੋ ਇਹ ਬਚਨ ਉਚਾਰਨ ਕੀਤਾ, ਕਬੀਰ ਐਸੀ ਹੋਏ ਪਰੀ, ਇਹੋ ਜੀ ਗੱਲ ਹੋ ਗਈ ਭਾਈ, ਮਨ ਕੋ ਭਾਵਤ ਕੀਨਾ, ਜੋ ਮਨ ਦੀਆਂ ਭੌਂਦੀਆਂ ਸੀ ਤੂੰ ਕਰ ਲਿਆ। ਮਹਾਰਾਜ ਦਾ ਬਚਨ ਹੈ ਉੱਥੇ। ਕੀ ਕੀਤਾ? ਮਨ ਕੋ ਭਾਵਤ ਕੀਨ। ਪਹਿਲਾਂ ਤੂੰ ਸਾਧੂ ਬਣਿਆ, ਫਿਰ ਦੂਜੇ ਥਾਂ ਤੇ ਪਹਿਲਾਂ ਤੂੰ ਸਾਧੂ ਕਹਾਇਆ, ਫਿਰ ਤੂੰ ਵਰਕਤ ਵਰਾਗੀ ਕਹਾਇਆ, ਮੈਨੂੰ ਲੋਕ ਵਰਾਗੀ ਕਹਿਣ। ਫਿਰ ਤੇਰੇ ਕੋਲ ਮੱਥੇ ਟੇਕਣ ਲੱਗ ਗਏ। ਫਿਰ ਤੂੰ ਇਸਤਰੀ ਦੇ ਸੁੰਦਰ ਸਰੀਰ ਨੂੰ ਵੇਖਿਆ। ਫਿਰ ਤੂੰ ਮਹਾਰਾਜ ਕਹਿੰਦੇ ਵਿਸ਼ੇ ਭੋਗੇ। ਮਨ ਕੋ ਭਾਵਤ ਕੀਨ, ਉਹ ਕੀਤਾ ਜੋ ਮਨ ਨੂੰ ਭਾਇਆ। ਸਪਸ਼ਟ ਕਹਿ ਰਹੇ ਨੇ ਮਹਾਰਾਜ, ਕਬੀਰ ਐਸੀ ਹੋਏ ਪਰੀ, ਇਹੋ ਜਿਹਾ ਕੀ ਹੋ ਗਿਆ ਤੈਨੂੰ? ਮਨ ਕੋ ਭਾਵਤ ਕੀਨ, ਮੈਨੂੰ ਵੀ ਕਹਿ ਰਹੇ ਨੇ, ਸੋਨੂੰ ਵੀ ਕਹਿ ਰਹੇ ਨੇ, ਕਿਉਂਕਿ ਸਾਜੀ ਸਗਲ ਜਹਾਨ ਹੈ, ਗੁਰੂ ਦਾ ਬਜ ਸਾਰਿਆਂ ਵਾਸਤੇ ਹੈ। ਮਨ ਕੋ ਭਾਵਤ ਕੀਨ, ਮਨ ਦੀਆਂ ਭੌਂਦੀਆਂ ਤੂੰ ਕੀਨ ਕੀਤੀਆਂ। ਮਰਨੇ ਤੇ ਕਿਆ ਡਰਪਨਾ, ਤੈਨੂੰ ਮਰਨ ਤੋਂ ਡਰ ਨਹੀਂ ਆਇਆ? ਮਰਨੇ ਤੇ ਕਿਆ ਡਰਪਣਾ, ਦੂਜਾ ਅਰਥ ਕਰਕੇ ਦੱਸਦੇ ਐ, ਤੈਨੂੰ ਜੀਵਤ ਭਾਵ ਤੋਂ ਡਰ ਨਹੀਂ ਆਇਆ? ਮਰਿਆ ਨਹੀਂ ਹੈ ਮਹਾਰਾਜ ਕਹਿੰਦੇ, ਇਸ ਕਰਕੇ ਤੂੰ ਡਰ ਰਿਹਾ ਸੀ। ਸੱਚੇ ਪਾਤਸ਼ਾਹ ਕਹਿੰਦੇ ਨੇ ਤੂੰ ਸਾਦਾ ਵਾਲਾ ਲਿਬਾਸ ਪਾਇਆ, ਲੱਜਿਆ ਨਹੀਂ ਕੀਤੀ। ਫਿਰ ਮਹਾਰਾਜ ਕਹਿੰਦੇ ਵਾਹਿਗੁਰੂ ਪਰਮੇਸ਼ਰ ਵਿੱਚ ਤੂੰ ਜੁੜਨਾ ਹੀ ਨਹੀਂ ਕੀਤਾ, ਤਾਂ ਕਰਕੇ ਇਹ ਤੂੰ ਮਨ ਭੌਂਦੀਆਂ ਕੀਤੀਆਂ। ਮਰਨੇ ਤੇ ਕਿਆ ਡਰਪਨਾ, ਜਬ ਹਾਥ ਸਿਧੌਰਾ ਲੀਨਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਜਦੋਂ ਸਤੀ ਨੇ ਆਪਣੇ ਹੱਥਾਂ ਵਿੱਚ ਉਹ ਸੰਧੂਰ ਵਾਲਾ ਨਾਰੀਅਲ ਫੜ ਲਿਆ, ਲੈ ਲੈਣਾ ਕੀਤਾ, ਫਿਰ ਮਰਨ ਤੋਂ ਕਿਉਂ ਡਰਨਾ ਆ? ਇਸੇ ਪ੍ਰਕਾਰ ਜੀਵਤ ਭਾਵ ਵੱਲੋਂ ਮਰਨ ਤੋਂ ਕਿਉਂ ਡਰਦਾ ਏ? ਜਦੋਂ ਮਨ ਰੂਪੀ ਹੱਥ ਵਿੱਚ ਸਤਿਗੁਰੂ ਜੀ ਕਹਿੰਦੇ ਵਿਰਾਗ ਰੂਪੀ ਇਹ ਨਾਰੀਅਲ ਹੀ ਰੱਖ ਲਿਆ, ਭਾਵ ਕਿ ਜਦੋਂ ਘਰੋਂ ਨਿਕਲ ਹੀ ਗਿਆ, ਸਾਧੂ ਹੀ ਬਣ ਗਿਆ, ਫਿਰ ਕਿਉਂ ਤੂੰ ਉਧਰ ਚੱਲਿਆ? ਮਹਾਰਾਜ ਕਹਿੰਦੇ ਸਾਧੂ ਬਣ ਗਿਆ, ਲਿਬਾਸ ਪਾ ਲਿਆ, ਫਿਰ ਕਿਉਂ ਇਸਤਰੀਆਂ 'ਚ ਹੀ ਲੱਗਿਆ ਰਿਹਾ? ਮਹਾਰਾਜ ਕਹਿੰਦੇ ਕਿਉਂ ਤੂੰ ਵਿਸ਼ੇ ਭੋਗਦਾ ਰਿਹਾ ਸੁੰਦਰ ਸਰੀਰ ਨੂੰ ਵੇਖ ਕੇ? ਇਉਂ ਮਹਾਰਾਜ ਜੀ ਦੱਸਦੇ ਹਨ। ਹੁਣ ਦੂਜਾ ਅਰਥ ਕਰਕੇ ਦੱਸਦੇ ਹਾਂ। ਕਬੀਰ ਐਸੀ ਹੋਏ ਪਰੀ, ਸੱਚੇ ਪਾਤਸ਼ਾਹ ਕਬੀਰ ਸਾਹਿਬ ਜੀ ਦੱਸਦੇ ਨੇ, ਹੇ ਭਾਈ ਇਸ ਪ੍ਰਕਾਰ ਤੇਰੀ ਅਵਸਥਾ ਹੋਈ ਪਈ ਹੈ, ਤੂੰ ਮਨ ਭਾਉਂਦੇ ਇਹ ਵਿਸ਼ੇ ਭੋਗਦਾ, ਤਿਆਗ ਵਿਰਾਗ ਨਹੀਂ। ਸੱਚੇ ਪਾਤਸ਼ਾਹ ਕਹਿੰਦੇ ਕੀਤੇ ਪਰ ਕਹਿੰਦੇ ਹੁਣ ਇਹੋ ਜਿਹੀ ਹਾਲਤ ਹੋ ਗਈ ਹੈ ਸਾਡੀ, ਮਨ ਕੋ ਭਾਵਤ ਕੀਨ। ਮਨ ਮਹਾਰਾਜ ਕਹਿੰਦੇ ਮਨ ਭਾਉਂਦਾ, ਤਿਆਗ ਵਿਰਾਗ ਧਾਰਨ ਕਰਕੇ ਗਿਆਨ ਦੀ ਸਿੱਖਿਆ ਨੂੰ ਧਾਰਨ ਕਰ ਲਿਆ। ਮਰਨੇ ਤੇ ਕਿਆ ਡਰਪਨਾ, ਜਬ ਹਾਥ ਸਿਧੌਰਾ ਲੀਨਾ। ਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਉਹ ਮੁਕਤੀ ਵਾਸਤੇ ਜੀਵਤ ਭਾਵ ਵੱਲੋਂ ਮਰਨ ਤੋਂ ਕਿਉਂ ਡਰਦਾ ਹੈ ਤੂੰ? ਮੁਕਤੀ ਮਿਲਦੀ ਹੋ ਤਾਂ ਜੇ ਆਪਾ ਭਾਵ ਗਵਾ ਦੀ, ਆਪ ਗਵਾਈਏ ਤਾਂ ਸੋ ਪਾਈਏ। ਜਦੋਂ ਮਹਾਰਾਜ ਕਹਿੰਦੇ ਇਸ ਸੂਰਮੇ ਨੇ ਹੱਥ ਵਿੱਚ ਸੰਧੌਰਾ ਖੰਡਾ ਫੜ ਲਿਆ, ਉਦੋਂ ਨਿਸ਼ੰਕ ਹੋ ਕੇ ਮਾਰਦਾ ਏ ਸਾਧ ਸੰਗਤ ਜੀ ਆਪਣੇ ਅਗਿਆਨ ਨੂੰ, ਉਦੋਂ ਫਿਰ ਮੋਖ ਦੀ ਪ੍ਰਾਪਤੀ ਹੁੰਦੀ ਹੈ। ਗੁਰੂ ਸਾਹਿਬ ਕਹਿੰਦੇ ਮਰਨੇ ਤੇ ਕਿਆ ਡਰਪਣਾ, ਉਦੋਂ ਮਰਨ ਤੋਂ ਨਹੀਂ ਡਰਦਾ ਜਦੋਂ ਗਿਆਨ ਰੂਪੀ ਖੰਡਾ ਫੜਿਆ ਹੋਇਆ ਹੋਵੇ। ਇਉਂ ਗੁਰੂ ਸਾਹਿਬ ਸੱਚੇ ਪਾਤਸ਼ਾਹ ਦੱਸਦੇ ਨੇ, ਇਉਂ ਸਤਿਗੁਰੂ ਜੀ ਸਮਝਾਉਂਦੇ ਐ। ਦੋ ਅਰਥ ਕਰਕੇ ਸਮਝਾਇਆ। ਕਬੀਰ ਐਸੀ ਹੋਏ ਪਰੀ, ਹੁਣ ਸਾਡੀ ਹਾਲਤ ਇਹੋ ਜੀ ਹੋ ਗਈ ਹੈ, ਹੋਈ ਪਈ ਹੈ ਕਿ ਮਨ ਕੋ ਭਾਵਤ ਕੀਨ, ਜੋ ਮਨ ਨੂੰ ਭਾਉਂਦਾ ਵਿਰਾਗ ਸੀ, ਤਿਆਗ ਸੀ, ਵਿਵੇਕ ਸੀ, ਮਹਾਰਾਜ ਦਾ ਬ੍ਰਹਮ ਗਿਆਨ ਸੀ, ਕੀਨ ਉਹ ਪਾ ਲਿਆ। ਕਹਿੰਦੇ ਮਰਨੇ ਤੇ ਕਿਆ ਡਰਪਨਾ। ਮਹਾਰਾਜ ਭਗਤ ਕਬੀਰ ਸਾਹਿਬ ਕਹਿੰਦੇ ਜੀਵਤ ਭਾਵ ਵਾਸਤੇ ਅਸੀਂ ਕਿਉਂ ਡਰਦੇ ਹਾਂ? ਅਸੀਂ ਨਹੀਂ ਹੁਣ ਡਰਦੇ। ਕਿਆ ਡਰਪਣਾ, ਕਾਹਤੋਂ ਡਰੀਏ? ਜਬ ਹਾਥ ਸੰਧੌਰਾ ਲੀਨ, ਜਦੋਂ ਗਿਆਨ ਰੂਪੀ ਖੰਡਾ ਫੜ ਹੀ ਲਿਆ, ਅਸੀਂ ਕਾਹਤੋਂ ਡਰਨਾ ਆ? ਅਸੀਂ ਤਾਂ ਹੁਣ ਗਿਆਨ ਨੂੰ ਅਗਿਆਨ ਨੂੰ
ਹੰਗਤਾ ਨੂੰ, ਮਮਤਾ ਨੂੰ, ਵਿਸ਼ੇ ਵਿਕਾਰ ਨੂੰ ਕੱਟ ਕੇ ਸੁੱਟਾਂਗੇ ਗਿਆਨ ਰੂਪੀ ਖੰਡੇ ਦੇ ਨਾਲ। ਲੀਨ, ਸਾਡਾ ਮਨ ਲੀਨ ਹੋਇਆ ਪਿਆ ਗਿਆਨ ਰੂਪੀ ਖੰਡੇ ਵਿੱਚ। ਇਉਂ ਦੱਸਦੇ ਹਨ, ਇਉਂ ਭਗਤ ਜੀ ਨੇ ਬਚਨ ਉਚਾਰਨ ਕੀਤੇ ਐ। ਆਪ ਜੀ ਨੇ ਸਰਵਣ ਕੀਤੇ ਨੇ। ਮਹਾਰਾਜ ਕਿਰਪਾ ਕਰਨ, ਗੁਰੂ ਸਾਹਿਬ ਸੱਚੇ ਪਾਤਸ਼ਾਹ ਸਾਡੇ ਤੇ ਵੀ ਕਿਰਪਾ ਕਰਨ। ਮਹਾਰਾਜ ਸਤਿਗੁਰੂ ਜੀ ਨਾਮ ਗਿਆਨ ਦੀ ਸਾਡੇ ਤੇ ਬਖਸ਼ਿਸ਼ ਕਰਨ, ਜਿਸ ਕਰਕੇ ਸਾਡਾ ਜੀਵਨ ਸਫਲ ਹੋ ਜਾਵੇ। ਭੁੱਲ ਚੁੱਕ ਦੀ ਖਿਮਾ। ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਕਥਾ ਕਰਦੇ ਆ, ਅਨੇਕਾਂ ਪ੍ਰਕਾਰਾਂ ਦੀਆਂ ਗਲਤੀਆਂ ਭੁੱਲਾਂ ਚੁੱਕਾ ਹੋ ਜਾਂਦੀਆਂ ਨੇ। ਦੀਨ ਦੁਨੀਆ ਦੇ ਮਾਲਕ ਸਤਿਗੁਰੂ ਜੀ ਦਾਸ ਨੂੰ ਬਖਸ਼ ਲੈਣਗੇ, ਆਪ ਗੁਰ ਸੰਗਤਾਂ ਨੇ ਬਖਸ਼ ਲੈਣਾ ਭਾਈ। ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭਾ ਪਹਿ ਮੇਲੇ। ਭਗਤ ਜੀ ਦਾ ਸ਼ਲੋਕ ਪੜ੍ਹ ਕੇ ਸਮਾਪਤੀ ਕਰੀਏ। ਕਬੀਰ ਐਸੀ ਹੋਏ ਪਰੀ, ਮਨ ਕੋ ਪਾਵਤ ਕੀਨਾ। ਮਰਨੇ ਤੇ ਕਿਆ ਡਰ ਪੜਾ, ਜਬ ਹਾਥ ਸੰਧੌਰਾ ਲੀਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।